सूरा सो पहचानिए, जो लरै दीन कहेत। पुरजा पुरजा काट मारै, कबहू न छाड़ै खेत। एक ओंकार सतनाम करता पुरख, निरभਉ निरवैर अकाल मूरत। अजूनी सैभं गुर प्रसाद। मलार महला पंजवा। खीर आधार बारक जब होता, बिन खीरे रहन न जाई। सार समाल माता मुख नीरै, तब ओ तृप्त अगाई। हम बारिक पिता प्रभ दाता। भूलें बारक अनक लख बरिया, अन ठौर नहीं जह जाता रहा। चंचल मत बारक बपुरे की, सर्प अगन कर मिलै। माता पिता कंठ लाए राखै, आनंद सहज तब खेलै। जिसका पिता तू है मेरे स्वामी, तिस बारक भूख कैसी। नव निध नाम निधान ग्रह तेरै, मन बांछै सो लैसी। पिता कृपाल आज्ञा एकीनी, बारक मुख मांगै सो लेना। नानक बारक दर्श प्रभ चाहै, मोए हृदय बसै नित चरना। जिसका पिता तू है मेरे स्वामी, तिस बारक भूख कैसी। नम निध नाम निधान ग्रह तेरै, मन बांछै सो लैसी। पिता कृपाल आज्ञा ए दीनी, बारक मुख मांगै सो देना। नानक बारक दर्श प्रभ चाहै, मोए हृदय बसै नित चरना। परम सन्मानयोग धन धन शब्द गुरु श्री गुरु ग्रंथ साहब जी की पावन गोद विच जुड़ बैठी गुरु प्यारी साध संगत जीओ। सतगुरु जी की गोद विच बैठ के अज दिन दे गुरमत समागम की आप सारे हाज़री भर रहे हाँ। कलगीधर पातशाह धन गुरु गोबिंद सिंह महाराज जी के लखते जिगर चार साहिबजादे माता गुजर कौर जी, अनेकां गुरु के प्यारे सिख जिन्हां ने 1704 ईस्वी दे विच शहादत दे जाम पीते ने, उन्हां दी मिठी अते प्यारी याद नूं समर्पित अज दे इह गुरमत समागम विच आपां सारे हाज़री भर रहे हाँ। आओ जिस टका नाल बैठ के आपां सतगुरु की पावन बाणी का कीर्तन सरवण किया है, गुरु पंजवें पातशाह गुरु अर्जन साहिब महाराज जी की रसना तो उचारण किए हुए शब्द आप पाठ सरवण किया है। रल के जिथे आप
ਸ਼ਬਦ ਦੀਆਂ ਵਿਚਾਰਾਂ ਦੀ ਸਾਂਝ ਪਾਉਣੀ ਹੈ, ਉੱਥੇ ਨਾਲ ਨਾਲ ਇਤਿਹਾਸਕ ਵਿਚਾਰਾਂ ਦੀ ਸਾਂਝ, ਉਹਨਾਂ ਦੇ ਪਾਏ ਹੋਏ ਪੂਰਨੇ, ਉਹਨਾਂ ਦੇ ਜੀਵਨ ਦੀ ਦ੍ਰਿੜਤਾ, ਭਰੋਸਾ ਰਲ ਕੇ ਆਪਾਂ ਵਿਚਾਰਾਂ ਦੀ ਸਾਂਝ ਕਰਾਂਗੇ। ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਅਦਬ ਨਾਲ ਫਤਿਹ ਪ੍ਰਵਾਨ ਕਰੋ ਅਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ ਬੜੇ ਅਦਬ ਨਾਲ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਸ਼ਬਦ ਦੀਆਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵਿੱਚ ਆ ਸਕੇ। ਸਾਰੀ ਸੰਗਤ ਬੜੇ ਪਿਆਰ ਨਾਲ ਹਾਜ਼ਰੀ ਲਵਾਓ, ਫਿਰ ਆਪਾਂ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਕਾਓ, ਪਰਿਓ ਨਿਸ਼ਾਨੈ ਕਾਓ, ਖੇਤ ਜੋ ਮਾਂਡਿਓ ਸੂਰਮਾ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕੋ ਦਾਓ, ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕਹੇ ਤੋ, ਜੋ ਲਰੈ ਦੀਨ ਕਹੇ ਤੋ, ਪੁਰਜਾ ਪੁਰਜਾ ਕਾਟ ਮਰੈ, ਪੁਰਜਾ ਪੁਰਜਾ ਕਾਟ ਮਰੈ, ਵਾਹ ਵਾਹ। ਕਬੂ ਨ ਛਾੜੈ ਖੇਤ, ਕਬੂ ਨ ਛਾੜੈ ਖੇਤ, ਕਬੂ ਨ ਛਾੜੈ ਖੇਤ, ਕਬੂ ਨ ਛਾੜੈ ਖੇਤ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ, ਤਾਂ ਕਿ ਗੱਲ ਸਮਝ ਪੈ ਜਾਏ। ਦੋ ਕਿਸਮ ਦੇ ਸੂਰਮਿਆਂ ਦਾ ਜ਼ਿਕਰ ਹੈ। ਇੱਕ ਸੂਰਮਾ ਉਹ ਹੈ ਜਿਹੜਾ ਮੈਦਾਨੇ ਜੰਗ ਵਿੱਚ ਕਿਸੇ ਦੀਨ ਵਾਸਤੇ ਲੜਦਾ, ਕਿਸੇ ਦੇ ਹੱਕ ਲਈ ਲੜਦਾ। ਕਿਸੇ ਤੇ ਜ਼ੁਲਮ ਹੋ ਰਿਹਾ, ਕੋਈ ਕਿਸੇ ਤੇ ਅਤਿਆਚਾਰ ਕਰ ਰਿਹਾ, ਕੋਈ ਕਿਸੇ ਨਾਲ ਧੱਕਾ ਕਰ ਰਿਹਾ, ਤੇ ਜਿਹਦੇ ਨਾਲ ਧੱਕਾ ਹੋ ਰਿਹਾ ਉਹਦੇ ਹੱਕ ਵਿੱਚ ਖਲੋ ਜਾਣਾ, ਇੱਕ ਉਹ ਸੂਰਮਾ ਹੈ। ਉਹਦੇ ਲਈ ਉਹਨੂੰ ਸ਼ਾਸਤਰ ਚੱਕਣੇ ਪੈਣ, ਉਹਦੇ ਲਈ ਉਹਨੂੰ ਕਾਨੂੰਨੀ ਜੰਗ ਲੜਨੀ ਪਵੇ, ਕੋਈ ਵੀ ਤਰੀਕਾ ਹੋ ਸਕਦਾ ਹੈ। ਇੱਕ ਸੂਰਮਾ ਉਹ ਹੈ ਜਿਹੜਾ ਕਿਸੇ ਦੀਨ ਵਾਸਤੇ ਲੜਦਾ ਹੈ। ਦੀਨ ਸ਼ਬਦ ਗੁਰਬਾਣੀ ਵਿੱਚ ਦੋ ਅਰਥਾਂ 'ਚ ਆਇਆ ਹੈ। ਜਿਹੜੇ ਤੁਹਾਡੇ 'ਚੋਂ ਸਰੋਤੇ ਬਾਣੀ ਪੜ੍ਹਦੇ ਨੇ, ਜਿਹੜੀਆਂ ਮੇਰੀਆਂ ਭੈਣਾਂ ਵੀਰ ਆਪ ਬਾਣੀ ਪੜ੍ਹਦੇ, ਉਹਨਾਂ ਨੂੰ ਇਹ ਛੇਤੀ ਗੱਲ ਸਮਝ ਆਊ। ਪਰ ਜਿਨ੍ਹਾਂ ਨੇ ਕਦੀ ਰਮਾਲਾ ਚੱਕ ਕੇ ਆਪ ਵੇਖਿਆ ਨਹੀਂ ਵੀ ਇਹਦੇ ਵਿੱਚ ਲਿਖਿਆ ਕੀ ਹੈ, ਉਹਨਾਂ ਵਾਸਤੇ ਵਿਸ਼ਾ ਔਖਾ ਹੈ। ਪਰ ਅੱਜ ਇਹ ਵੀ ਗੱਲ ਕਹਿਣੀ ਪੈਂਦੀ ਵੀ ਬਹੁਤ ਘੱਟ ਸਰੋਤੇ ਨੇ ਜਿਨ੍ਹਾਂ ਨੂੰ ਆਪ ਬਾਣੀ ਪੜ੍ਹਨ ਦਾ ਸ਼ੌਂਕ ਹੈ। ਸ਼ੌਂਕ ਹੁੰਦਾ ਨਾ ਕੁਝ ਗੱਲਾਂ ਦਾ, ਜਦੋਂ ਤੱਕ ਤੁਹਾਡੇ ਮਨ 'ਚ ਸ਼ੌਂਕ ਨਹੀਂ, ਇੱਛਾ ਨਹੀਂ, ਪਿਆਰ ਨਹੀਂ ਹੈ ਕਿਸੇ ਕੰਮ ਨੂੰ ਕਰਨ ਦਾ। ਹੁਣ ਜਿਵੇਂ ਕਈਆਂ ਨੂੰ ਵਾਕ ਕਰਨ ਦਾ ਸ਼ੌਂਕ ਹੁੰਦਾ ਹੈ, ਜਿਮ ਜਾਣ ਦਾ ਸ਼ੌਂਕ ਹੈ, ਉਹਨੂੰ ਤੁਸੀਂ ਲੱਖ ਬਹਾਨੇ ਮਾਰੋ ਉਹ ਟਲੇਗਾ ਨਹੀਂ। ਕਈ ਵਾਰੀ ਮਾਵਾਂ ਵੀ ਰੋਕਦੀਆਂ ਨੇ,
परिवारां दे मैंबर भी रोकदे ने, कहता नहीं जाना मैं, तुसीं लख बहाने मारो, ठीक नहीं होएगा तां भी जाएगा। ये शौक है, चाह है। जिथे ਜਿਹੜੇ ਬੰਦੇ ਨੂੰ ਜਿਹੜੇ ਕੰਮ ਦਾ ਸ਼ੌਂਕ ਪੈ ਗਿਆ, ਹੁਣ ਵਾਕ ਕਰਨ ਬੰਦਾ ਜਾਂਦਾ, ਹੁਣ ਦੋ ਗੱਲਾਂ, ਇੱਕ ਹੁੰਦੀ ਬੱਧਾ ਚੱਟੀ, ਇੱਕ ਹੁੰਦਾ ਸ਼ੌਂਕ, ਚਾਹ ਨਾਲ ਕੰਮ ਕਰਨਾ। ਆਪਣੇ ਘਰ ਤੋਂ ਕਿਸੇ ਦਾ ਘਰ ਹੈ 4 ਕਿਲੋਮੀਟਰ, ਤੇ ਸਾਨੂੰ ਪਤਾ ਵੀ ਮੈਂ ਉਹਦੇ ਘਰ ਕੋਈ ਸਮਾਨ ਲੈਣ ਜਾਣਾ ਹੈ, ਤੇ ਸਾਧਨ ਘਰ ਕੋਈ ਨਹੀਂ ਹੈ, ਤੇ ਸਾਨੂੰ ਕੋਈ ਘਰੋਂ ਕਹਿ ਦੇਵੇ ਕਿ ਜਾ ਭੱਜ ਕੇ ਉੱਥੋਂ ਆ ਚੀਜ਼ ਲਿਆ, ਤੇ ਹੈ ਘਰੋਂ 4 ਕਿਲੋਮੀਟਰ, ਕੋਈ ਗੱਡੀ ਘਰ ਨਹੀਂ, ਕੋਈ ਬਾਈਕ ਘਰ ਨਹੀਂ ਹੈ, ਉਹ 4 ਕਿਲੋਮੀਟਰ ਸਫ਼ਰ ਸਾਨੂੰ ਦੁਖਣਾ ਹੈ। ਕਿਉਂ? ਕਿਉਂਕਿ ਮੈਂ ਜਾਣਾ ਨਹੀਂ ਚਾਹੁੰਦਾ, ਮੈਨੂੰ ਮਜਬੂਰੀ ਵਸ ਜਾਣਾ ਪੈ ਰਿਹਾ ਹੈ। ਉੱਦਾਂ ਵਾਕ ਭਾਵੇਂ ਬੰਦਾ 7 ਕਿਲੋਮੀਟਰ ਕਰ ਆਵੇ, ਉੱਥੇ ਥੱਕਦਾ ਕਿਉਂ ਨਹੀਂ? ਕਿਉਂਕਿ ਉੱਥੇ ਮਨ ਦੇ ਸ਼ੌਂਕ ਨਾਲ ਕੀਤਾ ਜਾ ਰਿਹਾ ਕੰਮ, ਉਹ ਬੱਧਾ ਚੱਟੀ ਨਹੀਂ ਹੈ। ਬਣਦਾ ਵਾਕ ਹੈ, ਬੱਧਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਜਿਹੜਾ ਕੰਮ ਵੀ ਬੱਧਾ ਚੱਟੀ ਕੀਤਾ ਜਾਂਦਾ ਹੈ ਨਾ, ਉਹਦੇ ਵਿੱਚੋਂ ਫਾਇਦਾ ਨਹੀਂ ਹੁੰਦਾ, ਉਹਦੇ ਵਿੱਚ ਬੰਦਾ ਅੱਕਦਾ ਛੇਤੀ ਹੈ। ਹੁਣ ਤੁਸੀਂ TV ਵੇਖਦੇ ਹੋ, TV ਸਾਨੂੰ ਕੋਈ ਮਜਬੂਰਨ ਬਿਠਾਉਂਦਾ ਵੀ ਇਹ TV ਵੇਖਣਾ, ਆ ਸੀਰੀਅਲ ਤੁਸੀਂ ਵੇਖ ਕੇ ਉੱਠਣਾ, ਕਿਉਂ ਸਾਧ ਸੰਗਤ ਜੀ? ਉੱਥੇ ਸਾਡੇ ਮਨ ਦਾ ਸ਼ੌਂਕ ਹੈ। ਕਈਆਂ ਨੂੰ ਤਾਸ਼ ਖੇਡਣ ਦਾ ਹੁੰਦਾ ਸ਼ੌਂਕ, ਕਹਿ ਸਕਦੇ ਹਾਂ ਆਪਾਂ। ਉੱਥੇ ਸਾਨੂੰ ਕੋਈ ਬੱਧਾ ਚੱਟੀ ਨਹੀਂ ਬਿਠਾਉਂਦਾ, ਉੱਥੇ ਮੇਰੇ ਮਨ ਦਾ ਸ਼ੌਂਕ ਹੈ। ਬੰਦਾ 2 ਘੰਟੇ ਵੀ 3 ਘੰਟੇ ਵੀ ਗੁਜ਼ਾਰ ਦਿੰਦਾ, ਨਾ ਉਹਨਾਂ ਉਸ ਸਮੇਂ ਨਾ ਭੁੱਖ ਲੱਗਦੀ, ਨਾ ਪਿਆਸ ਲੱਗਦੀ, ਤੇ ਨਾ ਬੰਦੇ ਨੂੰ ਨੀਂਦ ਆਉਂਦੀ ਹੈ, ਤੇ ਨਾ ਸਿਰ ਦਰਦ ਹੁੰਦਾ ਹੈ, ਕਿਉਂਕਿ ਉਹ ਮਨ ਦੇ ਸ਼ੌਂਕ ਨਾਲ ਕੀਤਾ ਜਾ ਰਿਹਾ। ਅੱਛਾ, ਕਿਤੇ ਪਾਠ ਹੋ ਰਿਹਾ ਹੋਵੇ, ਕਿਸੇ ਨੂੰ ਕਹੋ ਵੀ ਤੂੰ 10 ਮਿੰਟ ਗ੍ਰੰਥੀ ਸਿੰਘ ਪਾਠ ਕਰੂ, ਤੂੰ ਕੋਲ ਬਹਿ ਕੇ ਸੁਣਨਾ ਹੈ, ਇੱਥੇ ਬੰਦਾ ਵਾਸੀਆਂ ਲੈਂਦਾ। ਇੱਥੇ ਬੰਦਾ ਕਦੀ ਆਹ ਲੱਤ ਤਾਂ ਚੁੱਕਦਾ ਹੈ, ਕਦੀ ਇੱਧਰ ਲੱਤ ਚੁੱਕਦਾ ਹੈ, ਕਦੀ ਮੋਢਾ ਦੁਖਦਾ ਹੈ, ਕਦੀ ਗੋਡਾ ਦੁਖਦਾ ਹੈ। ਚਲੋ ਇੱਕ ਸੌਖੀ ਹੋਰ ਉਦਾਹਰਨ ਦਿੰਦਾ, ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਹੁੰਦੇ ਨੇ, ਉੱਥੇ ਸਾਡਾ ਨੱਚਣਾ, ਅੱਜ ਕੱਲ੍ਹ ਤਾਂ ਪਿੰਡਾਂ 'ਚ ਹੋਰ ਨਾਮ ਹੁੰਦੇ ਸੀ, ਹੁਣ ਇਹ ਸ਼ਹਿਰਾਂ 'ਚ ਰੁਪਏ ਲੇਡੀਜ਼ ਸੰਗੀਤ। ਹੁਣ ਜਿਹੜਾ ਉੱਥੇ ਨੱਚਣਾ ਟੱਪਣਾ ਜਿਹੜਾ ਹੈ, ਉਹ ਬੱਧਾ ਚੱਟੀ ਹੈ ਕਿ ਮਨ ਦਾ ਸ਼ੌਂਕ? ਹਰ ਇੱਕ ਦਾ ਜਵਾਬ ਹੋਏਗਾ ਮਨ ਦਾ ਸ਼ੌਂਕ ਹੈ। ਬੱਧਾ ਚੱਟੀ ਥੋੜ੍ਹਾ ਵੀ ਕੋਈ ਕਿਸੇ ਨੇ ਕੰਨ ਦੇ ਉੱਤੇ ਇਹਦਾ ਗਾਣਾ ਥੋੜ੍ਹਾ ਰੱਖੀ ਵੀ ਤੁਸੀਂ ਨੱਚਣਾ ਹੀ ਨੱਚਣਾ, ਤੁਸੀਂ ਆਹ ਗਾਣਾ ਗਾਉਣਾ ਹੀ ਗਾਉਣਾ। ਉੱਥੇ ਮੇਰੇ ਮਨ ਦਾ ਸ਼ੌਂਕ ਹੈ। ਤੁਸੀਂ ਵਿਆਹਾਂ ਸ਼ਾਦੀਆਂ 'ਚ ਵੇਖਿਓ, ਬੰਦਾ ਉਮਰ ਦਾ ਤਕਾਜ਼ਾ ਵੀ ਨਹੀਂ ਵੇਂਦਾ, ਨਾ ਉੱਥੇ ਕਿਸੇ ਦੀ ਲੱਤ ਦੁਖਦੀ ਹੈ, ਨਾ ਕਿਸੇ ਦੀ ਉੱਥੇ ਬਾਂਹ ਦੁਖਦੀ ਹੈ, ਨਾ ਉੱਥੇ ਕਿਸੇ ਬੰਦੇ ਨੂੰ ਡਿਸਕ ਪ੍ਰੋਬਲਮ ਹੈ। ਤੇ ਕਿਸੇ ਨੂੰ ਕਹਿੰਦਾ ਤੂੰ ਗੁਰਦੁਆਰੇ ਆ ਭਾਈ ਸਮਾਗਮ, ਨਹੀਂ ਮੇਰੇ ਕੋਲ ਪੌੜੀਆਂ ਨਹੀਂ ਚੜ੍ਹੀਆਂ ਜਾਣੀਆਂ। ਕਿਉਂ ਸਾਧ ਸੰਗਤ ਜੀ ਬੋਲੋ? ਹੁਣ ਜੇ ਤੁਸੀਂ ਸੱਦ ਲਿਆ ਤਾਂ ਸੁਣਨਾ ਤੁਹਾਨੂੰ ਪੈਣਾ, ਜਾਂ ਜਾਣ ਲੱਗਿਆ ਪ੍ਰਬੰਧਕਾਂ ਨੂੰ ਕਹਿ ਦਿਓ ਵੀ ਭਾਈ ਸਾਹਿਬ ਇਹ ਬੰਦਾ ਬੜੌਦੇ ਦੁਬਾਰਾ ਆਵੇ, ਪਰ ਸਾਡੇ ਗੁਰਦੁਆਰੇ ਨਾ ਆਵੇ। ਕਿਉਂ ਜੀ? ਇੱਦਾਂ ਬਹਾਨਾ ਮਾਰਦਾ ਕਿ ਨਹੀਂ ਮਾਰਦਾ? ਨਹੀਂ, ਆਹ ਮਾਰਦਾ ਉੱਦਾਂ। ਵੇਖੋ ਤੁਸੀਂ ਆ ਗਏ, ਤੁਸੀਂ ਥੋੜ੍ਹਾ ਮਾਰੇ ਆ। ਹਾਂ ਵੇਖੋ, ਜਿਹੜੇ ਤੁਸੀਂ ਮੇਰੀਆਂ ਭੈਣਾਂ ਆ ਗਈਆਂ, ਬੀਬੀਆਂ ਆ ਗਈਆਂ, ਵੀਰ ਆ ਗਏ ਆ, ਬਜ਼ੁਰਗ ਆ ਗਏ ਆ, ਉਹ ਥੋੜ੍ਹਾ ਮਾਰਦੇ ਆ। ਉਹ ਜਿਹੜੇ ਬਹਾਨੇ ਮਾਰਦੇ ਉਹ ਆਉਂਦੇ ਹੀ ਨਹੀਂ। ਇਹ ਸੁਨੇਹਾ ਉਹਨਾਂ ਲਈ ਆ, ਆ ਜਿਹੜੀ ਕਥਾ ਰਿਕਾਰਡ ਹੋ ਰਹੀ ਹੈ ਉਹਨਾਂ ਲਈ ਹੈ, ਜਿਹੜੇ ਨਹੀਂ ਆਏ। ਤੁਸੀਂ ਤਾਂ ਆ ਗਏ ਜੇ, ਪਰ ਮੈਂ ਗੱਲ ਕਰਦਾ ਆਮ ਤੁਹਾਨੂੰ ਸਮਾਜ ਵਿੱਚ ਇੱਦਾਂ ਦੇ ਵਿਅਕਤੀ ਮਿਲਣਗੇ, ਜਿਵੇਂ ਬਣਦਾ ਵਾਕ ਹੈ, ਬੁਰੇ ਕਾਮ ਕੋ ਊਠ ਖਲੋਇਆ ਨਾਮ ਕੀ ਬੇੜਾ। ਸਤਿਗੁਰ ਦੀ ਬਣਦਾ ਵਾਕ ਹੈ ਕਿ ਬੁਰਿਆਂ ਕੰਮਾਂ ਲਈ ਬੰਦੇ 'ਚ ਕਿੰਨੀ ਐਨਰਜੀ ਹੈ। ਹੁਣ ਤੁਹਾਡੀ ਫਲਾਈਟ ਸਵੇਰੇ 6 ਵਜੇ ਹੈ, ਤੁਹਾਨੂੰ ਪਤਾ ਵੀ 1 ਘੰਟਾ 1.5 ਘੰਟਾ ਏਅਰਪੋਰਟ 'ਤੇ ਪਹਿਲਾਂ ਪਹੁੰਚਣਾ ਪੈਣਾ। ਅਲਾਰਮ ਤੋਂ ਬਿਨਾਂ ਖੁੱਲ੍ਹ ਜਾਂਦੀ ਹੈ, ਪਤਾ ਵੀ 15-20 ਹਜ਼ਾਰ ਦੀ ਟਿਕਟ ਹੈ। ਜੇ ਫੌਰਨ ਜਾਣਾ ਹੋਵੇ ਫਿਰ ਲੱਖ ਦੀ ਹੈ, 50 ਹਜ਼ਾਰ ਦੀ ਹੈ, ਫਿਰ ਤਾਂ 3 ਘੰਟੇ ਪਹਿਲਾਂ ਇੰਟਰਨੈਸ਼ਨਲ ਏਅਰਪੋਰਟ 'ਤੇ ਜਾਣਾ ਪੈਣਾ। ਉੱਥੇ ਇਵਨ ਬੰਦੇ ਨੂੰ ਬੁਖਾਰ ਵੀ ਚੜ੍ਹਿਆ ਹੋਵੇ ਨਾ, ਤਾਂ ਵੀ ਬੰਦਾ ਟਾਈਮ ਨਾਲ ਏਅਰਪੋਰਟ 'ਤੇ, ਉੱਥੇ ਘਾਟਾ ਹੈ ਨਾ, ਉੱਥੇ ਪਤਾ ਵੀ ਜੇ ਨਾ ਗਿਆ ਤਾਂ ਮੇਰਾ ਇੰਨਾ ਨੁਕਸਾਨ ਹੋ ਜਾਣਾ। ਇੱਕ ਹੋਰ ਸੌਖੀ ਗੱਲ ਦੱਸਦਾ, ਗੌੜੀ ਰਾਗ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ 151 ਅਤੇ 52 ਅੰਕ 'ਤੇ। ਅੰਕ ਨੋਟ ਕਰ ਲਓ, ਘਰ ਜਾ ਕੇ ਜਿਨ੍ਹਾਂ ਕੋਲ ਪੋਥੀਆਂ ਜਾ ਕੇ ਪੜ੍ਹਿਓ ਜ਼ਰੂਰ। ਗੁਰੂ ਗ੍ਰੰਥ ਸਾਹਿਬ ਦਾ 51 ਅਤੇ 52 ਅੰਕ, 51 ਤੋਂ ਸ਼ੁਰੂ ਹੁੰਦਾ ਅਤੇ 52 'ਤੇ ਸਮਾਪਤ ਹੁੰਦਾ। ਸ਼ਬਦ ਹੈ ਗੌੜੀ ਰਾਗ 'ਚ ਗੁਰੂ ਨਾਨਕ ਸਾਹਿਬ ਦਾ। ਸ਼ਬਦ ਸ਼ੁਰੂ ਹੁੰਦਾ ਹੈ ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਸੇਖ, ਕਹਿਣਾ ਹੈ ਕਿਛ ਕਹਿਣ ਨਾ ਜਾਏ,
ਤਉ ਕੁਦਰਤ ਕੀਮਤ ਨਹੀਂ ਪਾਏ, ਸ਼ਰਮ ਸੁਰਤ ਦੋਏ ਸਸੁਰ ਭਏ, ਕਰਨੀ ਕਾਮਣ ਕਰਮ ਲਹੇ, ਸਾਹਾ ਸੰਜੋਗ ਵਿਆਹ ਵਿਜੋਗ। ਸਾਹਾ ਸੰਜੋਗ ਵਿਆਹ ਵਿਜੋਗ, ਸਾਹਾ ਸੰਜੋਗ। ਜਿਵੇਂ ਆਪਾਂ ਆਪਣੇ ਬੱਚੇ ਦਾ ਸਾਹਾ ਸੋਧਿਆ ਹੁੰਦਾ ਵੀ ਆਪਾਂ ਆਪਣੇ ਪੁੱਤਰ ਦਾ ਆਨੰਦ ਕਾਰਜ, ਐਗਜ਼ਾਮਪਲ ਦੇਣ ਲੱਗਾ ਵੀ ਮੰਨ ਲਓ ਕਿਸੇ ਬੰਦੇ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਦਾ ਆਨੰਦ ਕਾਰਜ 8 ਫਰਵਰੀ ਨੂੰ ਕਰਨਾ ਹੈ। ਦਿਨ ਤੈਅ ਹੋ ਗਿਆ, ਐਨ ਤਿਆਰੀਆਂ ਹੋ ਗਈਆਂ ਸਾਰੀਆਂ, ਜੋ ਸਮਾਨ ਚਾਹੀਦਾ ਸੀ ਰੈਡੀ ਹੋ ਗਿਆ ਵੀ 8 ਫਰਵਰੀ ਨੂੰ ਵਿਆਹ ਹੈ, ਆਨੰਦ ਕਾਰਜ ਹੈ ਪੁੱਤਰ ਦਾ। ਕੋਈ ਅਣਸਖਾਵੀਂ ਵੀ ਘਟਨਾ ਪਰਿਵਾਰ 'ਚ ਵਾਪਰ ਜਾਏ ਨਾ, ਉਹ ਸਮਾਂ ਨਹੀਂ ਟਾਲਦੇ ਆਪਾਂ। ਤੁਸੀਂ ਵੇਖਿਆ ਨਾ ਕਈ ਵਾਰੀ ਘਰਾਂ 'ਚ ਕੋਈ ਡੈਥ ਹੋ ਜਾਂਦੀ ਹੈ, ਉਹ ਕਹਿੰਦੇ ਭਾਵੇਂ 4 ਬੰਦੇ ਜਾ ਕੇ ਵਿਆਹ ਲੈ ਆਓ, ਆਪਾਂ ਹੁਣ ਇਹ ਸਾਹਾ ਅੱਗੇ ਨਹੀਂ ਕਰਨਾ। ਕਿਉਂ ਸਾਸੰਗ ਜੀ ਇੱਦਾਂ ਹੁੰਦਾ ਕਿ ਨਹੀਂ ਹੁੰਦਾ? ਕਈ ਵਾਰੀ ਘਰ ਦੇ ਵਿੱਚ ਕਿਸੇ ਜੀਅ ਦੀ ਕੋਈ ਘਟਨਾ ਵਾਪਰ ਜਾਂਦੀ ਹੈ, ਕੋਈ ਲੜਕੀ ਪਰਿਵਾਰ ਵੱਲੋਂ, ਲੜਕੇ ਪਰਿਵਾਰ ਵੱਲੋਂ ਕੋਈ ਅਣਸਖਾਵੀਂ, ਕਹਿੰਦੇ ਹੁਣ ਇਹ ਸਾਹਾ ਸੋਧਿਆ ਹੋਇਆ ਵਾ, ਇਹ ਸਮਾਂ ਅੱਗੇ ਨਹੀਂ ਲੈ ਕੇ ਜਾਣਾ ਆਪਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਸੋਧਿਆ ਹੋਇਆ ਸਮਾਂ, ਜਿਹਨੂੰ ਆਪਾਂ ਸਾਹਾ ਕਹਿੰਦੇ ਵੀ ਹੁਣ ਐਨ ਮੁਕਰਰ ਹੋ ਗਿਆ। ਈਵਨ ਕਈਆਂ ਘਰਾਂ 'ਚ ਐਸੀ ਵੀ ਘਟਨਾ ਵਾਪਰੀ ਕਿ ਜਿਸ ਪੁੱਤਰ ਦਾ ਆਨੰਦ ਕਾਰਜ ਸੀ, ਘਰ 'ਚ ਦਾਦੇ ਦੀ ਡੈਥ ਹੋ ਗਈ, ਪਿਤਾ ਦੀ ਡੈਥ ਹੋ ਗਈ, ਘਰ 'ਚ ਮਾਂ ਦੀ ਡੈਥ ਹੋ ਗਈ, ਪਰਿਵਾਰ ਦਾ ਕੋਈ ਬਹੁਤ ਨਿਕਟ ਵਰਤੀ ਸੀ, ਉਹ ਕਾਲ ਚਲਾਣਾ ਕਰ ਗਿਆ। ਕਹਿੰਦੇ ਹੁਣ ਉਹਨੇ ਗਾਜੇ ਵਾਜੇ ਨਾਲ ਨਹੀਂ ਕਰਨਾ, ਚਲੋ 5-7 ਜਾਣੇ ਜਾ ਕੇ ਵਿਆਹ ਕੇ ਲੈ ਆਓ, ਜਾਨੀ ਕਿ ਉਹ ਸਮਾਂ ਖੁਝਾਇਆ ਨਹੀਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਹਾ ਸੰਜੋਗ, ਜਿਵੇਂ ਤੂੰ ਆਪਣੀ ਜ਼ਿੰਦਗੀ 'ਚ ਸੋਧਿਆ ਹੋਇਆ ਸਾਹਾ ਨਹੀਂ ਖਿਜਾਉਂਦਾ, ਇੱਦਾਂ ਆਪਣੀ ਜ਼ਿੰਦਗੀ 'ਚ ਇੱਕ ਟਾਰਗੇਟ ਮਿਥਲਾ, ਗੁਰੂ ਨੂੰ ਯਾਦ ਕਰਨ ਵਾਲਾ ਸਮਾਂ ਤੂੰ ਆਪਣੀ ਜ਼ਿੰਦਗੀ ਵਿੱਚੋਂ ਖੁਜਾ ਨਾ। ਸਮਝ ਆਈ ਪਿਆਰਿਓ? ਜਿਵੇਂ ਅਸੀਂ ਰੋਟੀ ਰੋਜ਼ ਖਾਂਦੇ ਹਾਂ, ਸਵੇਰੇ ਨਹੀਂ ਖਾਧੀ ਦੁਪਹਿਰੇ ਖਾ ਲਾਂਗੇ, ਦੁਪਹਿਰੇ ਨਹੀਂ ਖਾਧੀ ਸ਼ਾਮ ਨੂੰ ਖਾ ਲਾਂਗੇ, ਸਾਨੂੰ ਪਤਾ ਵੀ ਇਹਦੀ ਜ਼ਰੂਰਤ ਹੈ, ਮੈਂ ਨਹੀਂ ਖੁਰਾਕ ਖਾਵਾਂਗਾ ਐਨਰਜੀ ਕਿੱਥੋਂ ਮਿਲੂਗੀ। 72 ਫੁੱਟ ਉੱਚਾ ਹੈ ਠੰਡਾ ਬੁਰਜ, ਉੱਚਾ ਹੈ 72 ਫੁੱਟ। ਕਈ ਨਿਸ਼ਾਨ ਸਾਹਿਬ ਨਹੀਂ ਮੇਰੇ ਖਿਆਲ 'ਚ ਇੰਨੇ ਉੱਚੇ ਹੁੰਦੇ, ਅਤੇ ਉਹ ਬਣਾਇਆ ਸੀ ਉਹਨਾਂ ਨੇ ਆਪਣੇ ਆਰਾਮ ਲਈ ਕਿ ਜਦੋਂ ਅੱਤ ਦੀ ਗਰਮੀ ਪੈਂਦੀ ਹੈ ਅਤੇ ਪਾਣੀ ਨਾਲ ਹਵਾ ਜਦੋਂ ਹਵਾ ਆਉਂਦੀ ਸੀ, ਉਹ ਪਾਣੀ ਉਹਦੇ ਨਾਲ ਟਕਰਾ ਕੇ ਉਹਨੂੰ ਠੰਡਕ ਦਿੰਦਾ ਸੀ, ਅਤੇ ਜਿਹੜੇ ਉੱਥੇ ਉੱਤੇ ਬੈਠਦੇ ਸਨ ਉਹਨਾਂ ਨੂੰ ਆਰਾਮ ਮਿਲਦਾ ਸੀ। ਜਿਵੇਂ ਅੱਜ ਦੇ ਸਮੇਂ ਇਹ ਏਅਰ ਕੰਡੀਸ਼ਨ ਲਾ ਲਿਆ ਆਪਾਂ, ਕੂਲਰ ਲਾ ਲਏ ਨੇ, ਪੱਖੇ ਲਾ ਲਏ, ਉਦੋਂ ਇਹ ਚੀਜ਼ਾਂ ਹੈ ਨਹੀਂ ਸੀ, ਉਹਨਾਂ ਨੇ ਆਪਣੇ ਆਰਾਮ ਲਈ ਬਣਾਇਆ ਸੀ। ਅਤੇ ਜ਼ਮੀਨ ਤੋਂ 72 ਫੁੱਟ ਉੱਚਾ ਸੀ। ਜਦੋਂ ਹਵਾ ਨਾਲ ਉਹ ਪਾਣੀ ਟਕਰਾਉਂਦਾ ਸੀ ਅਤੇ ਉਹ ਜਿਵੇਂ ਆਪਾਂ ਕੂਲਰ ਨਹੀਂ ਲਾਉਂਦੇ, ਆਪਣੇ ਕੂਲਰਾਂ 'ਚ ਪਾਣੀ ਭਰਦੇ ਹਾਂ ਆਪਾਂ, ਅਤੇ ਪਾਣੀ ਮਾੜਾ ਮਾੜਾ ਸਾਨੂੰ ਸੁੱਟਦਾ, ਮਤਲਬ ਇਸ ਸਟਾਈਲ ਦਾ ਉਹਨਾਂ ਨੇ ਉਹ ਠੰਡਾ ਬੁਰਜ ਤਿਆਰ ਕੀਤਾ ਸੀ ਕਿ ਅੱਤ ਦੀ ਗਰਮੀ ਦੇ ਵਿੱਚ ਵੀ ਉੱਥੇ ਬੰਦੇ ਦਾ ਸਰੀਰ ਲੂਈ ਕੰਢੇ ਹੋ ਜਾਂਦਾ ਸੀ। ਅਤੇ ਪੋਹ ਦੀਆਂ ਰਾਤਾਂ ਵਿੱਚ ਜਿੱਥੇ ਹੈ ਹੀ ਅੱਤ ਦੀ ਠੰਡ ਹੈ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ, ਇਹਨਾਂ ਤਿੰਨਾਂ ਨੂੰ ਉਸ ਠੰਡੇ ਬੁਰਜ ਵਿੱਚ ਕੈਦ ਕੀਤਾ ਹੈ। ਹੁਣ ਮੰਨ ਲਓ AC ਲਾਉਂਦੇ ਆਪਾਂ ਗਰਮੀਆਂ 'ਚ, ਅਤੇ ਕਿਸੇ ਬੰਦੇ ਨੂੰ ਤੁਸੀਂ ਰੂਮ 'ਚ ਜਾਂ ਬਿਠਾ ਕੇ ਅਤੇ ਨਾਲ ਏਅਰ ਕੰਡੀਸ਼ਨ ਛੱਡ ਦਿਓ, AC ਲਾ ਦਿਓ, ਸੋਚ ਇਹ ਇੱਕ ਤਸੀਹਾ ਸੀ। ਅਤੇ ਹਿਸਟਰੀ ਵਿੱਚ ਲਿਖਿਆ ਮਿਲਦਾ, ਇਤਿਹਾਸ ਵਿੱਚ ਲਿਖਿਆ ਮਿਲਦਾ। ਹੁਣ ਜਦੋਂ ਵੇਖਿਆ ਤੁਸੀਂ ਠੰਡ ਵਿੱਚ, ਇੱਥੇ ਚਲੋ ਇੰਨੀ ਠੰਡ ਪੈਂਦੀ ਨਹੀਂ, ਜਦੋਂ ਠੰਡ ਜ਼ਿਆਦਾ ਹੋਵੇ ਅਤੇ ਬੁੱਲ ਨੀਲੇ ਹੋ ਗਏ ਉਹਨਾਂ ਸਾਹਿਬਜ਼ਾਦਿਆਂ ਦੇ, ਹੱਥ ਉਹਨਾਂ ਦੇ ਨੀਲੇ ਹੋ ਗਏ। ਹੁਣ ਕੁਦਰਤੀ ਗੱਲ ਹੈ, ਜਦੋਂ ਤੁਸੀਂ ਇੱਕ ਜਿੰਦੀ ਜਾਨ ਨੂੰ ਤੁਸੀਂ ਇਹਦਾ ਜੋ ਠੰਡ 'ਚ ਰੱਖੋਗੇ ਅਤੇ ਕੱਪੜਾ ਮੋਟਾ ਕੋਈ ਨਹੀਂ ਹੈ ਉਸ ਠੰਡ ਨੂੰ, ਕਿਉਂਕਿ ਜੇ ਉਹਨਾਂ ਜੇ ਕੱਪੜਾ ਹੀ ਦੇਣਾ ਹੁੰਦਾ ਫਿਰ ਤਸੀਹਾ ਕਾਹਦਾ ਸੀ? ਜੇ ਉਹਨਾਂ ਕੱਪੜਾ ਹੀ ਦੇਣਾ ਹੁੰਦਾ ਫਿਰ ਤਸੀਹਾ ਕਾਹਦਾ ਸੀ? ਉਹਨਾਂ ਸਾਹਿਬਜ਼ਾਦਿਆਂ ਨੂੰ ਜਾਨੀ ਕਿ ਈਨ ਮੰਨ ਜਾਣ, ਇਸ ਨੂੰ ਜਦੋਂ ਦਿਨ ਚੜ੍ਹੇ ਅਤੇ ਇਹ ਕਹਿਣ ਕਿ ਸਾਡੇ ਕੋਲ ਤਸੀਹਾ ਝੱਲਿਆ ਨਹੀਂ ਜਾਂਦਾ, ਜੋ ਕਹੋਗੇ ਸਾਨੂੰ ਤੁਹਾਡੀਆਂ ਸ਼ਰਤਾਂ ਮਨਜ਼ੂਰ ਨੇ। ਇੱਕ ਹੁੰਦਾ ਕਿਸੇ ਨੂੰ ਸਿੱਧਾ ਮਾਰ ਦੇਣਾ, ਗੋਲੀ ਮਾਰ ਦੇਣੀ, ਕਿਸੇ ਦੀ ਧੌਣ ਲਾ ਦੇਣੀ, ਇਹ ਹੁੰਦਾ ਇੱਕੇ ਵਾਰੀ, ਤਾਂ ਕਮ ਸੇ ਕਮ ਬੰਦਾ ਤੜਫਿਆ ਤਾਂ ਨਹੀਂ। ਪਰ ਇੱਕ ਤਸੀਹਾ ਸੀ ਕਿ ਇਹ ਮਾਨਸਿਕ ਤੌਰ 'ਤੇ ਟੌਰਚਰ ਕਰੋ, ਸਵੇਰੇ ਦਿਨ ਚੜ੍ਹੇ ਅਤੇ ਆਪੇ ਕਹਿ ਦੇਣ ਜੋ ਕਹੋਗੇ ਸਾਨੂੰ ਮਨਜ਼ੂਰ ਹੈ, ਸਾਨੂੰ ਇਹ ਤਸੀਹੇ ਨਾ ਦਿਓ। 7 ਤੇ 9 ਸਾਲ ਦੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਨਾ, ਅਤੇ ਆਪ ਜੀ ਨੂੰ ਪਤਾ ਬੱਚਿਆਂ ਨੂੰ ਵੀ ਠੰਡ ਲੱਗਦੀ ਵੱਧ ਅਤੇ ਬਜ਼ੁਰਗਾਂ ਨੂੰ ਵੀ ਠੰਡ ਵੱਧ ਲੱਗਦੀ ਹੈ।
ਅਜੇ ਨੌਜਵਾਨ ਫੇਰ ਵੀ ਥੋੜ੍ਹੀ ਬਹੁਤੀ ਸਰਦੀ ਨੂੰ ਬਰਦਾਸ਼ਤ ਕਰ ਜਾਂਦੇ ਨੇ, ਭਾਵੇਂ ਉਹ ਭੈਣਾਂ ਹੋਣ ਅਤੇ ਭਾਵੇਂ ਵੀਰ ਹੋਣ। ਪਰ ਬਜ਼ੁਰਗਾਂ ਨੂੰ ਵੀ ਤੁਸੀਂ ਆਮ ਵੇਖਦੇ ਹੋ, ਆਪਾਂ ਕਹਿੰਦੇ ਥੋੜ੍ਹਾ ਜਿਹਾ ਕੱਪੜਾ ਮੋਟਾ ਪਾ ਲਓ। ਉੱਧਰ ਮਾਤਾ ਗੁਜਰ ਕੌਰ ਹੈ, ਉੱਧਰ ਸਾਹਿਬਜ਼ਾਦੇ ਨੇ। ਮੈਂ ਸਿਰਫ ਇਹ ਗੱਲ ਤੁਹਾਡੇ ਨਾਲ ਤਾਂ ਸਾਂਝੀ ਕਰ ਰਿਹਾ, ਜਿੱਦਣ ਅਸੀਂ ਆਪਣੇ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰਦੇ ਹਾਂ, ਸਾਡੀ ਸੁਰਤ ਵਿੱਚ ਮਾਤਾ ਗੁਜਰ ਕੌਰ ਦਾ ਚਿਹਰਾ ਹੁੰਦਾ ਹੈ। ਥੋੜ੍ਹਾ ਬਹੁਤਾ ਵੀ ਧਿਆਨ ਹੁੰਦਾ ਵੀ ਅੱਜ ਮੈਂ ਆਪਣੇ ਪੋਤਰੇ ਦੀ ਬਰਾਤ ਲੈ ਕੇ ਚੱਲੀ ਹਾਂ, ਮੈਂ ਸ਼ੁਕਰਾਨਾ ਕਰਾਂ ਮਾਤਾ ਗੁਜਰ ਕੌਰ ਦਾ ਕਿ ਤੂੰ ਸਾਡੇ ਤੋਂ ਪੋਤਰੇ ਬਾਰੇ ਤਾਂ ਅਸੀਂ ਆਹ ਬਰਾਤਾਂ ਵੇਖਣ ਜੋਗੇ ਹੋਏ। ਇਤਿਹਾਸ ਤਾਂ ਤੁਸੀਂ ਹਰ ਸਾਲ ਸੁਣਦੇ ਆਉਂਦੇ ਆ, ਢਾਡੀ ਕਵੀਸ਼ਰ ਪ੍ਰਚਾਰਕ ਸੁਣਾਉਂਦੇ, ਅਸੀਂ ਸੁਣ ਕੇ ਚਲੇ ਜਾਂਦੇ, ਪਰ ਕਦੇ ਉਹਨੂੰ ਮਹਿਸੂਸ ਕਰਨਾ। ਇੱਥੇ ਤਾਂ ਮੈਂ ਪਹਿਲਾਂ ਕਹਿੰਦਾ ਇੱਥੇ ਇੰਨੀ ਠੰਡ ਪੈਂਦੀ ਨਹੀਂ, ਮਾਂ ਦੇ ਕੋਲੋਂ ਕਿਤੇ ਨਾ ਰਜਾਈ 'ਚੋਂ ਹੱਥ ਬਾਹਰ ਰਹਿ ਜੇ ਠੰਡ 'ਚ, ਤੇ ਸਵੇਰੇ ਉੱਠ ਕੇ ਦਾਦੀ ਆਪਣੀ ਨੂੰਹ ਦੀ ਕਲਾਸ ਲਾ ਦਿੰਦੀ ਹੈ ਵੀ ਤੇਰੀ ਅੱਖ ਲੱਗ ਗਈ, ਤੂੰ ਮੇਰੇ ਪੋਤਰੇ ਨੂੰ ਰਾਤ ਆ ਵੇਖ ਉਹਦੀ ਕੀ ਹਾਲਤ ਹੋ ਪਈ ਹੈ। ਉਹ ਭਾਵੇਂ ਨੂੰਹ ਗੁੱਸਾ ਹੀ ਕਰੇ, ਪਰ ਸੱਸ ਕਈ ਵਾਰੀ ਕਹਿਣ ਤੋਂ ਗੁਰੇਜ਼ ਨਹੀਂ ਕਰਦੀ ਵੀ ਤੈਨੂੰ ਐਡਾ ਨੀਂਦਰਾ ਚੜ੍ਹਿਆ ਸੀ, ਤੂੰ ਵੇਖਿਆ ਨਹੀਂ ਇਹਦੀ ਬਾਂਹ ਰਾਤ ਬਾਹਰ ਰਹਿ ਗਈ, ਲੱਤ ਬਾਹਰ ਰਹਿ ਗਈ ਰਜਾਈ 'ਚੋਂ। ਸੋਚ ਕੇ ਵੇਖੋ ਇਸ ਚੀਜ਼ ਨੂੰ ਮਹਿਸੂਸ ਕਰ। ਅੱਜ ਅਸੀਂ ਕਿੱਥੇ, ਸਾਨੂੰ 25 ਦਸੰਬਰ ਦਾ ਚੇਤਾ ਹੁੰਦਾ ਵੀ ਉਹ ਕ੍ਰਿਸਮਸ ਡੇ ਦੇ ਮੈਸੇਜ ਕਰ ਕਰਕੇ ਇੱਕ ਦੂਜੇ ਨੂੰ, ਪੰਜਾਬੀ ਵੀ, ਮੈਂ ਤਾਂ ਪਹਿਲਾਂ ਕਿਹਾ ਜਿਹਨਾਂ ਦਾ ਕਲਚਰ ਹੈ ਉਹ ਮਨਾਉਣ, ਚਲੋ ਜੇ ਉਹ ਮਨਾਉਂਦੇ ਆ, ਆਪਣਾ ਤਾਂ ਇਤਿਹਾਸ ਚੇਤਾ ਰੱਖ ਲਓ। ਮੈਂ ਅੱਜ ਸਵੇਰੇ ਉੱਠ ਕੇ ਨਾ ਇੱਕ ਵੀਰ ਫਤਿਹਗੜ੍ਹ ਸਾਹਿਬ ਗਿਆ, ਤੇ ਉਹਨੇ TV ਦਾ ਕੈਮਰਾ ਲੈ ਕੇ ਨਾ ਇੰਟਰਵਿਊ ਲਈ ਸਾਰਿਆਂ ਦੀ। ਉਹਦੇ 'ਚ ਉਹਨੇ ਨੌਜਵਾਨਾਂ ਦੇ ਅੱਗੇ ਵੀ ਮਾਈਕ ਕੀਤਾ, ਕਹਿੰਦਾ ਅੱਜ ਕਿੱਥੇ ਆਏ ਹੋ ਫਤਿਹਗੜ੍ਹ ਸਾਹਿਬ, ਕੀ ਲੈਣ ਆਏ ਜੇ? ਕਹਿੰਦੇ ਮੇਲਾ ਹੈ। ਉਹਨੇ 15-20 ਜਾਣਿਆਂ ਦੀ ਇੰਟਰਵਿਊ ਲਈ, ਜਿਹ 'ਚੋਂ ਨੌਜਵਾਨਾਂ ਦੀ ਇੰਟਰਵਿਊ ਲਈ, ਤੇ ਮਾਵਾਂ ਨੂੰ ਵੀ ਪੁੱਛਿਆ ਕਿ ਸਾਨੂੰ 4 ਸਾਹਿਬਜ਼ਾਦਿਆਂ ਦੇ ਨਾਮ ਸੁਣਾ ਦਿਓ। ਇੱਥੇ ਕਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਜਿਹਨਾਂ ਦਾ ਦਿਨ ਮਨਾ ਰਹੇ ਹੋ? ਇੱਕ ਨੇ ਕਿਹਾ ਜੀ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ। ਕਹਿੰਦੇ ਉਹ ਤੇ ਵੱਡੇ ਸੀ। ਕਹਿੰਦੇ ਛੋਟਿਆਂ ਦਾ ਦੱਸ ਦਿਓ। ਕਹਿੰਦੇ ਉਹ ਸਾਨੂੰ ਪਤਾ ਨਹੀਂ। ਇੱਕ ਨੌਜਵਾਨ ਨੂੰ ਪੁੱਛਿਆ ਹੋਰ ਹੀ ਕੋਈ ਨਾਂ ਲਈ ਜਾਵੇ। ਸਾਨੂੰ ਗੁਰਦੁਆਰੇ ਲੰਗਰ ਕਿੱਦਾਂ ਚੇਤਾ ਰਹਿ ਜਾਂਦਾ ਹੈ ਵੀ ਪਿਛਲੇ ਸਾਲ ਕਿਹੜਾ ਬਣਾਇਆ ਸੀ, ਦਾਲ ਕਿੱਦਾਂ ਦੀ ਬਣਾਈ ਸੀ, ਸਾਡੇ ਵੇਲੇ ਪ੍ਰਸ਼ਾਦੇ ਮੁੱਕ ਗਏ ਸੀ। ਜਾਨੀ ਕਿ ਸਾਡੀ ਮੈਮਰੀ ਹੈ, ਅਸੀਂ ਮੈਟਰ ਗਲਤ ਸੇਵ ਕਰ ਲਿਆ। ਜਿਹੜਾ ਕਹੂਗਾ ਮੇਰੀ ਕਈ ਕਹਿਣਗੇ ਸਾਡਾ ਕਿੱਥੇ ਚੇਤਾ ਹੈ, ਇੱਦਾਂ ਕਹਿੰਦੇ ਨਾ ਆਪਾਂ, ਚੇਤਾ ਹਰ ਬੰਦੇ ਦਾ ਬਹੁਤ ਹੈ। ਅਸੀਂ ਵਿਆਹਾਂ ਸ਼ਾਦੀਆਂ ਦੇ ਸੂਟ ਇੱਕ ਦੂਜੇ ਨੂੰ ਦਿੰਦੇ ਹਾਂ ਤੇ ਲੈਂਦੇ ਹਾਂ। ਸਾਡੇ ਘਰ ਕੋਈ 5-7 ਸਾਲਾਂ ਬਾਅਦ ਵੀ ਸਾਡਾ ਭੇਜਿਆ ਹੋਇਆ ਸੂਟ ਹੀ ਘੁਮਾ ਕੇ ਸਾਨੂੰ ਦੇ ਜਾਏ ਨਾ, ਬੀਬੀਆਂ ਝੱਟ ਪਛਾਣ ਜਾਂਦੀਆਂ ਵੀ ਇਹ ਤੇ ਆਪਾਂ ਲਿਆ ਕੇ ਫਲਾਣੇ ਨੂੰ ਲਾਇਆ ਸੀ। ਭੈਣੋ ਦੱਸਿਓ, ਇਮਾਨਦਾਰ ਨਾਲ ਜਵਾਬ ਦਿਓ, 7 ਸਾਲਾਂ ਦਾ ਲਿਆਂਦਾ ਸੂਟ ਤੁਹਾਨੂੰ ਕਿੱਦਾਂ ਚੇਤਾ ਰਹਿ ਗਿਆ? ਤੇ ਗੁਰਦੁਆਰਿਓਂ ਆਇਆ ਮੁੱਖ ਵਾਕ ਘਰ ਤੱਕ ਨਹੀਂ ਗਿਆ। ਘਰ ਤੱਕ ਬਹੁਤ ਦੂਰ ਦੀ ਗੱਲ ਹੈ, ਪੌੜੀਆਂ ਚੜ੍ਹਦੇ ਹਾਂ ਪੌੜੀਆਂ ਉਤਰਦੇ ਹਾਂ ਸਾਨੂੰ ਚੀਜ਼ਾਂ ਭੁੱਲ ਜਾਂਦੀਆਂ ਨੇ। ਕਿਉਂਕਿ ਵਾਸਤਵ ਵਿੱਚ ਗੱਲ ਇਹ ਆ, ਅਸੀਂ ਗੁਰਦੁਆਰੇ ਸਿੱਖਣ ਆਉਂਦੇ ਹੀ ਨਹੀਂ। ਅਸੀਂ ਇਹ ਧਿਆਨ ਇੱਕ ਦਿਨ ਮੈਨੂੰ ਇੱਕ ਵੀਰ ਕਹਿੰਦਾ ਜੀ ਸਾਨੂੰ ਸਾਹਿਬਜ਼ਾਦਿਆਂ ਦੇ ਇਤਿਹਾਸ ਬਾਰੇ ਨਹੀਂ ਪਤਾ, ਉਹ ਕੀ ਹੋਇਆ? ਮੈਂ ਕਿਹਾ ਇਤਿਹਾਸ ਤਾਂ ਬਹੁਤ ਵੱਡੀ ਗੱਲ ਹੈ। ਲੜੀਵਾਰ ਨਾਂ ਪੁੱਛ ਲਓ, ਅੱਧਿਆਂ ਨੂੰ ਨਾਂ ਨਹੀਂ ਪਤਾ ਹੋਣਾ। ਦੱਸ ਦਿਓ ਭੈਣੋ, ਸੱਚਾਈ ਹੈ। ਇਹਦਾ ਪੁੱਛੋ ਜੀ ਵੱਡੇ ਸਾਹਿਬਜ਼ਾਦੇ ਦਾ ਕੀ ਨਾਮ ਸੀ, ਉਹ ਤੋਂ ਛੋਟੇ ਦਾ ਕੀ ਨਾਮ ਸੀ, ਉਹ ਤੋਂ ਛੋਟੇ ਦਾ ਕੀ ਨਾਮ ਸੀ, ਉਹ ਤੋਂ ਛੋਟੇ ਦਾ ਕੀ ਨਾਮ ਸੀ? ਅੱਛਾ ਫਿਰ ਉਹਨਾਂ ਦੀ ਉਮਰ ਕਿੰਨੀ ਸੀ? ਸਾਨੂੰ ਆਪਣੇ ਬੱਚਿਆਂ ਬਾਰੇ ਪਤਾ ਹੈ, ਗੁਰੂ ਦੇ ਸਾਹਿਬਜ਼ਾਦਿਆਂ ਬਾਰੇ ਪਤਾ ਨਹੀਂ। ਤੇ ਫਿਰ ਅਸੀਂ ਕੀ ਆਨੇ ਆ? ਗੁਰੂ ਗੋਬਿੰਦ ਸਿੰਘ ਜੀ ਸਾਡੇ ਆ। ਚਲੋ ਹੋਰ ਸੌਖੀ ਐਗਜ਼ਾਮਪਲ ਦੇਣਾ। ਮਨੁੱਖ ਦੇ ਦਾਦੇ ਨੇ ਜ਼ਮੀਨ ਖਰੀਦੀ ਹੋਵੇ, ਕੋਈ ਦੁਕਾਨਾਂ ਖਰੀਦੀਆਂ ਹੋਣ, ਤੇ ਬੰਦਾ ਵਿਦੇਸ਼ ਗਿਆ ਹੋਵੇ। ਵਿਦੇਸ਼ ਵੀ ਛੱਡੋ, ਇੱਥੇ ਤੁਸੀਂ ਜਿੰਨੇ ਵੀ ਰਹਿੰਦੇ ਹੋ, ਬਹੁਤਿਆਂ ਦੀਆਂ ਜ਼ਮੀਨਾਂ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਜਿੱਥੇ ਵੀ ਤੁਸੀਂ ਆਏ ਹੋਗੇ ਹੋਣਗੀਆਂ। ਬੰਦਾ ਆਪਣੇ ਜਿਉਂਦੇ ਜੀ ਆਪਣੇ ਬੱਚਿਆਂ ਨੂੰ ਦੱਸਦਾ ਜ਼ਰੂਰ ਹੈ ਵੀ ਆਪਣੀ ਇੰਨੇ ਕਿੱਲੇ ਜ਼ਮੀਨ ਹੈ, ਇੰਨੀਆਂ ਦੁਕਾਨਾਂ ਨੇ, ਇੰਨੇ ਪਲਾਟ। ਦੱਸਦਾ ਕਿ ਨਹੀਂ ਦੱਸਦਾ ਜੀ? ਅਗਲੇ ਨੂੰ ਪਤਾ ਵੀ ਜੇ ਨਾ ਦੱਸਿਆ ਮੈਂ ਚੜ੍ਹਾਈ ਕਰ ਗਿਆ, ਮਗਰੋਂ ਮੇਰੇ ਜਵਾਕਾਂ ਨੂੰ ਤੇ ਪਤਾ ਲੱਗਣਾ ਹੀ ਨਹੀਂ ਵੀ ਸਾਡੀ ਜ਼ਮੀਨ ਕਿਹੜੀ ਹੈ। ਅਤੇ ਉਹ ਕੋਸ਼ਿਸ਼ ਕਰਦਾ ਵੀ ਆਪਣੇ ਜਿਉਂਦੇ ਜੀ ਨਿਆਣਿਆਂ ਨੂੰ ਇੱਕ ਵਾਰੀ ਜ਼ਮੀਨਾਂ ਵਿਖਾ ਕੇ ਲਿਆਵਾਂ ਵੀ ਤੁਹਾਡੀ ਇੱਥੇ ਇੰਨੀਆਂ ਜ਼ਮੀਨਾਂ ਹੈ, ਆਹ ਤੁਹਾਡੀ ਬੰਬੀ ਹੈ, ਆਹ ਤੁਹਾਡਾ ਪਲਾਟ ਹੈ। ਪਤਾ ਕਿਉਂ ਵਿਖਾਉਂਦਾ ਹੈ? ਉਹ ਇਸ ਕਰਕੇ ਵਿਖਾਉਂਦਾ ਹੈ ਵੀ ਜੇ ਮੈਂ ਮਰ ਗਿਆ, ਉਹ ਤਾਂ ਸਰੀਕਾਂ ਪਤਾ ਨਹੀਂ ਪੈਰ ਲੱਗਣ ਦੇਣੇ ਕਿ ਨਹੀਂ ਲੱਗਣ ਦੇਣੇ। ਮੁੜ ਕੇ ਹੋ ਸਕਦਾ ਜਿਹੜੀ ਪੈਲੀ 'ਚ ਉਹ
ਕਰਲਾਠੀ ਪੈਲੀ, ਕਲਰ ਵਾਲੀ ਪੈਲੀ ਉਹ ਸਾਡੇ ਮੱਥੇ ਮੜ ਦੇਣ ਤੇ ਆਪ ਮੋਟੀ ਮਲ ਲੈਣ। ਨਿਆਣਿਆਂ ਨੂੰ ਤਾਂ ਪਤਾ ਹੀ ਨਹੀਂ। ਜਦੋਂ ਨਿਆਣਿਆਂ ਨੂੰ ਆਪ ਨਹੀਂ ਵਿਖਾਈ ਹੋਏਗੀ, ਤੁਹਾਡੀਆਂ ਅੱਖਾਂ ਬੰਦ ਹੋਣ ਦੀ ਦੇਰ ਆ। ਅੱਜ ਕੱਲ੍ਹ ਤਾਂ ਬੰਦਾ ਤਹਿਸੀਲੇ ਜਾ ਕੇ ਜੋ ਮਰਜ਼ੀ ਕਰ ਸਕਦਾ। ਇੱਥੇ ਪਟਵਾਰੀ, ਕਾਨੂੰਗੋ, ਤਹਿਸੀਲਦਾਰ, ਅਦਾਲਤਾਂ ਖਰੀਦੀਆਂ ਜਾਂਦੀਆਂ ਨੇ, ਜੱਜ ਖਰੀਦੇ ਜਾਂਦੇ ਨੇ। ਇਹ ਚੀਜ਼ਾਂ ਕੋਈ ਬਹੁਤ ਵੱਡੀਆਂ ਨਹੀਂ ਹੈਗੀਆਂ। ਕਾਨੂੰਨ ਇੱਧਰ ਉੱਧਰ ਸਭ ਕੁਝ ਕੀਤਾ ਜਾਂਦਾ। ਬੰਦਾ ਜਿਉਂਦੇ ਜੀ ਆਪਣਾ ਸਭ ਕੁਝ ਨਿਆਣਿਆਂ ਨੂੰ, ਜਵਾਕਾਂ ਨੂੰ, ਨੂੰਹਾਂ ਤੱਕ ਦੱਸਦਾ ਹੈ, ਕਿਉਂਕਿ ਉਹ ਕਹਿੰਦਾ ਇਹ ਜਾਇਦਾਦ ਸਾਡਿਆਂ ਦਾਦਿਆਂ ਪੜਦਾਦਿਆਂ ਦੀ ਹੈ। ਹੁਣ ਥੋੜ੍ਹਾ ਜਿਹਾ ਧਿਆਨ ਇੱਧਰ ਦਿਓ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਇਹ ਖਜ਼ਾਨਾ ਸਾਡੇ ਪਿਓ ਦਾਦੇ ਦਾ ਹੈ। ਪਿਓ ਕੌਣ ਸੀ? ਗੁਰੂ ਨਾਨਕ ਸਾਹਿਬ। ਦਾਦਾ ਕੌਣ ਸੀ? ਗੁਰੂ ਨਾਨਕ ਸਾਹਿਬ। ਪਿਓ ਕੌਣ ਸੀ? ਹੁਣ ਇੱਦਾਂ ਇਹਨੂੰ ਸਮਝੋ। ਗੁਰੂ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਕਹਿੰਦੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਮੇਰੇ ਦਾਦੇ ਪਿਓ ਦਾ ਖਜ਼ਾਨਾ, ਇਹਨੂੰ ਮੈਂ ਇੱਦਾਂ ਖੋਲ੍ਹਿਆ ਵਾ। ਖੋਲ੍ਹਿਆ। ਹੁਣ ਸੌਖੀ ਗੱਲ, ਜਿਹਨੇ ਆਪਣੀ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹ ਕੇ ਵੇਖਿਆ, ਆਪ ਮੰਨ ਲਓ ਆਪਣੇ 'ਚੋਂ 5 ਨੇ ਪੜ੍ਹਿਆ, 10 ਨੇ ਪੜ੍ਹਿਆ, ਬਾਕੀਆਂ ਨੇ ਨਹੀਂ ਪੜ੍ਹਿਆ, ਅਤੇ ਕੱਲ੍ਹ ਨੂੰ ਕੋਈ ਇੱਦਾਂ ਦਾ ਗ੍ਰੰਥ ਲਿਆ ਕੇ ਗੁਰਦੁਆਰੇ ਰੱਖ ਦੇਵੇ, ਇਹਦੇ 'ਤੇ ਰਮਾਲਾ ਵੀ ਉੱਦਾਂ ਦਾ ਪਾ ਦੇ, ਚੌਰ ਵੀ ਉੱਦਾਂ ਹੀ ਕਰੇ, ਅਤੇ ਉਹ ਕਹੇ ਜੀ ਤੁਹਾਡਾ ਗੁਰੂ ਇਹ ਆ। ਆਪਾਂ ਤਾਂ ਮੰਨ ਹੀ ਲੈਣਾ, ਕਿਉਂਕਿ ਆਪਾਂ ਨੂੰ ਤਾਂ ਪਤਾ ਹੀ ਕੋਈ ਨਹੀਂ। ਆਪਾਂ ਤਾਂ ਖੋਲ੍ਹ ਕੇ ਵੇਖਿਆ ਨਹੀਂ ਸੀ ਕਦੀ ਵਿੱਚ ਲਿਖਿਆ ਕੀ। ਜਿਵੇਂ ਜਵਾਕਾਂ ਨੂੰ ਕੋਈ ਕਹੇ ਜੀ ਤੁਹਾਡਾ ਪਲਾਟ ਇਹ ਨਹੀਂ, ਤੁਹਾਡਾ ਪਲਾਟ ਤੇ ਉਹ ਆ, ਜਵਾਕਾਂ ਨੇ ਤਾਂ ਮੰਨਣਾ ਹੀ ਆ, ਕਿਉਂਕਿ ਪਿਓ ਨੇ ਤਾਂ ਵਿਖਾਇਆ ਨਹੀਂ ਜਿਉਂਦੇ ਜੀ ਵੀ ਪਲਾਟ ਤੁਹਾਡਾ ਇੱਥੇ ਸੀ। ਪਿਓ ਨੇ ਤਾਂ ਜਿੰਦੇ ਜੀ ਦੱਸਿਆ ਨਹੀਂ ਸੀ ਵੀ ਤੁਹਾਡੀਆਂ ਬੰਬੀਆਂ ਕਿੰਨੀਆਂ, ਤੁਹਾਡੇ ਟਿਊਬਵੈੱਲ ਕਿੰਨੇ ਨੇ, ਤੁਹਾਡੇ ਖੇਤ ਕਿੰਨੇ ਆ। ਉਹ ਤਾਂ ਜੋ ਉਹਨਾਂ ਨੂੰ ਜਦੋਂ ਪਿਤਾ ਦੇ ਚੜ੍ਹਾਈ, ਦਾਦੇ ਦੇ ਚੜ੍ਹਾਈ ਕਰਨ ਤੋਂ ਬਾਅਦ ਨਿਆਣੇ ਜਦੋਂ ਪਹਿਲੀ ਵਾਰ ਪਿੰਡ ਜਾਣਗੇ, ਉਹ ਕਹਿਣਗੇ ਜੀ ਸਾਡੀ ਜ਼ਮੀਨ ਕਿਹੜੀ ਆ। ਜੇ ਤਾਂ ਸ਼ਰੀਕ ਹੋਏ ਇਮਾਨਦਾਰ, ਉਹ ਦੱਸ ਦੇਣਗੇ ਇਮਾਨਦਾਰੀ ਨਾਲ, ਅਤੇ ਜੇ ਅੰਦਰ ਹੋਈ ਬੇਈਮਾਨੀ, ਉਹ ਕਹਿਣਗੇ ਹੁਣ ਇਹਨਾਂ ਨੂੰ ਪਤਾ ਪੁਤਾ ਕੱਖ ਨਹੀਂ, ਇਹਨਾਂ ਨੂੰ ਜ਼ਮੀਨ ਉਹ ਦੱਸੋ ਜੇ ਤੇ ਪਾਣੀ ਖਲੋਂਦਾ ਹੀ ਨਹੀਂ। ਉਹ ਬੋਲੋ ਭਾਈ ਪਲਾਟ ਉਹ ਦਿਓ ਜਿਹੜੇ ਪਲਾਟ ਦਾ ਰੇਟ ਘੱਟ ਆ, ਵਿੱਚੋਂ ਇੱਕ ਬੋਲੂ ਨਾ ਤੇ ਉਹ ਆ, ਇਹਨਾਂ ਨੂੰ ਕਿਹੜਾ ਪਤਾ ਲੱਗਣਾ ਕਿੰਨੇ ਦਾ ਪਲਾਟ ਹੈ। 40 ਲੱਖ ਦਾ, 50 ਦਾ, 2 ਲੱਖ ਸੁੱਟੋ ਕਚਹਿਰੀ, 5 ਲੱਖ ਸੁੱਟੋ, ਅਤੇ ਇੱਧਰ ਉੱਧਰ ਕਰ ਲਓ। ਇਮਾਨਦਾਰੀ ਨਾਲ ਜਵਾਬ ਦਿਓ। ਇੱਦਾਂ ਦੇ ਧੋਖੇ ਹੁੰਦੇ ਆ ਕਿ ਨਹੀਂ ਹੁੰਦੇ ਜੀ? ਉੱਚੀ ਬੋਲੋ ਪਿਆਰਿਓ, ਇਹਦਾ ਹੀ ਜਵਾਬ ਦੇ ਦਿਓ। ਇਹ ਕਿਹੜਾ ਮੈਂ ਅਰਥ ਪੁੱਛ ਰਿਹਾ, ਇਹਦਾ ਤਾਂ ਸੁੱਖ ਨਾਲ ਸਾਨੂੰ ਜ਼ਿਆਦਾ ਪਤਾ। ਹੁੰਦੇ ਆ ਕਿ ਨਹੀਂ ਹੁੰਦੇ ਜੀ? 1 ਸਾਲ ਕਿਸੇ ਦੀ ਕੋਠੀ 'ਚ ਰਹਿ ਜਾਏ ਤੇ ਬੰਦਾ ਚਾਹੁੰਦਾ ਵੀ ਇੱਕ ਵਾਰੀ ਕਿਰਾਏਦਾਰ ਬਦਲੋ, ਨਹੀਂ ਤੇ ਇਹਨੇ ਦਾਅਵਾ ਕਰ ਦੇਣਾ ਵੀ ਮੈਂ ਹੀ ਇਸ ਕੋਠੀ ਦਾ ਮਾਲਕ ਹਾਂ, ਆ ਕਿੰਨੇ ਸਾਲ ਮੈਨੂੰ ਬਿੱਲ ਤਾਰਦਿਆਂ ਹੋ ਗਏ। ਇਹ ਮੈਂ ਐਗਜ਼ਾਮਪਲਾਂ ਬਾਣੀ ਸਮਝਾਉਣ ਲਈ ਦੇ ਰਿਹਾ ਕਿ ਜੇ ਸਾਨੂੰ ਜਾਇਦਾਦਾਂ ਬਾਰੇ ਇੰਨਾ ਫਿਕਰ ਵਾ, ਉਹ ਦੱਸ ਕੇ ਮਰਦੇ ਆ ਨਿਆਣਿਆਂ ਨੂੰ, ਤੇ ਕਮ ਸੇ ਕਮ ਇੰਨੀ ਇਮਾਨਦਾਰੀ ਰੱਖ ਲਈਏ ਕਿ ਸਾਡੇ ਚੜ੍ਹਾਈ ਕਰਨ ਤੋਂ ਪਹਿਲਾਂ ਮੇਰੇ ਬੱਚਿਆਂ ਨੂੰ ਇਹ ਪਤਾ ਲੱਗੇ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕੀ ਹੈ, ਅਤੇ ਗੁਰੂ ਗ੍ਰੰਥ ਸਾਹਿਬ ਹੈ ਕੀ ਆ। ਅਤੇ ਜੇ ਨਹੀਂ ਪਤਾ ਹੋਏਗਾ, ਬੋਲੋ ਜੀ, ਫਿਰ ਕੋਈ ਇੱਦਾਂ ਦਾ ਗ੍ਰੰਥ ਮੋਟਾ ਹੋਰ ਰੱਖ ਕੇ। ਹੋਇਆ ਸੀ ਨਾ ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ ਨਾਲ ਹੋਇਆ, ਭਾਈ ਮਨਿੰਦਰ ਸਿੰਘ ਸ੍ਰੀਨਗਰ ਵਾਲੇ ਨਾਲ ਹੋਇਆ। ਉਹ ਕਿਸੇ ਸਮਾਗਮ 'ਤੇ ਚਲੇ ਗਏ, ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਸੀ, ਤੋ ਪਹਿਲੇ ਰਾਗੀ ਨੇ ਵੀ ਕੀਰਤਨ ਕੀਤਾ, ਇਹਨਾਂ ਨੇ ਵੀ ਜਾ ਕੇ ਉੱਦਾਂ ਹੀ ਕੀਰਤਨ ਕਰ ਦਿੱਤਾ। ਹੁਣ ਮੰਨ ਲਓ ਉਹਨਾਂ ਨੇ ਕੀਰਤਨ ਸ਼ੁਰੂ ਕਰਤਾ, ਜਦੋਂ ਉਹਨਾਂ ਨੇ ਆਨੰਦ ਸਾਹਿਬ ਪੜ੍ਹਿਆ, ਸਮਾਪਤੀ ਹੋਈ, ਆਨੰਦ ਸਾਹਿਬ ਪੜ੍ਹਿਆ, ਅਰਦਾਸ ਵੀ ਹੋ ਗਈ, ਜਦੋਂ ਮੁੱਖ ਵਾਕ ਲਿਆ ਤੇ ਪਤਾ ਲੱਗਾ ਵੀ ਇਹ ਤੇ ਗੁਰੂ ਗ੍ਰੰਥ ਸਾਹਿਬ ਹੈ ਹੀ ਨਹੀਂ। ਉਹਨਾਂ ਨੇ ਫਿਰ ਵੀਡੀਓ ਬਣਾ ਕੇ ਪਾਈ ਘਰ ਆਣ ਕੇ, ਕਹਿੰਦੇ ਵੀ ਸ਼ੁਕਰ ਹੈ ਵੀ ਮੈਂ ਦੀਵਾਨ ਦੀ ਸਮਾਪਤੀ ਤੱਕ ਬੈਠਾ ਰਿਹਾ ਤੇ ਮੇਰੇ ਹੁੰਦਿਆਂ ਇਹ ਮੁੱਖ ਵਾਕ ਲਿਆ ਗਿਆ ਤੇ ਪਤਾ ਲੱਗਾ ਤੇ ਗੁਰੂ ਗ੍ਰੰਥ ਸਾਹਿਬ ਹੈ ਹੀ ਨਹੀਂ। ਕਹਿੰਦੇ ਪਰ ਜੇ ਮੰਨ ਲਓ ਮੈਂ ਉੱਥੋਂ ਆ ਜਾਂਦਾ ਤੇ ਬਾਕੀਆਂ ਨੇ ਕਹਿਣਾ ਸੀ ਸ਼ਾਇਦ ਇਹ ਵੀ ਗੁਰੂ ਗ੍ਰੰਥ ਸਾਹਿਬ ਹੀ ਆ। ਮੈਂ ਸਿਰਫ ਇਹ ਦੱਸਣਾ ਚਾਹੁੰਦਾ ਅਸੀਂ ਤਰੱਕੀ ਕਿੰਨੀ ਕਰ ਗਏ। ਮੋਬਾਈਲ ਨਵਾਂ ਮਗਰੋਂ ਆਉਂਦਾ ਅਤੇ ਲੈਣ ਦੀ ਕੋਸ਼ਿਸ਼, ਬੋਲੋ ਸਾਰੇ, ਪਹਿਲਾਂ ਕਰਦੇ ਹਾਂ। ਕੱਪੜਿਆਂ ਬਾਰੇ ਪਤਾ ਨਾ, 5 ਦਿਨਾਂ ਬਾਅਦ ਡਿਜ਼ਾਈਨ ਬਦਲ ਜਾਂਦਾ ਕੱਪੜਿਆਂ ਦੇ, ਫੈਸ਼ਨ ਬਦਲਦੇ ਆ ਕਿ ਨਹੀਂ ਬਦਲਦੇ? ਬੋਲੋ ਭਾਈ, ਸਾਨੂੰ ਇਹਨਾਂ ਕੰਮਾਂ ਬਾਰੇ ਪਤਾ ਹੈ। ਅਜੇ ਵੀ ਡੁੱਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਾ। ਕਮ ਸੇ ਕਮ ਆਪਣੀ ਹਿਸਟਰੀ, ਆਪਣੀ ਕੌਮ ਬਾਰੇ, ਉਹ ਜਿਸ ਮਾਂ ਨੇ ਆਪਣੇ ਪੋਤਰੇ ਸਾਡੇ ਤੋਂ ਵਾਰ ਦਿੱਤੇ,
ਕਿਸੇ ਨੇ 150 200 400 रुपया ਦਿੱਤਾ ਹੋਵੇ ਤੇ ਬੰਦਾ ਸਾਰੀ ਜ਼ਿੰਦਗੀ ਉਹਦਾ ਅਹਿਸਾਨ ਨਹੀਂ ਭੁੱਲਦਾ, ਸਾਰੀ ਜ਼ਿੰਦਗੀ ਉਹਦਾ ਅਹਿਸਾਨ ਨਹੀਂ ਭੁੱਲਦਾ। ਜਿਸ ਮਾਂ ਨੇ ਆਪਣੇ ਪੋਤਰੇ ਵਾਰ ਦਿੱਤੇ ਸਾਡੇ ਤੋਂ ਸਭ ਕੁਝ ਕੁਰਬਾਨ ਕਰ ਦਿੱਤਾ। ਠੰਡੇ ਬੁਰਜ ਵਿੱਚ ਵੀ ਮਾਂ ਆਪਣੀ ਛਾਤੀ ਨਾਲ ਲਾ ਕੇ ਉਹਨਾਂ ਸਾਹਿਬਜ਼ਾਦੇ ਨੂੰ ਨਿੱਘ ਦਿੰਦੀ ਰਹੀ ਤੇ ਆਪਣੀਆਂ ਦਾਦਿਆਂ ਪੜਦਾਦਿਆਂ ਦੀਆਂ ਕਹਾਣੀਆਂ ਸੁਣਾਉਂਦੀ ਰਹੀ। ਗੁਰੂ ਹਰਗੋਬਿੰਦ ਪਾਤਸ਼ਾਹ ਦੀ ਹਿਸਟਰੀ ਸੁਣਾਈ, ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਸੁਣਾਇਆ ਕਿ ਸਾਹਿਬਜ਼ਾਦਿਓ ਪਤਾ ਤੁਸੀਂ ਕਿਸ ਦਾਦੇ ਦੇ ਪੋਤਰੇ ਹੋ। ਜਦੋਂ ਬੱਚਾ ਗਲਤ ਰਸਤੇ ਪੈਣ ਲੱਗੇ ਨਾ, ਮਾਂ ਕੋਲ ਇੱਕੋ ਦਲੀਲ ਹੁੰਦੀ ਹੈ, ਦਾਦਿਆਂ ਪੜਦਾਦਿਆਂ ਦੀ ਹਿਸਟਰੀ ਸੁਣਾਉਣੀ। ਤੇ ਉਦੋਂ ਬੱਚਾ ਗਲਤ ਰਸਤੇ ਪੈਣ ਲੱਗਾ, ਜਿਹੜਾ ਡੋਲਦਾ ਨਾ, ਉਹ ਫਿਰ ਦਾਦਿਆਂ ਪੜਦਾਦਿਆਂ ਦੀਆਂ ਗੱਲਾਂ ਸੁਣ ਕੇ ਫਿਰ ਸਿੱਧੇ ਲੈਣ 'ਤੇ ਪੈਂਦਾ ਇੱਦਾਂ ਵੀ ਨਹੀਂ ਮੇਰੀ ਮਾਂ ਨੇ ਆਹ ਗੱਲ ਕਹੀ। ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਗੱਲ ਸੁਣਾਈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੱਲ ਸੁਣਾਈ, ਸਾਹਿਬਜ਼ਾਦਿਆਂ ਨੂੰ ਉਹ 'ਚੋਂ ਐਨਰਜੀ ਮਿਲੀ, ਉਹ 'ਚੋਂ ਤਾਕਤ ਮਿਲੀ। ਰਾਤ ਠੰਡ ਵਿੱਚ ਕੱਟੀ ਹੈ। ਸਵੇਰੇ ਦਾਦੀ ਮਾਂ ਨੇ ਉਹਨਾਂ ਨੂੰ, ਜਦੋਂ ਸਵੇਰੇ ਸਿਪਾਹੀ ਲੈਣ ਆਏ, ਉਹਨਾਂ ਨੂੰ ਤੋਰਿਆ ਸਿਪਾਹੀਆਂ ਦੇ ਨਾਲ। 7 ਦਿਨ ਕੀ ਅਪਰਾਧ ਹੈ ਉਹਨਾਂ ਦਾ, ਜ਼ੁਲਮ ਕੀ ਉਹਨਾਂ ਦਾ, ਉਹ 7 ਤੇ 9 ਸਾਲ ਦਾ ਉਹਨਾਂ ਨੇ ਕੀਤਾ ਕੀ ਹੈ? ਸਿਰਫ ਇਹੋ ਹੀ ਹੈ ਕਿ ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਦਾਦਾ ਜੀ, ਉਹਨਾਂ ਦੇ ਪੜਦਾਦਾ ਜੀ ਆਮ ਲੋਕਾਂ ਦੇ ਹੱਕ ਵਿੱਚ ਖਲੋਤੇ ਨੇ। ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ, ਮੈਂ ਆ ਸਮੇਂ ਦੇ ਹਾਕਮਾਂ ਨੂੰ ਕਹਿਣਾ, ਇੱਕ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੂਰੇ ਜੀਵਨ ਕਾਲ 'ਚੋਂ ਇੱਕ ਐਸਾ ਕੰਮ ਲੱਭ ਦਿਓ ਜਿਹੜਾ ਸਮਾਜ ਦੇ ਨੁਕਸਾਨ ਕਰਨ ਵਾਲਾ ਹੋਵੇ। ਆਮ ਆਪਾਂ ਕਹਿੰਦੇ ਫਲਾਣੇ ਬੰਦੇ ਨੂੰ ਆਹ ਸਜ਼ਾ ਕਿਉਂ ਮਿਲੀ, ਉਹਨੇ ਨੁਕਸਾਨ ਕੀਤਾ ਸੀ। ਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਕੋਈ ਦੁਨੀਆ ਦਾ ਬੰਦਾ ਇੱਕ ਨੁਕਸਾਨ ਦੱਸੇ ਗੁਰੂ ਪੰਜਵੇਂ ਪਾਤਸ਼ਾਹ ਦਾ ਕਿ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਸਮਾਜ ਦਾ ਆਹ ਨੁਕਸਾਨ ਕੀਤਾ ਸੀ, ਇਸ ਕਰਕੇ ਤੱਤੀ ਤਵੀ ਤੇ ਬਿਠਾਉਣਾ ਪਿਆ। ਕੋਈ ਇੱਕ ਨੁਕਸਾਨ ਦੱਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਿ ਉਹਨਾਂ ਨੇ ਫਲਾਣੇ ਥਾਂ ਤੇ ਆਹ ਨੁਕਸਾਨ ਕੀਤਾ ਸੀ, ਇਸ ਕਰਕੇ ਉਹਨਾਂ ਨੂੰ ਆਹ ਗੁਨਾਹ ਦੀ ਸਜ਼ਾ ਮਿਲੀ ਹੈ। ਉਹ ਤਾਂ ਭਲਾ ਕਰ ਰਹੇ ਸੀ, ਉਹ ਤਾਂ ਪਰਉਪਕਾਰ ਕਰ ਰਹੇ ਸੀ, ਉਹ ਤਾਂ ਲੋਕਾਂ ਦੇ ਨਾਲ ਪਿਆਰ ਵੰਡ ਰਿਹਾ ਸੀ। ਆਮ ਦੱਬੇ ਕੁਚਲੇ ਲੋਕਾਂ ਨੂੰ ਗੁਰੂ ਸਾਹਿਬ ਨੇ ਤਾਂ ਉਠਾਇਆ, ਪਿਆਰ ਵੰਡਿਆ, ਗੁਰੂ ਸਾਹਿਬ ਜੀ ਨੇ ਮੁਹੱਬਤ ਵੰਡੀ ਸਾਰਿਆਂ ਨਾਲ। ਪਰ ਇਹ ਤੋਂ ਪਤਾ ਲੱਗਦਾ ਸਮੇਂ ਦੀਆਂ ਜ਼ਾਲਮ ਸਰਕਾਰਾਂ ਨੂੰ ਇਮਾਨਦਾਰੀ ਦੇ ਰਸਤੇ 'ਤੇ ਤੁਰਨ ਵਾਲੇ ਵਿਅਕਤੀ ਕਦੀ ਵੀ ਪਸੰਦ ਨਹੀਂ ਹੋਏ। ਕਦੀ ਤੁਹਾਡੇ ਵਿੱਚੋਂ ਕੋਈ ਸਰਕਾਰੀ ਜੌਬ ਕਰਨ ਵਾਲਾ ਵੀਰ ਬੈਠਾ ਹੋਵੇ, ਕੋਈ ਮੇਰੀ ਭੈਣ ਟੀਚਰ ਬੈਠੀ ਹੋਵੇ, ਤੁਸੀਂ ਸਕੂਲ ਵਿੱਚ ਪੜ੍ਹਾਉਣ ਜਾਂਦੇ ਹੋ, ਜੇ ਤੁਸੀਂ ਇਮਾਨਦਾਰੀ ਨਾਲ ਸਕੂਲ 'ਚ ਪੜ੍ਹਾਉਂਦੇ ਹੋ, ਪੂਰੀ ਮਨ ਨਾਲ ਤਨ ਨਾਲ ਪੜ੍ਹਾਉਂਦੇ ਹੋ, ਜੇ ਉੱਥੇ ਟੀਚਰ ਟਾਈਮ ਪਾਸ ਕਰਨ ਵਾਲੇ ਜਿਹੜੇ ਆਪ ਨਹੀਂ ਪੜ੍ਹਾਉਂਦੇ, ਤੁਸੀਂ ਉਹਨਾਂ ਦੀਆਂ ਅੱਖਾਂ 'ਚ ਰੜਕੋਗੇ। ਕਿਉਂ ਭਲਾ? ਕਿਉਂਕਿ ਤੁਹਾਡੀ ਪੜ੍ਹਾਈ ਨਾਲ ਉਹ ਥੋੜ੍ਹੇ ਜਿਹੇ ਬੌਣੇ ਮਹਿਸੂਸ ਹੋ ਰਹੇ ਆ। ਇੱਕ ਮਹਿਕਮੇ 'ਚ ਇਮਾਨਦਾਰ ਵਿਅਕਤੀ ਹੋਵੇ, ਬਾਕੀ ਕਰਪਟ ਹੋਣ, ਉਹ ਕਦੀ ਨਹੀਂ ਚਾਹੁੰਦੇ ਸਾਡੇ ਬੇਈਮਾਨਾਂ ਵਿੱਚ ਇਹ ਇਮਾਨਦਾਰ ਕੀ ਕਰਦਾ। ਉਹ ਕਹਿੰਦੇ ਇਹਨੂੰ ਹੌਲੀ ਹੌਲੀ ਆਪਣੇ ਵਰਗਾ ਕਰੋ, ਜਾਂ ਇਹਨੂੰ ਤੰਗ ਕਰੋ ਕਿ ਇੱਥੋਂ ਹੌਲੀ ਹੌਲੀ ਆਪਣੇ ਬੱਚੇ ਚੱਕੇ ਕਿਸੇ ਹੋਰ ਸਟੇਟ, ਕਿਸੇ ਹੋਰ ਜ਼ਿਲ੍ਹੇ ਵਿੱਚ ਚਲਾ ਜਾਏ। ਸ਼ੁਰੂ ਤੋਂ ਐਸਾ ਰਿਹਾ। ਗੁਰੂ ਪਾਤਸ਼ਾਹ ਜੀ ਦਾ ਆਮ ਸਮਾਜ ਦੇ ਹੱਕ ਵਿੱਚ ਖਲੋਣਾ, ਕਦੀ ਆਪਣੇ ਬੱਚਿਆਂ ਨਾਲ ਬੈਠ ਕੇ ਗੱਲਾਂ ਤੇ ਕਰੋ। ਅਸੀਂ ਤਾਂ ਗੁਰਦੁਆਰੇ ਨੂੰ ਇੱਦਾਂ ਬਣਾ ਲਿਆ ਵੀ ਸ਼ਾਇਦ ਇਹ ਪੂਜਾ ਦੇ ਸਥਾਨ ਨੇ, ਸਿਮਰਨੇ ਫੜੇ ਨੇ ਆਪਣੇ ਹੱਥਾਂ ਵਿੱਚ, ਮਾਲਾ ਫੇਰੀ ਜਾ ਰਹੇ ਹਾਂ। ਗੁੱਸਾ ਨਾ ਮਨਾਇਓ, ਹੁਣ ਆ ਮਾਲਾ ਫੇਰਨੀ ਸਿੱਖੀ ਧਰਮ ਨਹੀਂ ਹੈ। ਗੱਡੀ 'ਚ ਬਹਿਣ ਤੋਂ ਪਹਿਲਾਂ ਮੇਰਾ ਗੁੱਟ ਜ਼ਰੂਰ ਫੜਿਓ, ਇਹ ਗੱਲ ਕਿਉਂ ਸੁਣਾ ਕੇ ਚੱਲਿਆ। ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣ ਜ਼ਰੂਰ ਦਿਓ। ਤੁਹਾਡੇ 'ਚ ਕਈ ਬਾਣੀ ਪੜ੍ਹਨ ਵਾਲੇ ਬੈਠੇ ਹੋਣੇ ਨੇ ਜਿੱਥੇ ਮਾਲਾ ਦੇ ਹੱਕ ਵਿੱਚ ਸ਼ਬਦ ਲਿਖਿਆ ਹੋਇਆ। ਮਾਲਾ ਫੇਰੋ, ਪਰ ਕਿਹੜੀ? ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੋਕ੍ਰਿਤ ਤੁਲਸੀ ਮਾਲਾ। ਕਰੈਕਟਰ ਨੂੰ ਮਾਲਾ ਬਣਾਓ, ਕਿਰਦਾਰ ਨੂੰ ਮਾਲਾ ਬਣਾਓ। ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੇ ਰਾਮ ਨਾ ਚੇਤੇ ਇਹ ਜਪਣੀ ਕਿਆ ਹੋਏ। ਜੇ ਹਿਰਦੇ 'ਚ ਰੱਬ ਦਾ ਨਾਮ ਹੈ ਨਹੀਂ ਤੇ ਬਾਹਰ ਦੇ ਮਣਕਿਆਂ ਨਾਲ ਕੀ ਹੋ ਜੂ ਭਲਾ? ਅੱਛਾ, ਸਵਾਲ ਇਹ ਪੈਦਾ, ਇਹ ਮਣਕਿਆਂ ਵਾਲੀ ਮਾਲਾ ਫੇਰਨੀ ਕਿਉਂ? ਕਹਿੰਦੇ ਇਹਦੇ ਨਾਲ ਚੇਤਾ ਰਹਿੰਦਾ। ਇੱਦਾਂ ਇੱਕ ਮਣਕਾ ਵਾਹਿਗੁਰੂ, 2 ਮਣਕਾ ਵਾਹਿਗੁਰੂ, 3 ਮਣਕਾ ਵਾਹਿਗੁਰੂ। ਧਿਆਨ ਨਾਲ ਸੁਣਿਓ। ਅੱਛਾ, ਇਹ ਮੈਂ ਗਿਣਤੀ ਕੀਤੀ ਹੈ ਨਾ ਵੀ ਮੈਂ ਅੱਜ 50 ਵਾਰੀ ਵਾਹਿਗੁਰੂ ਕਹਿ ਲਿਆ, ਇਹਦਾ ਮਤਲਬ ਇਹ ਆ? ਅੱਛਾ, ਗਿਣਤੀ ਕਰਕੇ ਦੱਸਣੀ ਕਿਹਨੂੰ ਆ? ਬੋਲ ਕੇ ਦੱਸਿਓ। ਇਹ ਗਿਣਤੀ ਜਿਹੜੀ ਮੈਂ ਕਰ ਰਿਹਾ ਵਾਂ, ਇਹ ਮੈਂ ਦੱਸਣੀ ਕਿਹਨੂੰ ਭਲਾ ਕਿ ਮੈਂ ਅੱਜ ਇੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਲਿਆ? ਮੰਨ ਲਓ ਮੇਰੇ ਕੋਲ ਇੱਕ 50 ਮਣਕਿਆਂ ਵਾਲੀ ਮਾਲਾ ਵਾ,
ਇੱਕ ਮੇਰੂ ਮਣਕਾ ਹੁੰਦਾ ਵਿੱਚ ਮੋਟਾ, ਜਿੱਥੋਂ ਸ਼ੁਰੂ ਕਰੀਦਾ ਉਹਨੂੰ ਮੇਰੂ ਮਣਕਾ ਆਂਦੇ। ਮੇਰ ਜਿਵੇਂ ਸਰੀਰ ਵਿੱਚੋਂ, ਮਨੁੱਖਾ ਸਰੀਰ 'ਚੋਂ ਸਭ ਤੋਂ ਸ਼੍ਰੋਮਣੀ ਬੰਦੇ ਦਾ ਸਰੀਰ ਮੰਨਿਆ ਗਿਆ, ਅਤੇ ਪਰਬਤਾਂ ਵਿੱਚੋਂ ਸਭ ਤੋਂ ਸਮੇਰ ਪਰਬਤ ਮੇਨ ਮੰਨਿਆ ਗਿਆ। ਉਹਦਾ ਮਾਲਾ ਵਿੱਚ ਇੱਕ ਮਣਕਾ ਮੋਟਾ ਹੁੰਦਾ, ਉੱਥੋਂ ਫਿਰ ਸ਼ੁਰੂ ਕਰੀਦਾ ਇੱਦਾਂ ਇੱਦਾਂ, ਇਹ ਨਾਲੇ ਮਣਕਾ ਮਾਲਾ ਫੇਰੀ ਜਾਂਦੇ ਆ, ਨਾਲੇ ਵਾਹਿਗੁਰੂ ਇੱਦਾਂ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜਿਹੜੀ ਮੈਂ ਮਾਲਾ ਫੇਰ ਲਈ, ਮੰਨ ਲਓ ਵੀ 50 ਮਣਕਿਆਂ ਦੀ ਮਾਲਾ ਮੈਂ 4 ਵਾਰੀ ਫੇਰ ਲਈ, ਕਿੰਨਾ ਹੋ ਗਿਆ? 200 ਵਾਰੀ। ਮੈਂ 200 ਵਾਰੀ ਰੱਬ ਦਾ ਨਾਮ ਲੈ ਲਿਆ। ਇਹ ਮੈਂ ਦੱਸਣਾ ਕਿਹਨੂੰ ਮੈਂ 200 ਵਾਰੀ ਰੱਬ ਦਾ ਨਾਮ ਲਿਆ? ਤੁਹਾਡਾ ਬੱਚਾ, ਤੁਹਾਡੀ ਧੀ ਸਕੂਲੇ ਕਾਲਜ ਜਾਂਦੇ ਆ, ਉਹ ਇੱਦਾਂ ਮਾਲਾ ਲੈ ਜਾਣ ਨਾਲ ਕਿ ਅੱਜ ਮੈਂ ਆਪਣੀ ਮਾਂ ਦਾ 200 ਵਾਰੀ ਨਾਂ ਲੈਣਾ, ਇੱਦਾਂ ਇੱਦਾਂ 1 2 3 4 ਇੱਦਾਂ। ਧਿਆਨ ਨਾਲ ਸੁਣਿਓ ਕਿ ਬੱਚਾ ਹਮੇਸ਼ਾ ਹੀ ਆਪਣੇ ਮਾਂ, ਬਾਣੀ ਤੇ ਆਂਦੀ ਆਖਾਂ ਜੀਵਾਂ, ਬੋਲੋ ਪਿਆਰਿਓ, ਆਖਾਂ ਮੈਂ ਆਖਦਾ ਤੇ ਮੈਂ ਜਿਉਂਦਾ ਵਾਂ, ਵਿਸਰਦਾ ਤੇ ਮਰ ਜਾਣਾ ਵਾਂ। ਤੇ ਮੈਂ ਤੇ ਫਿਰ 200 ਵਾਰੀ ਨਾਮ ਲਿਆ ਇੱਦਾਂ, 200 ਵਾਰੀ। ਕਹਿੰਦੇ ਇੱਦਾਂ ਨਾ, ਇੱਕ ਬਾਬਾ ਮਾਲਾ ਵੰਡਦਾ ਸੀ ਵੀ ਸਿਮਰਨ ਕਰਿਆ ਕਰੋ, ਸਿਮਰਨ ਕਰਿਆ ਕਰੋ। ਕੋਈ ਟਰੱਕ ਚਲਾਉਣ ਵਾਲਾ ਸੀ, ਮੈਂ ਤੁਹਾਡੀ ਭਾਸ਼ਾ 'ਚ ਸਮਝਾਉਣਾ। ਕੋਈ ਟਰੱਕ ਚਲਾਉਣ ਵਾਲਾ ਸੀ, ਉਹ ਕਹਿੰਦਾ ਬਾਬਾ ਜੀ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਮੈਂ ਲੋਡ ਲੱਦਿਆ ਹੁੰਦਾ ਵੀ ਮੇਰਾ ਕਦੀ 500 ਕਿਲੋਮੀਟਰ, ਕਦੀ 2000 ਕਿਲੋਮੀਟਰ ਵੀ ਮੇਰੇ ਕੋਲ। ਉਹਦਾ ਨਹੀਂ, ਸਿਮਰਨ ਕਰ ਬਹੁਤ ਜ਼ਰੂਰੀ ਆ, ਮਾਲਾ ਲੈ ਜਾ। ਉਹਨੇ ਹਿਸਾਬ ਲਾਇਆ ਵੀ ਜੇ ਮੈਂ ਰੋਜ਼ 1.5-2 ਘੰਟੇ ਇਸ ਕੰਮ ਲਈ ਕੱਢੂੰ ਤੇ ਮੈਂ ਤਾਂ ਟਰੱਕ ਚਲਾ ਨਹੀਂ ਸਕਦਾ। ਕਹਿੰਦੇ ਉਹ ਮਾਲਾ ਲੈ ਗਿਆ, ਉਹਨੇ ਜਾ ਕੇ ਚੱਕੇ ਨਾਲ ਬੰਨ੍ਹਤੀ। ਉਹ ਜਦੋਂ ਗੇੜਾ ਲਾ ਕੇ ਆਇਆ, ਆਂਦਾ ਕਿੰਨਾ ਕੁ ਜਪਿਆ? ਆਂਦਾ ਹਿਸਾਬ ਲਾ ਲਓ 2000 ਕਿਲੋਮੀਟਰ ਜਾਣਾ, 2000 ਕਿਲੋਮੀਟਰ ਆਉਣਾ। ਆਂਦਾ ਮਾਲਾ ਟਾਇਰ ਫੇਰੀ ਗਿਆ, ਮੈਂ ਮੂੰਹ 'ਚੋਂ ਵਾਹਿਗੁਰੂ ਵਾਹਿਗੁਰੂ ਕਰੀ ਗਿਆ। ਆਂਦਾ ਜੀ ਇਹ ਕੀ? ਆਂਦਾ ਬਾਬਾ ਜੀ ਇਹ ਕੰਮ ਤੁਹਾਡੇ ਵਿਹਲਿਆਂ ਦਾ, ਜੇ ਮੈਂ ਬਹਿ ਕੇ ਰੋਜ਼ ਮਾਲਾ ਫੇਰਾਂ ਤੇ ਨਿਆਣੇ ਦੀਆਂ ਫੀਸਾਂ ਕਿਹਨੇ ਤਾਰਨੀਆਂ? ਤੁਸੀਂ ਤਾਂ ਸੁੱਖ ਨਾਲ ਵਿਆਹ ਨਹੀਂ ਕਰਾਇਆ। ਹੁਣ ਗਲਤੀ ਮੈਂ ਪਹਿਲਾਂ ਕਿਹਾ, ਤੁਸੀਂ ਸੱਦ ਲਿਆ, ਮੈਨੂੰ ਸੁਣਨਾ ਤੁਹਾਨੂੰ ਪੈਣਾ। ਗ੍ਰਸਤੀ ਬੰਦੇ ਨੂੰ ਕਹੋ। ਹੁਣ ਮੈਨੂੰ ਕੋਈ ਬੰਦਾ ਪੁੱਛੇ ਜੀ ਸਿਮਰਨ, ਮੈਂ ਕਿਹਾ ਸਿਮਰਨ ਦੀ ਡੈਫੀਨੇਸ਼ਨ ਕਿਸਾਨਾਂ ਨੇ ਦੱਸਦੀ ਆ। ਕਹਿੰਦੇ ਜੀ ਫਲਾਣਾ ਬਾਬਾ ਭੋਰੇ 'ਚ ਬੈਠਾ, ਫਲਾਣੇ ਬਾਬੇ ਨੇ ਤਪ ਕੀਤਾ। ਮੈਨੂੰ ਨਹੀਂ ਪਤਾ ਵੀ ਕਿਸੇ ਬਾਬੇ ਨੇ ਭੋਰੇ 'ਚ ਬਹਿ ਕੇ ਕੁਝ ਬਦਲਿਆ ਕਿ ਨਹੀਂ ਬਦਲਿਆ, ਪਰ ਪ੍ਰੈਕਟੀਕਲ ਆ 1 ਸਾਲ 13 ਦਿਨ ਸਾਡਿਆਂ ਕਿਸਾਨਾਂ ਮਜ਼ਦੂਰਾਂ ਨੇ ਟਰਾਲੀਆਂ 'ਚ ਬਹਿ ਕੇ ਜਿਹੜਾ ਤਪ ਕੀਤਾ, PM ਦੀ ਧੌਣ ਜਿਹੜਾ ਕਿੱਲਾ ਕੱਢਿਆ ਸੀ ਭੁਆ ਕੇ, ਉਹ ਮਾਰਿਆ ਤੇ ਬਿੱਲ ਵਾਪਸ ਲੈਣੇ ਪਏ। ਇਹ ਤੁਹਾਡੇ ਸਾਹਮਣੇ ਪ੍ਰੈਕਟੀਕਲ ਉਦਾਹਰਨ ਹੈ। ਜਿਹੜੇ PM ਨੇ ਆਪਣੇ ਮੂੰਹ ਆਖਿਆ ਸੀ ਅੰਦੋਲਨ ਜੀਵੀ ਆ, ਇਹ ਕਿਸਾਨ ਨਹੀਂ ਹੈਗੇ। ਕਿਸਾਨ ਤੇ ਖੇਤਾਂ 'ਚ ਆ। ਉਸੇ ਮੂੰਹ ਨਾਲ 19 ਨਵੰਬਰ ਨੂੰ ਹੱਥ ਜੋੜ ਕੇ ਆਂਦਾ, ਮੈਂ ਦੋਵੇਂ ਹੱਥ ਜੋੜ ਕੇ ਕਿਸਾਨਾਂ ਤੇ ਦੇਸ਼ ਦੇ ਮਜ਼ਦੂਰਾਂ ਕੋਲੋਂ ਮਾਫੀ ਮੰਗਦਾ, ਸਾਡੇ ਕੋਲੋਂ ਬੜੀ ਵੱਡੀ, ਉੱਚੀ ਬੋਲੋ, ਗਲਤੀ ਹੋ ਗਈ ਹੈ ਸਾਡੇ ਕੋਲ ਨਾ। ਉੱਥੇ ਅਸੀਂ ਲਗਾਤਾਰ ਉੱਤੇ ਰਹੇ, ਸਾਡੇ ਕੋਲ ਕਈਆਂ ਵੀਰਾਂ ਨੇ ਪੰਜਾਬ ਤੋਂ ਜਦੋਂ ਆਉਣਾ, ਉਹਨਾਂ ਕਹਿਣਾ ਜੀ ਇਹ ਗੱਲ ਬਣੂ ਵੀ ਕਾਨੂੰਨ ਵਾਪਸ ਹੋਣਗੇ। ਮੈਂ ਕਿਹਾ ਅਵੱਛ ਹੋਣਗੇ। ਪਿਛਲੇ ਸਾਲ ਮਾਰਚ ਦੇ ਮਹੀਨੇ ਦੀਆਂ ਕਥਾ ਕੱਢ ਕੇ ਵੇਖ ਲਓ ਨੈੱਟ 'ਤੇ, ਮੈਂ ਉਦੋਂ ਕਹਿ ਦਿੱਤਾ ਸੀ, ਮੈਂ ਕਿਹਾ ਜਾਂ ਬਿੱਲ ਰੱਦ ਹੋਣਗੇ ਜਾਂ ਉੱਥੋਂ ਲਾਸ਼ਾਂ ਵਾਪਸ ਜਾਣਗੀਆਂ। ਇੱਕ ਮੈਨੂੰ ਤਾਂ ਇੰਨੇ ਵਿਸ਼ਵਾਸ ਨਾਲ ਕਿਉਂ ਆਂਦੇ ਜੇ? ਮੈਂ ਕਿਹਾ ਵਿਸ਼ਵਾਸ ਨਾਲ ਇਸ ਕਰਕੇ ਕਹਿੰਦੇ ਆ ਵੀ ਜਿਹੜੀ ਫੌਜ ਹੁੰਦੀ ਹੈ ਨਾ, ਉਹ ਤੋਂ ਜੱਜਮੈਂਟ ਹੋ ਜਾਂਦੀ ਆ। ਮੈਂ ਕਿਹਾ ਇਕੱਲੇ ਬਜ਼ੁਰਗ ਨੂੰ ਜਦੋਂ ਅਸੀਂ ਟਰਾਲੀਆਂ ਜਾ ਕੇ ਮਿਲਦੇ ਹਾਂ, ਬਾਪੂ ਕਿੱਦਾਂ, ਥੱਕਿਆ ਤਾਂ ਨਹੀਂ, ਜਾਣਾ ਤਾਂ ਨਹੀਂ? ਕਹਿੰਦਾ ਨਹੀਂ ਜਾਣਾ, ਜਾਣਾ ਉਦੋਂ ਹੀ ਆ ਜਦੋਂ ਸਰਕਾਰ ਆਪਣਾ ਬੈਗ ਗੇਰ ਪਾਊ। ਤੇ ਇਹ ਤਿਆਰੀ ਇੰਨੀ ਸੀ ਵੀ ਆਹ ਤਾਂ 21 ਆ ਨਾ, ਜੇ 22 ਵੀ ਖਤਮ ਹੋ ਗਿਆ, 23 ਵੀ ਖਤਮ ਹੋ ਗਿਆ, ਤੇ ਸਰਕਾਰ ਨੂੰ ਅੱਗੇ ਦੰਦਲਾਂ ਪਈਆਂ ਸੀ ਵੀ ਅੱਗੇ ਯੂਪੀ ਦੀ ਇਲੈਕਸ਼ਨ ਦੇ ਰਹੀ ਸੀ, ਸਭ ਤੋਂ ਵੱਡੀਆਂ ਸੀਟਾਂ, ਕਿਉਂਕਿ ਯੂਪੀ ਤੇ ਕੇਂਦਰ ਜਿਹੜੀ ਮੇਨ ਸਰਕਾਰ ਕੇਂਦਰ ਆ ਉਹ ਯੂਪੀ ਤੋਂ ਬਣਦੀ ਆ। ਤੇ ਯੂਪੀ ਤੋਂ ਅਗਲਿਆਂ ਨੂੰ ਪਤਾ ਲੱਗ ਗਿਆ ਸੀ, 2 ਰੈਲੀਆਂ 3 ਰੈਲੀਆਂ ਕਿਸਾਨਾਂ ਨੇ ਕੀਤੀਆਂ, ਬਹਿਣ ਨੂੰ ਕੁਰਸੀਆਂ ਨਹੀਂ ਮਿਲੀਆਂ। ਸਰਕਾਰ ਨੇ ਰੈਲੀਆਂ ਕੀਤੀਆਂ ਤੇ ਕੁਰਸੀਆਂ ਖਾਲੀ ਰਹੀਆਂ। ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਜੇ ਇਹ ਇੱਥੋਂ ਨਾ ਉਠਾਏ ਤੇ ਹੌਲੀ ਹੌਲੀ ਸਾਡੇ ਕੋਲੋਂ ਕੁਰਸੀ, ਉੱਚੀ ਬੋਲੋ। ਪਰ ਕਈ ਸਾਡੇ ਮੋਦੀ ਭਗਤ ਵੀ ਹੈਗੇ ਸੀ ਨਾ, ਚਲੋ ਕਈ ਤੇ ਬੰਦੇ ਦੂਜੇ ਹੁੰਦੇ ਆ, ਕਈ ਸਾਡੇ ਪੱਗਾਂ ਵਾਲੇ ਵੀ ਮੋਦੀ ਭਗਤ ਹੁੰਦੇ ਆ, ਉਹ ਪਛਾਣਨੇ ਬਹੁਤ ਜ਼ਰੂਰੀ ਆ। ਜਿਹੜੇ ਦਸਤਾਰਾਂ ਵਾਲੇ ਮੋਦੀ ਭਗਤ ਹੁੰਦੇ ਆ ਨਾ, ਉਹ ਮਾਫ਼ ਕਰਨਾ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਉਹ ਖਾਂਦੇ ਗੁਰੂ ਦਾ ਵਾ, ਦਸਤਾਰਾਂ ਬੰਨ੍ਹ ਕੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਖਵਾਉਂਦੇ ਆ, ਤੇ ਨੌਕਰੀਆਂ ਉਹ ਕੇਂਦਰ ਸਰਕਾਰ ਦੀਆਂ ਕਰਦੇ। ਉਹਨਾਂ 'ਚ ਕਈ ਆ ਚਿਹਰੇ ਸਮੇਂ ਪਾ ਕੇ ਹੌਲੀ ਹੌਲੀ ਨੰਗੇ ਹੋ ਜਾਣੇ ਆ। ਤੇ ਸੱਚ ਹੈ, ਕਈ ਇਸ ਗੱਲੋਂ ਤੋਂ ਭੈ ਭੀਤ ਸੀ। ਇਸ ਅੰਦੋਲਨ ਨੇ ਇੱਕ ਚੀਜ਼ ਸਿਖਾਤੀ ਵੀ ਤੁਸੀਂ ਇਕੱਠੇ ਰਹੋ, ਵੱਡੇ ਤੋਂ ਵੱਡੇ ਦੁਸ਼ਮਣ ਨੂੰ ਲੰਮਾ ਪਾ ਸਕਦੇ ਹੋ ਤੁਸੀਂ।
ਵੱਡੇ ਤੋਂ ਵੱਡਾ ਕੋਈ ਤੁਹਾਡੇ ਅੱਗੇ ਵੱਡਾ ਨਹੀਂ। ਇਹ ਤੋਂ ਸਿੱਖਿਆ ਮਿਲਦੀ, 2 ਭਰਾ ਹੋਣ, 3 ਭਰਾ ਹੋਣ, 4 ਭਰਾ ਹੋਣ, ਇਕੱਠ ਵਿੱਚ ਬੜੀ ਵੱਡੀ ਪਾਵਰ ਹੈ। ਤੁਸੀਂ ਜਦੋਂ ਇਕੱਠੇ ਰਹਿੰਦੇ ਹੋ ਮੋਢੇ ਨਾਲ ਮੋਢਾ ਜੋੜ ਕੇ, ਜਦੋਂ ਅਸੀਂ ਤਰਨਤਾਰਨ ਦੇ ਲਾਗੇ ਨੂਰ ਦੀ ਸਰਾਂ ਦੀ ਹਿਸਟਰੀ ਪੜ੍ਹਦੇ ਹਾਂ ਨਾ, ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ, ਇਹ ਦੋਵੇਂ ਜਾਣੇ ਤੁਰੇ ਆ ਰਹੇ ਆ। ਜਦੋਂ ਉਹ ਗੱਲਾਂ ਕਰਦੇ ਆ ਰਹੇ ਆ 2-3 ਜਾਣੇ, ਉਹ ਕਹਿੰਦੇ ਜੀ ਜ਼ਕਰੀਆ ਖਾਨ ਨੇ ਸਿੱਖਾਂ ਦਾ ਨਾਮ, ਸੂਬਾ ਸੀ ਨਾ ਲਾਹੌਰ ਦਾ ਸੂਬਾ, ਜ਼ਕਰੀਆ ਖਾਨ, ਉਹ ਕਹਿੰਦਾ ਜੀ ਸਾਡੇ ਜ਼ਕਰੀਆ ਖਾਨ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਤਾ, ਹੁਣ ਤੇ ਸਿੱਖ ਰਿਹਾ ਹੀ ਕੋਈ ਨਹੀਂ। ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਨੇ ਉਹਨਾਂ ਦੀਆਂ ਗੱਲਾਂ ਸੁਣ ਲਈਆਂ। ਉਹ ਕਹਿੰਦਾ ਉਹ ਇਹ ਤੇ ਆਪਾਂ ਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ, ਆਂਦੇ ਸਿੱਖ ਤੇ ਰਿਹਾ ਕੋਈ ਨਹੀਂ। ਕਹਿੰਦੇ ਫਿਰ ਉਹਨਾਂ ਦੋਵਾਂ ਜਾਣਿਆਂ ਨੇ ਨੂਰ ਦੀ ਸਰਾਂ ਤਰਨਤਾਰਨ ਦੇ ਲਾਗੇ, ਜਿਹੜੇ ਤੁਹਾਡੇ ਚੋਂ ਕਦੀ ਗਏ ਹੋਣਗੇ ਝਬਾਲ ਵਾਲੇ ਏਰੀਏ, ਜਦੋਂ ਆਪਾਂ ਤਰਨਤਾਰਨ ਤੋਂ ਬਾਬਾ ਬੁੱਢਾ ਬੀੜ ਸਾਹਿਬ ਨੂੰ ਜਾਂਦੇ ਹਾਂ ਤੇ ਝਬਾਲ ਤੋਂ ਪਹਿਲਾਂ ਆਉਂਦਾ, ਉੱਥੇ ਦੋਵਾਂ ਜਾਣਿਆਂ ਨੇ ਨਾ ਇੱਦਾਂ, ਮੇਨ ਹਾਈਵੇ ਸੀ, ਮੇਨ ਰਸਤਾ ਸੀ ਜਾਣ ਵਾਲਾ, ਜਿਹੜੀ ਲਾਹੌਰ ਤੋਂ ਇੱਧਰ ਨੂੰ ਦਿੱਲੀ ਨੂੰ ਸੜਕ ਜਾਂਦੀ ਸੀ, ਰਾਹ ਜਾਂਦਾ ਸੀ, ਇਹ ਗੋਂਦਵਾਲ ਵੀ ਉਸੇ ਰਸਤੇ 'ਤੇ ਪੈਂਦਾ ਸੀ। ਉਹਨਾਂ ਦੋਵਾਂ ਜਾਣਿਆਂ ਨੇ ਰਸਤਾ ਰੋਕ ਲਿਆ। ਕਹਿੰਦੇ ਆਪਾਂ ਇੱਥੇ ਦੋਵਾਂ, ਜਿਹੜਾ ਵੀ ਲੰਘੂਗਾ ਉਹਦੇ ਕੋਲ ਟੈਕਸ ਲਿਆ ਕਰਨਾ, ਜਿਵੇਂ ਚੁੰਗੀ ਨਹੀਂ ਲੱਗਦੀ, ਜਿਹੜਾ ਗੱਡੇ ਵਾਲਾ ਆਇਆ ਉਹਦੇ ਕੋਲ ਵੀ, ਖੋਤੇ ਵਾਲਾ ਉਹਦੇ ਕੋਲ ਵੀ, ਊਠ ਵਾਲਾ ਆਇਆ ਉਹਦੇ ਕੋਲ ਵੀ, ਉਹਨਾਂ ਦੇ ਟੈਕਸ ਦੇ ਕੇ ਜਾਓ। ਕਹਿੰਦੇ ਕਾਹਦਾ? ਕਹਿੰਦਾ ਸਿੱਖਾਂ ਦਾ ਰਾਜ ਹੋ ਗਿਆ ਇੱਥੇ। ਉਹਦੇ ਅਸੀਂ ਤੇ ਪਿੱਛੇ ਟੈਕਸ ਦੇ ਆਏ ਆ, ਰਾਜ ਤੇ ਇਸਲਾਮ ਦਾ ਵਾ। ਉਹਦੇ ਨਹੀਂ ਹੁਣੇ ਹੋਇਆ ਜੇ ਸਿੱਖਾਂ ਦਾ ਰਾਜ, ਬਸ ਅੱਧਾ ਪੌਣਾ ਘੰਟੇ ਹੋਇਆ। ਹੁਣ ਹੈ ਤਾਂ 2 ਜਾਣੇ ਸੀ, ਉਹ 2 ਜਾਣਿਆਂ ਨੇ ਕੀ ਰਾਜ ਕਰ ਲੈਣਾ ਸੀ। ਪਰ ਉਹ ਚੱਕਰ ਇਹ ਸੀ ਵੀ ਉਹ ਸਬਕ ਉਹ ਸੁਨੇਹਾ ਦੇਣਾ ਚਾਹੁੰਦੇ ਸੀ ਵੀ ਇਹ ਜਿਹੜੇ ਇੱਥੇ ਸਾਨੂੰ ਟੈਕਸ ਦੇ ਕੇ ਜਾਣੇ, ਜਾ ਕੇ ਜ਼ਕਰੀਆ ਖਾਨ ਨੂੰ ਦੱਸਣ ਵੀ ਸਿੱਖ ਅਜੇ ਹੈਗੇ ਆ। ਸਮਝ ਆ ਰਹੀ ਪੈ ਰਹੇ ਹੋ? ਮਰਨਾ ਸਾਰਿਆਂ ਨੇ, ਸਾਰਿਆਂ ਦਾ ਸੰਸਕਾਰ ਹੋਣਾ, ਪਰ ਇਹੋ ਜਿਹੇ ਤਰੀਕੇ ਨਾਲ ਜ਼ਿੰਦਗੀ ਜਿਉ ਕੇ ਜਾਓ ਕਿ ਲੋਕ ਕਹਿਣ ਵੀ ਸਵਾਦ ਆ ਗਿਆ ਵੀ ਇਹਦੀ ਜ਼ਿੰਦਗੀ ਜਿਉਣ ਦਾ। 7 ਸਾਲ ਦੇ ਬਾਬਾ ਫਤਿਹ ਸਿੰਘ ਜਿਹੜਾ ਪ੍ਰਭਾਵ ਦੁਨੀਆ 'ਤੇ ਛੱਡ ਕੇ ਗਿਆ ਨਾ, 70 ਸਾਲ ਵੀ ਬੰਦਾ ਉਮਰ ਬਤੀਤ ਕਰ ਲਵੇ ਨਾ, ਕਈ ਵਾਰੀ ਲੋਕਾਂ ਦੇ ਚੰਗਾ ਹੋਇਆ ਉੱਦਾਂ, ਇਹ ਪੈਸੇ ਨਹੀਂ ਮੋੜਦਾ ਲੋਕਾਂ ਕੋਲ ਲੈ ਕੇ। ਉਹ ਬੋਲੋ ਭਾਈ, ਇੱਦਾਂ ਮੂੰਹ 'ਤੇ ਤਾਂ ਨਹੀਂ ਕਹਿੰਦੇ, ਘਰ ਵਾਲੇ ਸਾਹਮਣੇ ਆਣ ਕਹਿੰਦੇ ਬੜਾ ਮਾੜਾ ਆਇਆ, ਬਸ ਘਰੋਂ ਬਾਹਰ ਨਿਕਲਦੇ ਆਉਂਦੇ ਉਹ ਮਰਨਾ ਹੀ, ਲੱਛਣ ਨਹੀਂ ਸਹੀ ਪਾਊ। ਘਰ ਵਾਲਿਆਂ ਸਾਹਮਣੇ ਮੂੰਹ ਢਿੱਲਾ ਜਾ ਕਰ ਲੈਂਦੇ ਆ ਵੀ ਕੀ ਆਖੀਏ ਘਰਦਿਆਂ ਨੂੰ, ਪਰ ਜਦੋਂ ਘਰ ਤੋਂ ਬਾਹਰ ਨਿਕਲਦੇ ਆ ਗੱਡੀ ਦਾ ਸਾਰਾ ਮਗਰੋਂ ਮਾਰਦੇ ਆ, ਵਿੱਚੇ ਸੀਸਾ ਤਾਂ ਚੜਾ ਕੇ ਨਾਲ ਹੀ ਗੱਲ ਕਰਦੇ ਆ, ਲੱਛਣ ਮਰਵਾ ਗਏ ਭਾਈ। ਉੱਦਾਂ 4 ਸਾਲ ਇਹਨੇ, ਬੋਲੋ ਜੀ, ਕੱਢ ਜਾਣੇ ਸੀ ਉਹਨੇ। ਹੁਣ ਬੰਦਾ ਕਵੇ ਜੀ ਉਹਦੇ ਬੜਾ ਵੱਡਾ ਬੰਦਾ ਸੀ, ਬੜੇ ਤਗੜੇ ਟੱਬਰ ਦਾ ਬੰਦਾ ਸੀ, ਇਹ ਮੈਟਰ ਨਹੀਂ ਹੈ। ਦੋਨਾਂ ਜਾਣਿਆਂ ਨੇ ਕਹਿਤਾ ਜੀ ਸਿੱਖ ਰਾਜ ਇੱਥੇ ਕਾਇਮ ਹੋ ਗਿਆ। ਉਹ ਫੇਕ ਗੱਲ ਨਾ ਬਣੀ। ਕਈਆਂ ਨੇ ਕਹਿਣਾ ਜੀ ਸਾਡੇ ਕੋਲ ਹੈ ਨਹੀਂ ਆ, ਉਹਨਾਂ ਦਾ ਲਿਹਾਜ਼ ਕਰਨ ਲੱਗ ਪਏ ਵੀ ਲੰਘ ਜਾਓ। ਉਹਦਾ ਇਹ ਗੱਲ ਬਣਨੀ ਕੋਈ ਨਹੀਂ ਵੀ ਇਹ ਤਾਂ ਕੰਮ ਖਰਾਬ ਹੋ ਗਿਆ, ਵੀ ਇਹ ਤਾਂ ਸੁਨੇਹਾ ਤਾਂ ਆਪਾਂ ਉੱਥੇ ਪਹੁੰਚਾਉਣਾ। ਉਹਦੇ ਇੱਦਾਂ ਕਰੋ ਵੀ ਜਿਹਦੇ ਕੋਲ ਹੈਗਾ ਉਹ ਤਾਂ ਦੇ ਦਿਓ, ਜਿਹਦੇ ਕੋਲ ਨਹੀਂ ਹੈਗਾ ਦੇ ਕੇ ਜਾ, ਭਾਵੇਂ ਗਵਾਂਢੀਆਂ ਕੋਲ ਲੈ ਕੇ ਦੇ ਸਾਨੂੰ। ਉਹ ਫਿਰ 1-2 ਦੇ ਡਾਂਗ ਵੀ ਫੇਰੀ ਉਹਨਾਂ ਨੇ। ਮਤਲਬ ਇਹ ਸੀ ਕਿ ਇੱਥੋਂ ਅਸੀਂ ਇਹਨਾਂ ਕੋਲ ਟੈਕਸ ਲਵਾਂਗੇ, ਜਾ ਕੇ ਰੋਣਗੇ ਉੱਥੇ ਕੇਂਦਰ ਕੋ, ਆਪਣੇ ਮੇਨ ਸੈਂਟਰ ਜਾ ਕੇ ਰੋਣਗੇ, ਫਿਰ ਜਾ ਕੇ ਰੋਏ ਵੀ ਸਿੱਖਾਂ ਦਾ ਤਾਂ ਰਾਜ ਕਾਇਮ ਹੋ ਗਿਆ। ਉਹ ਚੜ੍ਹ ਕੇ ਆ ਗਏ। ਪਤਾ ਵੀ ਹੈਗਾ ਸੀ ਜਦੋਂ ਸਾਡਾ ਉੱਥੇ ਪਤਾ ਲੱਗਾ ਵੀ ਉਹਨਾਂ ਫੌਜਾਂ ਲੈ ਕੇ ਆ ਜਾਣਾ, ਅਸੀਂ ਤਾਂ 2 ਜਾਣੇ ਆ। ਪਰ ਗੱਲ ਇਹ ਸੀ ਕਿ ਉਹਨਾਂ ਨੂੰ ਇਹ ਪਤਾ ਸੀ ਵੀ ਅਸੀਂ ਭਾਵੇਂ 2 ਹੀ ਹਾਂ, ਪਰ ਇੱਕ ਵਾਰੀ ਸੈਂਟਰ ਤੱਕ ਤਾਰਾਂ ਹਿੱਲ ਗਈਆਂ ਵੀ ਸਿੱਖ ਅਜੇ, ਬੋਲੋ ਜੀ, ਤੇ ਲੱਗਦਾ ਨਹੀਂ ਇਤਿਹਾਸ ਦੁਹਰਾਤਾ ਇੱਕ ਵਾਰੀ। RSS ਆਂਦੀ ਵੀ ਸਿੱਖ ਤੇ ਹੁਣ, ਉੱਚੀ ਬੋਲੋ, ਤੁਹਾਡੇ ਵੱਲ ਕੈਮਰਾ ਨਹੀਂ ਭਾਈ। ਉਹ ਕਈ ਵਾਰੀ ਬੰਦੇ ਨੂੰ ਇਹ ਹੁੰਦਾ ਵੀ ਤੂੰ ਕੈਮਰੇ 'ਚ, ਕਈ ਵਾਰੀ ਹੁੰਦਾ ਨਾ, ਖੁੱਲ੍ਹ ਕੇ ਬੋਲੋ। ਮੈਨੂੰ ਕੋਈ ਫਰਕ ਨਹੀਂ ਪਿਆ, ਮੈਨੂੰ 22 ਸਾਲ ਹੋ ਗਏ ਕੰਮ ਕਰਦਿਆਂ, ਇੱਕ ਗੱਲ ਮੇਰੀ ਮੀਡੀਆ ਜਾਂਦੀ ਆ। ਜਦੋਂ ਤੁਸੀਂ ਗਲਤ ਨਹੀਂ ਹੈਗੇ ਤੁਹਾਨੂੰ ਕੋਈ ਸਰਕਾਰ ਕੋਈ ਕੁਝ ਨਹੀਂ ਕਹਿ ਸਕਦਾ। ਆਂਦੇ ਪੱਲੇ ਹੋਵੇ ਸੱਚ ਤੇ ਕੋਠੇ ਚੜ੍ਹ ਕੇ ਨੱਚ। ਜਦੋਂ ਤੁਹਾਡੇ ਪੱਲੇ ਸੱਚ ਹੋਏਗਾ, ਪੱਲੇ ਸੱਚ ਹੋਵੇ ਤੇ ਘਰ ਦਾ ਨੌਕਰ ਵੀ ਮਾਲਕ ਦੇ ਅੱਖਾਂ 'ਚ ਅੱਖਾਂ ਪਾ ਗੱਲ ਕਰਦਾ, ਤੇ ਪੱਲੇ ਸੱਚ ਨਾ ਹੋਵੇ ਤੇ ਪਿਓ ਕੋਲੋਂ ਨਿਆਣਿਆਂ ਨਾਲ ਅੱਖਾਂ ਨਹੀਂ ਮਿਲਦੀਆਂ। ਨਿਆਣਿਆਂ ਦੇ ਪਾਪਾ ਜੀ ਅੱਖਾਂ ਤਾਂ ਕਰੋ ਹਾਂ, ਬੋਲੋ ਭਾਈ। ਜ਼ਿੰਦਗੀ ਵਿੱਚ ਸੱਚਾਈ ਬਹੁਤ ਵੱਡੀ ਚੀਜ਼ ਆ। ਧੀ ਕੋਲੋਂ, ਮਾਂ ਕੋਲੋਂ ਧੀ ਨਾਲ ਅੱਖਾਂ ਨਹੀਂ ਮਿਲਦੀਆਂ ਜੇ ਕਿਤੇ ਨਾ ਕਿਤੇ ਨੁਕਸ ਹੋਵੇ ਤਾਂ। ਜ਼ਿੰਦਗੀ ਵਿੱਚ ਸੱਚਾਈ ਬੜੀ ਵੱਡੀ ਚੀਜ਼ ਹੈ। ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ, ਉਹਨਾਂ ਨੂੰ ਪਤਾ ਵੀ ਆ ਵੀ ਫੌਜਾਂ ਚੜ੍ਹ ਕੇ ਆ ਗਈਆਂ। ਦੋਨਾਂ ਜਾਣਿਆਂ ਕੋਲ ਮੋਟੇ-ਮੋਟੇ ਸੋਟੇ ਆ, ਸੋਟਿਆਂ ਨਾਲ ਹੀ ਮੁਕਾਬਲਾ ਕੀਤਾ। ਪਿੱਠਾਂ ਨਾਲ ਪਿੱਠਾਂ ਜੋੜ ਲਈਆਂ ਦੋਨਾਂ ਯੋਧਿਆਂ ਨੇ।
दोनों सूरमिया ने पिठा नाल पिठा जोड़ियां, लड़े, कई बंदियां नूं खत्म करके लड़े, शहादत दा जाम पी के दोवें। अज भी तुसीं जाओ तरन ताਰਨ तो अगले बन्ने जिथे नूर दी सरां, उत्थे उन्हां दी याद विच गुरुद्वारा बनिया बाबा बोता सिंह ते बाबा बोलो जी प्यारिओ, बाबा बोता सिंह ते बाबा गरजा सिंह दी याद विच उत्थे गुरुद्वारा बनिया। उहदा मतलब पता की सी? ये तो की सिक्ख्या मिली? एक ते हैगे दो जाने आ, डां खड़कदी नूर दी सरां ते सिੱਖੀ दा पता लगदा लाहौर। डां खड़कदी नूर दी सरां ते सिੱਖੀ दा पता लगदा लाहौर। एक ये गल हो गई। दूजी दोनों जाणिਆਂ ने पिठा नाल पिठा जोड़ लियां भी भा जदों भी किसी ने वार करना पिठ तो करना ही, जदों भी वार करना किसी ने पिठ तो करना। जदों दोवां भरावां ने पिठा नाल पिठा जोड़ लियां तो यदा मतलब पिठ तो वार करने वाला मौका खत्म हो गया ना, भी जिहड़ा सामने वार करू सामने करू वार। ये तो यह पता लग गया भी जदों भरा भरा पिठ जोड़ लैन, सारा पिंड एक बन्ने हो जाए, सारा जिला एक बन्ने हो जाए, सारा स्टेट सारा सूबा एक बन्ने हो जाए, सारा देश एक बन्ने हो जाए, देश छड्डो सारी दुनिया एक बन्ने हो जाए, उदों तुहानूं कोई पाड़ नहीं सकता। ये तो एक सिक्ख्या तो ये मिल गई। घरां च भी आ भरा भरा दराणियां जठाणियां ये कहण भी वेख भैणे आपां इक्के थां ते रहना, इक्के थां ते रोटी पानी खाना। हर एक घटनावां, हर एक जिंदगी के इस नुकते नूं समझना कि गुरु पातशाह जी ने सानू ये विचार, एक एडी वड्डी बख्शिश साडे ते किवें कीती। हुण वो महान योधे दोनों साहिबजादे माता गुजर कौर जी तैयार करके सिपाहियां नाल भेजदे ने, सारी रात उन्होंने हिस्ट्री सुणाउंदे ने। दोनों साहिबजादे सिपाहियां नाल जांदे ने। पहली पेशी अज कचहरी च होई है। जदों कचहरी च गए ने, गज के जांदियां साहिबजादियां ने फतेह बुलाई है, वाहिगुरू जी का खालसा वाहिगुरू जी। साहिबजादियां नूं पता है साडी इत्थे फतेह दा जवाब देने वाला कोई नहीं, हैगे दो ही असीं। सेम जिवें उन्हां तो बाद बाबा बोता सिंह ते गरजा सिंह ने कहा सी भी सानू पता वा भाई भी असीं दो जाने की कर लांगे, पर एक दस दिता भी असीं हैगे आ। ये मैसेज देता भी असीं हैगे आ। इदां दोनों साहिबजादियां ने फतेह बुला के दस दिता कि भाई असीं गुरु दे बच्चे हाँ। सुचानंद खत्री ने कहा भी आ कि इत्थे तुहाडे पिता दा दरबार नहीं, इत्थे सूबे सरहंद दी कचहरी है, झुक के सलाम करो। तो साहिबजादियां आख्या असीं झुक के सलाम, असीं फतेह बुलाउने आ, गज के फतेह बुलाती सारिਆਂ ਨੂੰ, झुक के सलाम नहीं करनी। फिर अज एक सिक्ख्या लै जाओ बाबा फतेह सिंह तो, किहड़ी? गुरु ग्रंथ साहिब तो सिवाए किसी अगे मत्था नहीं टेकना। आगे आवे सिंह जो पावे, अगे बोलो हुण वाहिगुरू जी की फतेह बुलाओ। कई लीडरां दे गोडियां हत्थ लाई जाणगे, तुसीं वेखिया ना, कई आ जवाक जे लीडर हुंदे आ, कई वारी भज भज के उन्हां दे गोडियां हत्थ लाई जाणगे। फतेह बुलाओ, अदब करो। फतेह जिहड़ा फतेह है ना, उसका फायदा बड़ा। सुनो भला किदां, मैं तुहानूं फतेह दे फायदे दसदा। फतेह सवेरे उठ के ना सੱਸ भी ਨੂੰਹ ਨੂੰ बुला सकदी है। मान लो हुण ਨੂੰਹ ਨੂੰ कहदी पुत्त वाहिगुरू जी का खालसा, प्यो भी पुत्त ਨੂੰ फतेह बुला सकदा। हाँ जी, मालक भी नौकर ਨੂੰ कह सकदा वाहिगुरू जी का खालसा। जिहड़ा गोडियां हत्थ आ वो तो ਨੂੰਹ ਨੂੰ ही सੱਸ ਦੇ ਲਾਉਣਾ पैना। हाँ जी, अच्छा रोज़ गोडियां हत्थ सੱਸ ਦੇ ਲਾਉਂਦੀ आ। जिदन किते विचारी दा अपना सिर दुखदा आया, उन्होंने भुल गया चेता, तो सੱਸ ਦੇ दिमाग 'ਚ पता की आई जाना, परसों कुड़मनी आई भाई तां ही नहीं लाया जिन्हें। वो कान 'ਚ फूक मार गई आ भी मेरियां ਨੂੰਹਾਂ मेरे नहीं लाउंदियां, तू एवें ਇਹਦੇ लाई जानी है। ਇਹਦਾ अर्थ भी ये की होया कि जे रोज़ असीं फतेह बुलावांगे तो प्यार ज़्यादा वधिया बनदा। ये गोडियां हत्थ लवाउण दा स्वाद बड़ा भैड़ा। कदी तुसीं वेखिओ जदों एक वारी गोडिਆਂ ਨੂੰ कोई हत्थ लावे ना इदां, तो बंदा कहंदा 10 मिनट नापी दे वीर बन के, भी स्वाद आउंदा ना। इसे करके जिन्होंने गोडियां हत्थ लवाउण दा झस पिया, वो कदी नहीं चाहुंदे भी गोडे छड्ड को फतेह बुलावे। गुस्सा ना मनाओ, सच है। अपने परिवारां च एक नियम पालो, परिवारां च कि फतेह बुलाओ। जो तुहाडे घर गैसट आवे
दरवाजे जो एंटर करे इदां वाहिगुरू जी का खालसा। आ करोना च ना हत्थ मिलाउंदा कोई, उदों दूर हत्थ छड्डो तुसीं। सब्जी घरों बाहरों घर वाला लेके आउंदा उन्होंने बाहर ही इत्थे ही टप रखिया, पहलां कपड़े बाहर ही इत्थे गर्म पानी च पा दे इत्थे। अच्छा आ फतेह का पता लगा, आ करोने जान के इन्हां चीज़ां पता लगा भी साडे गुरु ने क्यों आख्या सी भी 15 बंदे खलोते आ ते 15 नूं इदां ही बुला दो भी वाहिगुरू जी का खालसा ते वाहिगुरू जी की फतेह। हो बंदा 5-7 मिनट लई किसे दे घर आउंदा, अगले दे 10 जी हुंदे, हत्थ मिलाउंदे थक जांदा। गल उहने की करनी है ते फतेह बुलाऊगा, गल 5 सेकंडां च खत्म हो गई। फतेह बुला के बह गया, चाह पानी पिओ, गल्लां बड़ियां वधिया सी। पर सी अपना साडे ते अज फतेह छड्डो, सत श्री अकाल तो भी अगे लंघी हाय इदां हाय हाय कौन कहंदा जिहड़ा दंद दुखदा होवे, सारी रात ही हाय हाय करदा रहिंदा। असीं ते कल्चर माफ़ करना, असीं अपना कल्चर छड्ड बैठे हां, अपनी सभ्यता छड्ड बैठे हां। साडा जिहड़ा मैं मनप्रीत नाल गल्लां करदा ना भी जदों पंजाबी बोलनी पूरी ठेठ बोलो, गंढा ही कहो, प्याज कहो, गंढा कहो, लूण फड़ाओ मैनूं, इदां कोई फर्क नहीं पैंदा। जो तुसीं अपनी पंजाबी, मैं जिन्नी दुनिया घूमी उत्थे एक चीज़ नोट की है, तुसीं महाराष्ट्र चल जाओ, महाराष्ट्र का डॉक्टर दिल्ली दुकान पा के अपनी क्लीनिक पा के बैठा, उन्हें मोटे अखरां च मराठी भाषा च अपनी क्लीनिक का नाम लिखिया, वो दस्सण लई कि भावें मैं हैगा दिल्ली हाँ पर मेरी स्टेट महाराष्ट्र है, मेरी स्टेट महाराष्ट्र है, मैं उत्थों का रहने वाला। तो साडे ਵਿਆਹਾਂ शादियों के कार्ड किहड़ी भाषा छपाउंदे, बोल के दस्सिओ हुण तुसीं आपे। साढ़े तो नक्क नूं आखदे मेरी पुत्त दा नोज खराब होया, अज नोजी खराब होई आ, सिद्धा नक्क कह दो, की फर्क पैंदा। वो बोलो भाई, घरां च पूरे पंजाबी शब्द बोलो, इदां सिद्धा कहो पुत्त गंढा फड़, गंढा चीर दे। मैं कहना ये शब्द गवाच जाने जे तुसीं सांभे ना। ते साडे नालों वधिया पाकिस्तान च बोलदे आ, वो एडी ठेठ पंजाबी बोलते, सानू संग आई जाती आ। अं तो एयरपोर्ट पर भी जाने ना, परसों मनप्रीत सिंह जाके उन्होंने आंदा जी फ्लैट किन्ने बजे है फ्लाइट है ना, मैं ये को आके आंदा पंजाबी च फ्लैट ही आ, आप उन्होंने सिखाउणी आ भी इदां बोल। मैं तुहानूं हिंदी की गल दसदा, सानू आ कई बारी इत्थों चंडीगढ़ तो जिहड़े अजकल कंपनी वालियां बीबियां रखियां फोन कर ली, वो हिंदी च बोलेगी, अं कहना भैन जी तुसीं कित्थों बोलदे, कहंदे चंडीगढ़ों। तो अं कहा जी साडे नाल पंजाबी च गल करो, कहंदी पंजाबी आउंदी नहीं। अं कहा पंजाबी बोलण वाली बीबी जां बंदा लैके आओ, साडे नाल गल कर लो। अगले नूं मजबूर कर दिओ, बिजनस तुहाडा है, कारोबार तुहाडा है, तुसीं बंदा लभो साडे नाल साडी भाषा च गल कर ली, असीं तुहाडे आख्या तुहाडी भाषा क्यों बोलीए बई। वो बोलो भाई, असीं तां गलत बन्ने तुर पे आ। जे अज मेरियां मावां तुसीं भैणों तुसीं ना सांभिया, अगली पीढ़ी तो उम्मीद ला दो। फिर आ गुरुद्वारियां च कख गुस्से सच्चाई आ, ये मैं तुहानूं कंध ते लिखिया जिहड़ा ना ओ चेता रखो। आउण वाले समय च वेख लो किधर नूं आपां जा रहे हैं। मैं विदेशां च वेखिया कईयां दे बच्चे एडी ठेठ पंजाबी बोलदे, पंजाब दा बच्चा जम्मिया भी इदां दी पंजाबी नहीं बोल सकदा। मैं अमेरिका की गल दसदा, उत्थे एक बजुर्ग उन्हां दे मैं घर गया तो एडी ठेठ पंजाबी बोलन बच्चे, नूहां पंजाबी बोलन बच्चे पोतरे। तो मैं पुछ लिया, मैं बापू जी एडी वधिया पंजाबी, कहता पुत्रा मैं पहला इंग्लैंड रहा, मेरे बच्चों का जन्म इंग्लैंड का, मेरे पोतरियां का जन्म अमेरिका का। तो मैं क्या भी ये एडी वधिया पंजाबी किदां बोलदे आ, सुने होना फार्मूला। वो कहना मैं अपने बच्चों को एको गल आखी सी कि मेरे घर के दरवाजे तो बाहर इंग्लैंड रखिओ, मेरे घर के दरवाजे तो बाहर रखिओ तुसीं अमरीका, पर जो घर के दरवाजे तो अंदर आ जाओ तेनों पंजाब बना लिओ। समझ आ गई? तुसीं जिहड़े मर्जी ते तुसीं इदां कहो भी अपने घर के दरवाजे के बाहर कहो पुत्र, भावें गुजरात होवे, भावें दिल्ली होवे, भावें महाराष्ट्र होवे, पर जदों तू घर के दरवाजे के अंदर आ जाए उदों तू अपनी मां नाल प्योर पंजाबी च गल करनी। ये फायदा की होना भी आपां मर जाना, साडे न्याणे ने गां अपने न्याणों दस्सिया करना साडी दादी इदां कहंदी हुंदी सी, साडी मां सानू बोलो भैणों इदां कहंदी हुंदी सी। तो कई घर किते दादी मां बेचारी किते गंढा कह देना, उन्होंने कहना नहीं प्याज कहो, कोई फर्क नहीं पैंदा। ठेठ प्योर, शर्म ना महसूस करो। अपनी मां बोली सेम इदां जिवें कोई मां नूं घरों धक्का दे देवे। मां बोली नूं घरों धक्का देना मां नूं धक्का देण दे बराबर है। इनू अदब दिओ, सत्कार दिओ, गल समझदी है। जिन्हों इस चीज़ की भुख वा उन्होंने साढ़े लिए एडियां एडियां कुर्बानियां कीतियां, असीं अपना विरसा सानू संग आउण लग पई आ,
ਸਾਨੂੰ ਸ਼ਰਮ ਆਉਣ ਲੱਗ ਪਈ, ਮੈਂ ਇਹ ਭਾਸ਼ਾ ਕਿਉਂ ਬੋਲਾਂ। ਖੈਰ, ਸਾਹਿਬਜ਼ਾਦਿਆਂ ਨੂੰ ਪਤਾ ਵੀ ਸਾਡਾ ਇਸ ਭਰੀ ਕਚਹਿਰੀ ਦੇ ਵਿੱਚ ਕੋਈ ਫਤਿਹ ਦਾ ਜਵਾਬ ਦੇਣ ਵਾਲਾ ਨਹੀਂ ਬੈਠਾ, ਪਤਾ ਹੈ। ਪਰ ਉਹਨਾਂ ਨੇ ਆਪਣੇ ਅਸੂਲ ਨਹੀਂ ਛੱਡੇ, ਗੱਜ ਕੇ ਫਤਿਹ ਬੁਲਾਈ ਹੈ। ਸੁੱਚਾਨੰਦ ਖੱਤਰੀ ਉਹ ਖਲੋਤਾ ਸਾਈਡ ਤੇ, ਸੁੱਚਾਨੰਦ ਖੱਤਰੀ ਸਾਈਡ ਤੇ ਖਲੋਤਾ ਹੈ। ਉਹਨੇ ਆਖਿਆ, ਉਹਨੂੰ ਕਹੇ, ਉਹ ਨਵਾਬ, ਇਹ ਸਰਪ ਬਸੂਰੇ, ਇਹ ਸੱਪ ਦੇ ਬੱਚੇ। ਸੱਪ ਕਿਹਨੂੰ ਕਿਹਾ ਉਹਨੇ? ਗੁਰੂ ਗੋਬਿੰਦ ਸਿੰਘ ਮਹਾਰਾਜ। ਚੇਤੇ ਰੱਖਿਆ ਕਰੋ ਚਿਹਰੇ ਜਿਨ੍ਹਾਂ ਨੇ ਇਤਿਹਾਸ ਵਿੱਚ ਜ਼ਹਿਰ ਪਾਇਆ। ਉਹਨੂੰ ਕਹੇ, ਉਹ ਨਵਾਬ, ਇਹ ਸਰਪ ਬਸੂਰੇ, ਛੋਟੇ ਵੱਡੇ ਡਸਕ ਜ਼ਰੂਰੇ। ਛੋਟੇ ਹੋਣ ਜਾਂ ਵੱਡੇ ਹੋਣ, ਡੰਗ ਮਾਰਦੇ ਆ। ਇਹ ਸੁੱਚਾਨੰਦ ਖੱਤਰੀ ਦੇ ਬੋਲ ਸਨ। ਸਾਹਿਬਜ਼ਾਦਿਆਂ ਨੂੰ ਝੁਕ ਸਲਾਮ ਕਰ ਲਈ ਕਿਹਾ, ਉਹਨਾਂ ਗੱਜ ਕੇ ਫਤਿਹ ਬੁਲਾਈ। ਸਭ ਤੋਂ ਪਹਿਲਾਂ ਉਹਨਾਂ ਨੂੰ ਲਾਲਚ ਦਿੱਤਾ ਗਿਆ, ਕਿਉਂਕਿ ਤਰੀਕਾ ਹੀ ਹੁੰਦਾ ਦੁਸ਼ਮਣ ਦਾ ਸੁੱਟਣ ਲਈ ਵੀ ਲਾਲਚ ਦਿਓ, ਡਰਾਉਣਾ ਅਖੀਰ 'ਤੇ। ਫਿਰ ਆਪਾਂ ਲਾਲਚ ਇਹ ਦਿੱਤੇ ਗਏ, ਸਾਹਿਬਜ਼ਾਦਿਓ, ਬੱਚਿਓ, ਤੁਹਾਡੀ ਉਮਰ ਕਿੰਨੀ ਹੈ? 7-9 ਸਾਲ। ਵੱਡੇ ਹੋ ਗਏ, ਤੁਹਾਡਾ ਵਿਆਹ ਕੀਤਾ ਜਾਏਗਾ ਚੰਗੇ ਘਰਾਣਿਆਂ 'ਚ, ਤੁਹਾਨੂੰ ਵੱਡੇ ਵੱਡੇ ਮਹੱਲ ਮਿਲਣਗੇ, ਐਸ਼ ਕਰੋਗੇ। ਸਾਹਿਬਜ਼ਾਦਿਆਂ ਦਾ ਅੱਗੇ ਜਵਾਬ ਨਾ ਵਿੱਚ ਸੀ। ਸਾਰਾ ਦਿਨ ਲਾਲਚ ਦਿੱਤੇ ਗਏ, ਇੱਦਾਂ ਰੇਹੜੀਆਂ ਲਾ ਦਿੱਤੀਆਂ ਗਈਆਂ ਵੀ ਇਹ 7 ਸਾਲ ਦੇ 9 ਸਾਲ ਦੇ ਕੀ ਫੜਨਗੇ। ਖਿਡੌਣੇ ਰੱਖ ਦਿੱਤੇ ਗਏ ਇਮਤਿਹਾਨ ਲੈਣ ਲਈ। ਪਰ ਉਹਨਾਂ ਬੱਚਿਆਂ ਨੇ, ਸਾਹਿਬਜ਼ਾਦਿਆਂ ਨੇ ਬਾਹਰ ਰੇਹੜੀਆਂ ਉੱਤੇ ਪਏ, ਭਾਵੇਂ ਉਹ ਨਕਲੀ ਹਥਿਆਰ ਹੀ ਸੀ, ਉਹਨਾਂ ਨੂੰ ਜਾ ਕੇ ਹੱਥ ਪਾਇਆ, ਸੰਕੇਤ ਦਿੱਤਾ ਕਿ ਅਸੀਂ ਜੰਗ ਲੜਾਂਗੇ, ਉਦੋਂ ਤੱਕ ਲੜਾਂਗੇ ਜਦੋਂ ਤੱਕ ਇੱਥੇ ਜ਼ੁਲਮ ਨੂੰ ਠੱਲ ਨਹੀਂ ਪੈ ਸਕਦੀ। ਸੰਕੇਤ ਸੀ। ਨਹੀਂ ਸਿੱਖ ਜ਼ਾਲਮ ਥੋੜ੍ਹਾ, ਕਿਤੇ ਜਰਾਇਮ ਪੇਸ਼ਾ ਕੌਮ ਥੋੜ੍ਹਾ। 1 ਸਾਲ 13 ਦਿਨਾਂ ਸਿੱਖਾਂ ਨੇ ਦੱਸ ਹੀ ਦਿੱਤਾ ਅਸੀਂ ਲੜਾਕੂ ਥੋੜ੍ਹਾ ਹਾਂ। ਉੱਥੇ ਧੀਆਂ ਨੂੰ ਪੁੱਛ ਕੇ ਵੇਖੋ ਨਾ, ਆ ਜਿਹੜੇ ਦੂਜਿਆਂ ਨੂੰ ਅੱਤਵਾਦੀ ਕਹਿੰਦੇ ਆ, ਉੱਥੇ ਖਾਲਿਸਤਾਨ ਦਾ ਕਰੈਕਟਰ ਵੇਖੋ ਜਾ ਕੇ। ਹਿੰਦੂ ਭੈਣਾਂ ਕਹਿੰਦੀਆਂ ਜੇ ਇੱਦਾਂ ਦਾ ਖਾਲਿਸਤਾਨ ਹੁੰਦਾ ਤਾਂ ਫਿਰ ਸਾਰੀ ਦੁਨੀਆ ਖਾਲਿਸਤਾਨ ਬਣਨਾ ਚਾਹੀਦਾ। ਉੱਥੇ ਮੈਂ ਕੁੰਡਲੀ ਬਾਰਡਰ ਦੀ ਇੱਕ ਹਿਸਟਰੀ ਦੱਸਣ ਲੱਗਾ। ਕੁੰਡਲੀ ਬਾਰਡਰ ਇੰਡਸਟਰੀ ਏਰੀਆ ਹੈ। ਉੱਥੋਂ ਫੈਕਟਰੀ ਵਿੱਚੋਂ ਜਦੋਂ ਲੜਕੀਆਂ ਨਿਕਲਦੀਆਂ ਸੀ ਕੰਮ ਕਰਕੇ ਅਤੇ ਆਪਣੇ ਘਰਾਂ ਨੂੰ ਜਾਂਦੀਆਂ ਸੀ, ਅਤੇ ਰਸਤੇ 'ਚ ਰੁੱਖ ਬਹੁਤ ਸੰਘਣੇ ਆ। ਲੋਕ ਕਿਤੇ ਗਏ ਨਾ ਦਿੱਲੀ, ਉਹ ਏਰੀਆ ਵੇਖ ਕੇ ਆਇਓ। ਅਤੇ ਉੱਥੋਂ ਜਦੋਂ ਵਿੱਚੋਂ ਲੰਘ ਕੇ ਜਾਂਦੀਆਂ ਸੀ, ਅਤੇ ਉੱਥੇ ਕਈ ਕਿਸਮ ਦੇ ਵਿਅਕਤੀ ਉਹਨਾਂ ਨੂੰ ਛੇੜਦੇ ਸੀ। ਜਦੋਂ ਦਾ ਉੱਥੇ ਅੰਦੋਲਨ ਸ਼ੁਰੂ ਹੋਇਆ ਅਤੇ ਆਪਣੇ ਪੰਜਾਬੀ ਨੌਜਵਾਨ ਰਾਤ ਨੂੰ ਪਹਿਰੇ ਦਿੰਦੇ ਸੀ, ਦਿਨੇ ਪਹਿਰੇ ਦਿੰਦੇ ਸੀ, ਅਤੇ ਉਹ ਲੜਕੀਆਂ ਜਦੋਂ ਘਰਾਂ ਜਾਂਦੀਆਂ ਸੀ, ਉਹਦੇ ਪਰਿਵਾਰ ਵਾਲੇ ਪੁੱਛਦੇ ਸੀ ਤੁਹਾਨੂੰ ਹੁਣ ਕੋਈ ਖਤਰਾ ਨਹੀਂ? ਕਹਿੰਦੀ ਜਦੋਂ ਦੀ ਇੱਥੇ ਸਰਦਾਰ ਆਏ ਆ, ਸਾਨੂੰ ਕਿਸੇ ਨੂੰ ਕੋਈ ਖਤਰਾ ਨਹੀਂ। ਇਕੱਲੇ 3 ਕਾਲੇ ਕਾਨੂੰਨ ਵਾਪਸ ਨਹੀਂ ਹੋਏ, ਉੱਥੇ ਸਿੱਖਾਂ ਨੇ ਕਰੈਕਟਰ ਪੇਸ਼ ਕੀਤਾ, ਕਿਰਦਾਰ ਪੇਸ਼ ਕੀਤਾ, ਜਿਹੜਾ ਅਖੌਤੀ ਸਰਕਾਰਾਂ ਕੋਲੋਂ ਹਜਮ ਉਹ ਥੋੜ੍ਹਾ ਚਾਹੁੰਦੇ ਆ ਵੀ ਇਹਨਾਂ ਕੋਲੋਂ ਜਿਹੜਾ ਕੱਦ ਅੰਦੋਲਨ ਦਾ ਆ ਬੇਦਬੀਆਂ ਕਿਉਂ ਕਰਾ ਰਿਹਾ ਪੰਜਾਬ 'ਚ ਭਲਾ। ਉਹ ਆਉਂਦੇ ਜਿਹੜਾ ਇਹਨਾਂ ਦੀ ਇੱਜ਼ਤ ਬਣੀ ਹੈ ਇਹਨਾਂ ਨੂੰ ਥੋੜ੍ਹਾ ਜਿਹਾ ਬਦਨਾਮ ਕਰੋ। ਇਹ 5-7 ਬੰਦੇ ਵੱਢਣ, ਕਹੀਂ ਕਹਾਂਗੇ ਤੁਸੀਂ ਇਹਨਾਂ ਦੀ ਇੰਨੀ ਤਾਰੀਫ ਕਰਦੇ ਹੋ, ਇਹ ਐਡੀ ਤਾਰੀਫ ਦੇ ਲਾਇਕ ਨਹੀਂ ਹੈਗੇ, ਅਤੇ ਬੰਦੇ ਮਾਰੀ ਜਾਂਦੇ ਆ। ਸਰਕਾਰਾਂ ਬਹੁਤ ਕੁਝ ਕਰਾਉਂਦੀਆਂ। ਜੇ ਔਰੰਗਜ਼ੇਬ ਤਖਤ ਪ੍ਰਾਪਤ ਕਰਨ ਲਈ ਆਪਣੇ ਸਕੇ ਪਿਓ ਨੂੰ ਜੇਲ੍ਹ 'ਚ ਬੰਦ ਕਰ ਸਕਦਾ, ਭਰਾਵਾਂ 'ਤੇ ਅਤਿਆਚਾਰ ਕਰ ਸਕਦਾ, ਇਹ ਲੋਕ ਗੱਦੀਆਂ ਹਾਸਲ ਕਰਨ ਲਈ 4, 10, 20 ਦੀ ਬਲੀ ਵੀ ਦੇ ਦੇਣਗੇ, ਅਤੇ ਇਹਨਾਂ ਨੂੰ ਪਤਾ ਇਹ ਘਾਟੇ ਦਾ ਸੌਦਾ ਨਹੀਂ। ਇਹਦੀ ਪਲੈਨਿੰਗ ਸਮਝੋ ਥੋੜ੍ਹਾ ਜਿਹਾ ਨਾ, ਜ਼ਿੰਦਗੀ ਵਿੱਚ ਇਹ ਚੀਜ਼ ਨੂੰ ਸਮਝੋ ਕਿ ਪੰਜਾਬ 'ਚ ਹੀ ਸਰੂਪ ਮਹਾਰਾਜ ਜੀ ਤੇ ਇੱਥੇ ਵੀ ਹੈਗੇ ਆ, ਗੁਰੂ ਅੰਗਦ ਸਰੂਪ ਤੇ ਬਾਕੀ ਸਟੇਟਾਂ 'ਚ ਵੀ ਹੈਗੇ ਆ। ਇਹ ਇਕੱਲੇ ਪੰਜਾਬ 'ਚ ਹੀ ਕਿਉਂ ਕਰ ਰਹੇ? ਨਾਲੇ ਉਹ ਵੀ ਦਰਬਾਰ ਸਾਹਿਬ ਹੀ ਕਿਉਂ ਕਰਵਾਇਆ? ਜੰਗਲਾ ਟੱਪ ਕੇ ਪਤਾ ਵੀ ਹੈਗਾ। ਹੁਣ ਇੱਥੇ ਕੋ ਆਪਾਂ ਇੱਦਾਂ ਕਥਾ ਹੋ ਰਹੀ ਹੈ, ਦੀਵਾਨ ਲੱਗਾ, ਇੱਥੇ ਕੋ ਬੰਦਾ ਆਣ ਕੇ ਕਰੇ, ਸਿੱਧੀ ਪੰਜਾਬੀ 'ਚ ਕਹੀਏ ਵੀ ਪੂਰੀ ਪਲੈਨਿੰਗ ਨਾਲ ਬੰਦਾ ਆ ਰਿਹਾ, ਅਜੇ ਅੱਗੋਂ ਪਿਛੋਂ ਆਏਗਾ ਅਤੇ ਆਪਾਂ ਕਹਾਂਗੇ ਉਹ ਇਸ ਹਿਸਾਬ ਨਾਲ ਆਇਆ ਵੀ ਮੇਰਾ ਕਿਸੇ ਨੂੰ ਪਤਾ ਨਾ ਲੱਗੇ। ਉਹਨੇ ਕੀਤਾ ਵੀ ਉਸ ਟਾਈਮ ਜਦੋਂ ਸੋਦਰ ਦਾ ਪਾਠ ਹੋ ਰਿਹਾ, ਅਤੇ ਕੀਤਾ ਵੀ ਇਸ ਕਰਕੇ ਆ, ਪਤਾ ਵਾ ਕਿ ਬਹੁਤੀ ਗੱਲ ਬਾਹੋਂ ਫੜ ਕੇ ਬਾਹਰ ਕੱਢ ਦੇਣਗੇ। ਉਹਨੂੰ ਪਹਿਲਾਂ ਸਿਖਾਇਆ ਹੋਏਗਾ ਵੀ ਹੋ ਸਕਦਾ ਤੇਰੀ ਇਹਦੇ ਵਿੱਚ ਜਾਨ ਵੀ ਚਲੀ ਜਾਏ। ਅਤੇ ਕੀ ਸੋਚਦੇ ਹੋ ਸੌਦਾ ਫ੍ਰੀ ਹੋਇਆ ਹੋਏਗਾ? ਬੋਲ ਕੇ ਦੱਸਿਆ ਭਲਾ, ਫ੍ਰੀ ਹੋ ਗਿਆ ਹੋਏਗਾ ਵੀ 1-2 ਬੰਦੇ ਇੱਦਾਂ ਵੱਢੇ ਜਾਣਗੇ। ਜਿਹੜਾ ਇਹਨਾਂ ਦਾ ਅੰਦੋਲਨ ਦੀ ਤਾਰੀਫ ਹੋਈ ਹੈ ਵੀ ਇੱਦਾਂ ਇਹਨਾਂ ਦੀ ਇੱਜ਼ਤ ਬਣੀ ਹੈ। ਅਸੀਂ ਨਾ ਡਕੈਤ ਨੂੰ ਮਿਲ ਕੇ ਆਏ, ਉਹ ਆਪਣੀ ਜ਼ੁਬਾਨੀ ਉਹਨੇ ਸ਼ਬਦ ਬੋਲੇ, ਕਹਿੰਦੇ ਜਦੋਂ ਮਾੜਾ ਜਿਹਾ ਮਨ ਡਾਵਾਂਡੋਲ ਹੋਣ ਲੱਗਦਾ ਨਾ, ਉਦੋਂ ਮੈਂ ਨਾਲ ਦੇ ਨੂੰ ਕਹਿੰਦਾ ਮੇਰੇ ਸਿਰ 'ਤੇ ਪੱਗ ਬੰਨ੍ਹ ਦਿਓ, ਮੈਨੂੰ ਐਨਰਜੀ ਮਿਲਦੀ ਹੈ, ਤਾਕਤ ਮਿਲਦੀ ਹੈ, ਮੈਨੂੰ ਆਪਣੀ ਪੱਗ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਨਾ।
ਆਪਣੇ ਘਰਾਂ ਜਦੋਂ ਪਿਓ ਚੜ੍ਹਾਈ ਕਰਦਾ ਸੀ ਤੇ ਵੱਡੇ ਪੁੱਤ ਨੂੰ ਕਹਿਣਾ ਅੱਜ ਇਹਦੇ ਸਿਰ ਤੇ ਪੱਗ ਬੰਨ੍ਹਣੀ ਹੈ। ਵੈਸੇ ਸਾਡਾ ਕਲਚਰ ਨਹੀਂ ਹੈਗਾ, ਕਿਉਂਕਿ ਸੱਕੀ ਅਸੀਂ ਪਿਓ ਦੇ ਜਾਣ ਤੋਂ ਬਾਅਦ ਹੀ ਜ਼ਿੰਮੇਵਾਰ ਹੁੰਦੇ ਆ। ਸਾਡੇ ਤੇ ਜਵਾਕ ਛੋਟੇ ਛੋਟੇ ਪੱਗਾਂ ਬੰਨ੍ਹ ਕੇ ਦੱਸਦੇ ਆ ਕਿ ਮੇਰੇ ਪਿਓ ਨੇ ਮੈਨੂੰ ਹੁਣੇ ਹੀ ਜ਼ਿੰਮੇਵਾਰ ਬਣਾਤਾ। ਇਹ ਦੂਜਿਆਂ ਮਤਾਂ 'ਚ ਹੋਏਗਾ ਵੀ ਪਿਓ ਦੇ ਮਰਨ ਤੋਂ ਬਾਅਦ ਜ਼ਿੰਮੇਵਾਰੀ ਬਣਨੀ ਆ। ਕਈਆਂ ਘਰਾਂ 'ਚ ਤੁਸੀਂ ਵੇਖਿਆ ਦਾਦੇ ਪੜਦਾਦੇ ਬੈਠੇ ਆ, ਆਂਦਾ ਸੁੱਖ ਨਾ ਪੋਤਰਿਆਂ ਕਾਰੋਬਾਰ ਸਾਂਭ ਲਿਆ, ਮੇਰੇ ਬੱਚੇ ਜ਼ਿੰਮੇਵਾਰ ਆ। ਹੁਣ ਦਾਦਾ ਚੜ੍ਹਾਈ ਕਰੇ ਤੇ ਪੋਤਰੇ ਗਾੜੀ ਵਿਆਹੁਣ ਵਾਲੇ ਹੋਣ ਤੇ ਆਪਾਂ ਮਗਰੋਂ ਪੋਤਰੇ ਸਿਰ ਤੇ ਪੱਗ ਰੱਖਦੇ ਫਰੀਏ ਤੇ ਲੋਕ ਪੁੱਛਣੇ ਕਾਹਦੇ ਰੱਖੀਏ? ਇਹ ਪਿਓ ਦੀ ਜ਼ਿੰਮੇਵਾਰੀ। ਹੁੰਦਾ ਜ਼ਿੰਮੇਵਾਰੀ ਤੇ 50 ਸਾਲ ਹੋ ਗਈ ਪਿਓ ਨੇ ਛੱਡੀ। ਉਹ ਸਮਝ ਆ ਰਹੀ ਪਿਆਰਿਓ? ਤੁਸੀਂ ਆਪਾਂ ਘਰਾਂ 'ਚ ਬੈਠੇ ਆ, ਆਪਾਂ ਆਪਣੇ ਬੱਚਿਆਂ ਨੂੰ ਕਾਰੋਬਾਰ ਕਰਨਾ ਸਿਖਾਉਂਦੇ ਆ। ਇਹ ਸਾਡਾ ਕਲਚਰ ਨਹੀਂ ਸੀ। ਇੱਥੇ ਤਾਂ 7 ਸਾਲ ਦੇ ਬਾਬਾ ਫਤਿਹ ਸਿੰਘ ਦੇ ਸਿਰ ਤੇ ਵੀ ਦਸਤਾਰ ਆ। 7 ਸਾਲ ਦੇ ਬਾਬਾ ਫਤਿਹ ਸਿੰਘ ਵੀ ਜ਼ਿੰਮੇਵਾਰ ਵਾ। ਯਾਨੀ ਕਿ ਦਸਤਾਰ ਇੱਕ ਜ਼ਿੰਮੇਵਾਰੀ ਦਾ ਅਹਿਸਾਸ, ਮਾਣ ਸੀ, ਇੱਜ਼ਤ ਸੀ, ਬਹੁਤ ਕੁਝ ਸੀ ਸਾਡੇ ਸਮਾਜ, ਪਰ ਅਸੀਂ ਸਭ ਕੁਝ ਛੱਡ ਗਿਆ। ਵੇਖੋ ਇਹਨਾਂ ਚੀਜ਼ਾਂ ਨੂੰ ਪਾਲਣਾ ਬਹੁਤ ਜ਼ਰੂਰੀ ਹੈ। ਕੋਈ ਆਪਣੀ ਮਰਜ਼ੀ ਨਾਲ ਨਾ ਬੰਨੇ, ਪਰ ਜਦੋਂ ਇਹਦੀ ਅਹਿਮੀਅਤ ਦੀ ਸਮਝ ਆ ਜਾਂਦੀ ਹੈ ਨਾ ਵੀ ਦਸਤਾਰ ਦੀ ਪਰਸਨੈਲਿਟੀ ਕੀ ਆ। ਹੁਣ ਡਕੈਤ ਨੇ, ਚਲੋ ਆਪਾਂ ਕਹਾਂਗੇ ਆਮ ਲੀਡਰ ਪੱਗ ਇਸ ਕਰਕੇ ਬੰਨ੍ਹਦੇ ਆ ਉਹਨੂੰ ਵੋਟਾਂ ਚਾਹੀਦੀਆਂ। ਡਕੈਤ ਯੂਪੀ ਦਾ ਰਹਿਣ ਵਾਲਾ, ਉਹਨੇ ਪੰਜਾਬ ਜਾ ਕੇ ਦਸਤਾਰ ਬੰਨ੍ਹ ਕੇ ਉੱਥੇ ਲੋਕਾਂ ਨੂੰ ਕੀ ਦੱਸਣਾ ਸੀ? ਉਹ ਆਪਣੇ ਹੁਣ ਆਮ ਲੀਡਰ ਤੇ ਪੱਗਾਂ ਬੰਨ੍ਹਦੇ ਆ। ਸਾਡੇ ਜਦੋਂ ਗੁਰਦੁਆਰੇ ਆਉਣ ਉਹਨੂੰ ਕਿਰਪਾਨ ਵੀ ਸਾਡੇ ਦਿੰਦੇ ਆ ਵੀ ਆਪਾਂ ਕਹਾਂਗੇ ਚਲੋ ਸਿੱਖਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਵੀ ਇਹਨੂੰ ਪਤਾ ਲੱਗੇ ਜੀ ਇਹ ਮੈਂ ਇਹਨਾਂ ਦੇ ਨਾਲ ਦਾ। ਉਹ ਕਿਉਂ ਸਿਰ ਤੇ ਪੱਗ ਬੰਨ੍ਹਦਾ? ਉਹ ਸੱਚ ਸੀ। ਉਹ ਕਹਿੰਦਾ ਸੱਚੀ ਗੱਲ ਹੈ, ਇਸ ਅੰਦੋਲਨ ਜੇ ਮੈਨੂੰ ਐਨਰਜੀ ਮਿਲੀ ਆ ਤੇ ਆਪਣੇ ਸਿੱਖ ਪੰਜਾਬੀ ਭਰਾਵਾਂ ਕੋਲੋਂ ਮਿਲੀ ਆ। ਇੱਦਾਂ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖਲੋਤੇ ਰਹੇ ਤੇ ਟਾਰਗੇਟ ਵੀ ਕੀਤੇ। ਲਖੀਮਪੁਰ ਖੀਰੀ ਜਿਹੜੇ 4 ਉਹ ਪੰਜਾਬੀ ਪਰਿਵਾਰਾਂ ਦੇ ਬੱਚੇ ਸੀ, ਇੱਕ ਰਮਨ ਪੱਤਰਕਾਰ ਸੀ। ਤੋ ਮੈਂ ਸਿਰਫ ਇਹ ਬੇਨਤੀ ਦੱਸਣਾ ਚਾਹੁੰਦਾ ਵੀ ਅਗਲੇ ਤੁਹਾਡਾ ਮਨੋਬਲ ਕਿੱਦਾਂ ਡਿੱਗਦੇ ਆ। ਸਾਰਾ ਦਿਨ ਸਾਹਿਬਜ਼ਾਦੇ ਨੂੰ ਇੱਦਾਂ ਸਵਾਲ ਜਵਾਬ ਹੋਏ, ਵਾਪਸ ਚਲੇ ਗਏ। ਅਗਲੇ ਦਿਨ ਫਿਰ ਕਚਹਿਰੀ 'ਚ ਪੇਸ਼ ਕੀਤਾ ਗਿਆ, ਲਾਲ ਦਿੱਤੇ ਗਏ। ਫਿਰ ਅਖੀਰ ਡਰਾਵਿਆਂ 'ਤੇ ਗੱਲ ਆ ਗਈ ਵੀ ਜੇ ਸਾਡੀ ਗੱਲ ਨਹੀਂ ਮੰਨੋਗੇ ਤੁਸੀਂ, ਤੁਹਾਨੂੰ ਸਜ਼ਾ ਦਿੱਤੀ ਜਾਏਗੀ, ਤੁਹਾਨੂੰ ਖਤਮ ਕਰ ਦਿੱਤਾ ਜਾਏਗਾ। ਪਰ ਉਹ ਗੁਰੂ ਕੇ ਲਾਲ ਡੋਲੇ ਨਹੀਂ ਤੇ ਘਬਰਾਏ ਨਹੀਂ। ਜਦੋਂ ਉਹਨਾਂ ਨੂੰ ਸ਼ਹੀਦ ਕਰਨ ਦੀ ਗੱਲ ਆਈ ਤੇ 2 ਜਲਾਦ ਸਮਾਣੇ ਦੇ ਰਹਿਣ ਵਾਲੇ ਸਨ, ਸਾਸਲ ਬੇਗ ਤੇ ਬਾਸਲ ਬੇਗ। ਉਹਨਾਂ ਦਾ ਕੋਈ ਕੇਸ ਚੱਲਦਾ ਸੀ ਸਰਹੰਦ। ਕੋਈ ਇਹ ਜ਼ੁਲਮ ਕਰਨ ਨੂੰ ਤਿਆਰ ਵੀ ਨਹੀਂ ਸੀ ਨਾ। ਹੁਣ ਤੁਹਾਨੂੰ ਕਿੰਨਾ ਮਰਜ਼ੀ ਕੋਈ ਪੈਸਾ ਦੇ ਦੇਵੇ, ਪਰ ਇਹ ਕਵੇ ਕਿ ਆਹ 2 ਜਾਣਿਆਂ ਨੂੰ ਤੁਸੀਂ ਖਤਮ ਕਰਨਾ, 7 ਤੇ 9 ਸਾਲ ਨੂੰ ਹੈਗੇ ਵੀ ਗੁਰੂ ਦੇ ਸਾਹਿਬਜ਼ਾਦੇ ਆ। ਜਿਵੇਂ ਬੰਦਾ ਸਿੰਘ ਬਹਾਦਰ ਨੂੰ ਨਹੀਂ ਸੀ ਕਿਹਾ ਆਪਣੇ ਬੱਚੇ ਦਾ ਆ ਦਿਲ ਕੱਢ, ਕਲੇਜਾ ਬਾਹਰ ਕੱਢ, ਬੰਦਾ ਸਿੰਘ ਬਹਾਦਰ ਨੂੰ ਕਿਹਾ। ਜਲਾਦ ਕਹਿੰਦਾ, ਬੰਦਾ ਸਿੰਘ ਬਹਾਦਰ ਕਹਿੰਦਾ ਓਏ ਤੂੰ ਮੇਰਾ ਬੱਚਾ ਧਰਤੀ 'ਤੇ ਲੰਮਾ ਪਾ ਕੇ ਮੈਨੂੰ ਕਿੰਨਾ ਕਲੇਜਾ ਬਾਹਰ ਕੱਢ? ਤੂੰ ਆਪਣਾ ਬੱਚਾ ਵੀ ਇੱਥੇ ਲੰਮਾ ਪਾ ਦੇ, ਮੈਂ ਤੇਰੇ ਬੱਚੇ ਦਾ ਕਲੇਜਾ ਵੀ ਨਹੀਂ ਬਾਹਰ ਕੱਢ ਸਕਦਾ। ਸਾਡਾ ਇੱਕ ਕਰੈਕਟਰ ਆ, ਇਹ ਸਾਡਾ ਕਿਰਦਾਰ ਆ। ਤੂੰ ਮੈਨੂੰ ਮੇਰੇ ਬੱਚੇ ਨੂੰ ਦਿਲ ਕੱਢਣ ਲਈ ਕਹਿ ਰਿਹਾ, ਤੂੰ ਆਪਣਾ ਬੱਚਾ ਇੱਥੇ ਲੰਮੇ ਪਾ ਦੇ, ਮੈਂ ਤੇਰੇ ਬੱਚੇ ਦਾ ਵੀ ਦਿਲ ਬਾਹਰ ਨਹੀਂ ਕੱਢਾਂਗਾ। ਇਹ ਸੱਚ ਹੈ। ਪੂਰੀ ਹਿਸਟਰੀ ਵਿੱਚ ਸਿੱਖਾਂ ਨੇ ਕਿਸੇ ਬੱਚੇ ਤੇ ਕਿਸੇ ਨਿੱਥੇ ਉੱਤੇ ਵਾਰ ਕੀਤਾ ਹੋਇਆ। ਜਿਹੜੇ ਸਾਨੂੰ ਅੱਜ ਹਿਸਟਰੀ ਸਿਖਾ ਰਹੇ ਨੇ, ਮਾਫ਼ ਕਰਨਾ ਮੈਂ ਗੁਰੂ ਦੀ ਗੋਦ ਵਿੱਚ ਇਹ ਗੱਲ ਕਹਿਣਾ, ਕਦੀ ਆਪਣੇ ਭਾਰਤ ਦਾ ਇਤਿਹਾਸ ਤੇ ਪੜ੍ਹ ਕੇ ਵੇਖ ਲਓ। ਸਾਡੇ ਤੇ ਆਪਣੇ ਮਰ ਗਏ, ਜ਼ਮੀਰਾਂ ਮਾਰ ਕੇ ਜਾ ਕੇ ਕੁਰਸੀਆਂ ਬਦਲੇ ਲੰਮੇ ਪੈ ਗਏ। ਸਿੱਖਾਂ ਨਾਲ ਦਾ ਕਰੈਕਟਰ ਤੇ ਕਿਰਦਾਰ, ਜਰੈਮ ਪੇਸ਼ਾ ਕੌਮ ਸਿੱਖਾਂ ਨੂੰ ਕਿਹਾ ਗਿਆ। ਜਿਨ੍ਹਾਂ ਨੇ ਪੱਖ ਜਾ ਕੇ ਸਰਕਾਰਾਂ ਦੇ ਸਾਹਮਣੇ ਰੱਖਣਾ ਸੀ, ਉਹਨਾਂ ਕੋਲੋਂ ਇਨਾਮ ਤੇ ਤੋਹਫੇ ਲੈ ਕੇ ਆਪਣੇ ਘਰਾਂ ਨੂੰ ਆ ਗਏ। ਦੱਸਣਾ ਸੀ ਉੱਚੇ ਅਹੁਦੇ ਤੇ ਬੈਠਿਆਂ ਨੇ, ਦੱਸਣਾ ਜਿਹੜੇ ਪੜ੍ਹੇ ਲਿਖੇ ਸੀ, ਜਿਨ੍ਹਾਂ ਦੇ ਨਾਲ ਉਹ ਬੈਠ ਕੇ ਸਲਾਹਾਂ ਕਰਦੇ ਆ, ਉਹਨਾਂ ਦੱਸਣਾ ਸੀ। ਤੁਹਾਂ ਮੈਂ ਨਹੀਂ ਸੀ ਦੱਸਣਾ, ਕਿਉਂਕਿ ਆਪਣੀ ਤੇ ਪਹੁੰਚ ਹੀ ਨਹੀਂ ਹੈਗੀ। ਹੁਣ ਤੁਸੀਂ ਕਿਸੇ ਸਰਕਾਰ ਦੇ ਕਰਿੰਦੇ ਤੱਕ ਕਿੱਦਾਂ ਆਵਾਜ਼ ਪਹੁੰਚਾਓਗੇ? ਪਰ ਜਿਨ੍ਹਾਂ ਪਹੁੰਚਾਉਣੀ ਸੀ ਉਹ ਕੀ ਲੈ ਕੇ ਆ ਗਏ? ਉਹ ਅਹੁਦੇ ਨਵਾਬੀਆਂ ਲੈ ਕੇ ਘਰ ਨੂੰ ਮੋੜ ਆਏ। ਦੱਸਦੇ ਤੁਸੀਂ ਅਸੀਂ ਜਰਾਇਮ ਪੇਸ਼ਾ ਨਹੀਂ ਹਾਂ, ਅਸੀਂ ਜ਼ੁਲਮ ਕਰਨ ਵਾਲੇ ਨਹੀਂ ਹਾਂ, ਅਸੀਂ ਜ਼ੁਲਮ ਨੂੰ ਠੱਲ ਪਾਉਣ ਵਾਲੇ ਹਾਂ। ਇਹਦੀਆਂ ਸੈਂਕੜੇ ਐਗਜ਼ੈਂਪਲਾਂ ਸਾਨੂੰ ਹਿਸਟਰੀ ਵਿੱਚੋਂ ਮਿਲ ਜਾਣਗੀਆਂ, ਸੈਂਕੜੇ ਉਦਾਹਰਨਾਂ ਮਿਲ ਜਾਣਗੀਆਂ, ਜਿੱਥੇ ਤੁਹਾਨੂੰ ਹਿੰਦੂ ਪਰਿਵਾਰਾਂ ਦੀਆਂ ਲੜਕੀਆਂ ਕਹਿਣਗੀਆਂ ਆਹ ਕੱਲ੍ਹ ਦੀਆਂ ਗੱਲਾਂ ਨੇ। ਮੈਂ ਆਪਣੀ ਗੱਲ ਦੱਸਦਾ, ਸਾਡੇ ਕੋਲ ਉੱਥੇ ਟੈਂਟ ਵਿੱਚ ਅਸੀਂ ਲਗਾਤਾਰ ਉੱਥੇ ਰਹੇ ਹਾਂ। ਸਾਡੇ ਕੋਲ ਇੱਕ ਹਿੰਦੂ ਪਰਿਵਾਰ ਦੀ ਲੜਕੀ ਡਾਕਟਰ ਸੀ, ਜਿਹੜੀ ਕਿਸਾਨਾਂ ਦੀ ਸੇਵਾ ਕਰਨ ਲਈ ਆਉਂਦੀ ਸੀ। ਅਸੀਂ ਇੱਕ ਦਿਨ ਉਸ ਲੜਕੀ ਨੂੰ ਜਦੋਂ ਉਹਦੇ ਘਰ ਛੱਡਣ ਗਏ ਤੇ ਉਹਦਾ ਪਰਿਵਾਰ, ਉਹਦੇ ਪਿਤਾ, ਉਹਦੀਆਂ 2 ਭੈਣਾਂ ਸੀ, ਇੱਕ ਭਰਾ ਸੀ। ਅਸੀਂ ਕਿਹਾ ਜੀ ਤੁਹਾਡਾ ਧੰਨਵਾਦ। ਇਸ ਅੰਦੋਲਨ ਤਾਂ ਕਈ ਆਪਣੇ ਲੜਕੇ ਭੇਜਣ ਤੋਂ ਵੀ ਡਰਦੇ ਸੀ ਵੀ ਗੋਲੀ ਨਾ ਚੱਲ ਜਾਏ, ਕੋਈ ਕਤਲ ਨਾ ਹੋ ਜਾਏ, ਕੋਈ ਵੱਢ ਫੱਟ ਨਾ ਹੋ ਜਾਏ। ਤੁਸੀਂ ਉੱਥੇ ਕਿਸਾਨਾਂ ਦੀ ਸੇਵਾ ਕਰ ਲਈ, ਆਪਣੀ ਧੀ ਨੂੰ ਭੇਜਦੇ ਰਹੇ।
तो पता उस हिंदू वीर का की जवाब सी? वो कहता जी मैं तुहाडे सारिया किसानों चों गुरु नानक साहब वेखदा सी। मैनूं इंज लगदा सी वो सारे बाबे नानक दे पुत्तर धीआं बैठे ने। जिम्मेवारी वध गई कि नहीं वध गई? तुहाडे बारे कोई शब्द बोल दे, तुहाडे हत्थ कंबणगे पाप कर लग्या कि नहीं? बोलो भाई, तुहाडा अंदर हिलेगा ना एक बारी, यार एडा मान मेरे ते होए, यार मैं कोई गलती कर देवां तो मेरे बाबे नानक ते दाग लगो। कभी ये जिम्मेवारी का एहसास ही नहीं होया सानूं। असीं आए पकौड़े खाधे, चावां पीतियां, घर नूं चले गए। जिदन 11 दसंबर नूं उत्थों किसान तुर लगे सी ना, वो धीआं रो रहीआं सन। वो कहंदियां साडे भरा साडे तो दूर चले गए, साडियां मावां साडे तो दूर चले गईयां, साडे बुजुर्ग किसान साडे तो दूर चले गए। बहुत कुछ सिरजिया उस अंदोलन ने, उत्थे इहो जिहा प्यार वंडिया। तुसीं तो सोशल मीडिया राਹੀਂ बड़ा कुछ वेखिया होना, तो आने वाले समय ਇਹਦੇ ਤੇ सैकड़े फिल्मां बन गईਆਂ, किताबां लिखियां जाणगीਆਂ, जिवें चाबियां दा मोर्चा, गुरुद्वारा सुधार लहर, साका ननकाणा। इदां दा इतिहास सिरज दिता इस अंदोलन ने, करैक्टर सिरज के रखिया। तो खैर जी मैं बेनती करनी चाहना, ये एनर्जी मिली कित्थों? ये मिली सानूं उन्हां तो जिन्हां दे आपां दिन मना रहे हैं। ये साडे हीरो कह लो, इन्हां नूं तुसीं साडे आगू कह लो, अगवाई करन वाले कह दो। वो साहिबजादियां नूं लगातार तसीहे देण वास्ते शाशल बेग ते बाशल बेग तैयार हो गए, क्योंकि उन्हां दियां कोई तरीकां सी, कोई उन्हां दे उत्ते कोई केस चलदा सी। उन्हां कहा जी साडा केस रफा दफा कर दिओ, असीं इन्हां नूं नीहां चिणन लई तैयार हां। जदों नीहां चिणिया, हुण नीहां चिणिया जो दीवार उन्हां दे छाती तक आउंदी, उत्थे अल्लाह यार खां जोगी बहुत प्यारे शब्द लिखते हैं, कहते दीवार के दबाव में हब्स दम हुआ। जो दीवार का दबाव पैन लगा तो खून का सर्कल रुकन लगा। दीवार के दबाव में हब्स दम हुआ, दौरान खून रुकने लगा, सांस कम हुआ। जो खून का सर्कल रुकन लगा तो दोनों साहिबजादे नूं साह लैण च दिक्कत आई। एक होंदा ना सीधा किसी नूं खत्म कर देना, एक होंदा तसीहे देने, पहला ठंडे बुरज फिर दीवार सामने इधर जाके रख दी है। दीवार के दबाव में हब्स दम हुआ, दौरान खून रुकने लगा, सांस कम हुआ। फरमाए दोनों बाजार सितम हुआ। दोवें आपस में गल्लां करते हैं, यार अपने तो दोनों जने तो एडा जुल्म क्यों कर रहे हैं? तो वड्डा साहिबजादा छोटे नूं कहंदा ये आपां नूं छड्ड सकदे आ, ये आपां नूं इत्थों रिहा कर सकदे, बरी कर सकदे आ। कहंदा वो किवें? कहंदा इन्हां दी एक गल मननी पैनी आ, इस्लाम कबूल करना पैना, सिੱਖੀ चों बाहर जाना पैना। ये छोटे नूं कहंदा। छोटा क्यों? कहंदा फिर जे इस्लाम कबूल कर लिया उस तो बाद फिर मौत नहीं आऊगी। इस्लाम कबूल करन तो बाद मौत नहीं आउंदी होनी। छोटा सी, उन्हें पुछया भी मौत नहीं आउंदी? वड्डा तां नहीं, मौत तो फिर भी आउणी आ। उमरां छोटियां ने पर गल्लां, बोलो जी, कई वारी ना साडे घरां च भी बच्चे बहुत सियाणियां गल्लां करदे आ, पर साडे कोल होर हंकार करन हुंदा कुछ नहीं सिवाए उम्र तो। आपां कहंदे मैं वड्डा तेरे नालों, मैं तेरे तो वड्डी हाँ, तैनूं बड़ा पता वा, तैनूं बड़ी अकल आ। हुण साहिबजादे उत्थे शब्द बोल रहे हैं। छोटे साहिबजादे कहते फिर मौत नहीं आएगी? कहते मौत आएगी। तो फिर अगे छोटे का जवाब है, जो अल्लाह यार खां जोगी ने लिखा है। वो कहता मान लो भी ये आपां नूं छड्ड दिंदे, आपां 100 साल उम्र भोग लैंदे आ। मान लो अज आपां नूं छड्ड दिंदे भी अपने दोनों की 100 साल उम्र होगी। मेरी 7 आ, मैं 93 साल होर जियांगा, तेरी 9 आ, तू 91 साल होर जिएगा। पर 91 ते 93 साल तो बाद भी तो जाना ही है ना। सद कहते थे 100 नूं, कहना 7 साल और जी के भी मरना जरूर था, 100 साल उम्र भोग के भी तो आप मरना ही है ना। फिर छोटा वड्डे नूं कहंदा फिर अज आपां नूं ये शहीदी प्रवान आ। कहंदा वो क्यों? कहंदा इस करके कि जे आपां अज इन्हां दी ईन मान लई, जिहड़े आ मगरले 93 ते 91 साल जीने आ ना, सिर सुट के जीने पैणे। अज अणख नाल सिर उच्चा चुक के जावांगे। 7 साल और जी के भी मरना जरूर था, सर कौम से बचाना जे गैरत से दूर था। उन्होंने किन्ना एहसास आ भी मैं अपनी कौम तो अपना सिर बचा लवां। इत्थे पता नहीं कौमां ही वेचदियां, गिरवी रख के बैठे ने। किन्ना कुछ साडे लोकां ने कीता जी, बोलो। पर याद रखियो ना उन्हां दा रहिंदा जिहड़े सच्चाई ते तुरदे ने। क्यों प्यारिओ?
जो मर्जी जायदादां बेईमानियां ठगियां अपनियां कौमां नूं वेच के बना लैण, लीडर शीडर बड़ा कुछ करते फिरदे आ, पर किहने पुछना है बाद विच? तुसीं सच्चाई ते तुरोगे, लोग कहणगे चमकोगे तारिਆਂ की तरह, लोग कहेंगे क्या बात है जी, कैसा जीवन, 7 साल और जी के भी मरना जरूर था, सार कौम से बचाना जे गैरत से दूर था। सिक्खी की नींव हम हैं। अल्लाह यार खां जोगी ने 1951-52 विच एक ये लिखे आ 2 किताबां, शहीदां ने वफा ते गंज शहीदां, ये 2 किताबां लिखियां अल्लाह यार खां जोगी ने। जरूर अपने घरां 'च लैके रखो, पढ़ाओ अपने बच्चों। ये 1951-52 च लिखियां ने। उन्हें कवि सी ना, काव रूप च लिखियां। उन्हें ऐ महसूस किया भी जिवें मैं उन्हें रंग भरे ने अपने, भी मैनू महसूस हुंदा इदां गुरु साहब दे नाल होया। एक कवि दुन्ना सिंह हंडूरिया होया, वो गुरु साहब का समकाली होया है, यानी कि जो गुरु साहब आनंदपुर साहब तो निकले ने, नाल निकलिया। उन्हें फिर कलमबंद भी की है, उन्हें वो सारिया गल्लां कलमबंद कीतियां ने। बहुत कुछ सारियां तो हैल्प लैके अल्लाह यार खां जोगी ने ये 2 किताबां लिखियां, गंज शहीदां ते शहीदां ने वफा। उहदे च लिखिया कहंदा सिक्खी की नींव हम हैं, मतलब अपने आप ते किड्डी वड्डी जिम्मेवारी चुक ली भी सिक्खी दी नींह आपां वां। नींह इदां वां भी जे अज आपां डोल गए तो कल नूं लोकां ने साडे बाप नूं मिहणे मारने भी आ सिखाया। समझ आई प्यारे हो, भी आ सिखाया। सिक्खी की नींव हम हैं, सरों पे उठा चले, गुरियाई का किस्सा जहां में बना चले। कोई बंदा अपना घर बनाउंदा ना, तुहानूं बिल्डर पुछदा घर बनाउण वाला भी किन्ने मंजिले बनाउणा। आपां कहने आ ना भी 2 मंजिली बनाउणा, 1 मंजिली बनाउणा, 4 मंजिली बनाउणा, 3 मंजिली बनाउणा। वो तां पुछदा भी जिन्नियां मंजिलां बनाउणा मैं उस हिसाब नाल इहदियां नीहां पक्कियां करां। भी जे एको मंजिल है फिर उस हिसाब नाल सरिया सीमेंट पाइए, ज़्यादा खर्चा करने की लोड़ नहीं। पर जे तुसीं चाहुंदे आ भी 4-5 मंजिली बिल्डिंग है, ये थल्ले आपां नूं सरिया सीमेंट उन्ना ही वध पाउणा पैना। वो कहंदा सिक्खी, हुण जिस सिक्खी की नींह च साहिबजादियां ने अपना आप पाया होवे, बिल्डिंग किड्डी उच्ची होएगी अपने आप सोच के वेखो, खत्म नहीं होएगी। ये गल पक्की है। कई बार कहने आप सिक्खी खत्म नहीं होंदी, ना 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 ना। हाँ गिनती घट वध हो सकती है, गिलती जिहड़ी ये सच्चाई है जो तुहाडे पल्ले सच होएगा। अज भी बड़े प्यारे गुरु के सिख हैगे आ जिहड़े जाना वार लई तैयार हो जाते हैं गुरु पातशाह तो। हुण उत्थे शब्द लिखे कहते सिक्खी की नींव हम हैं, सरों पे उठा चले, गुरियाई का किस्सा जहां में बना चले, सिखों की सल्तनत का पौधा लगा चले। सल्तनत शब्द तां लिखिया उत्थे कि मुड़ के बंदा सिंह बहादुर ने इत्थों ही सिख राज कायम शुरू किया सी, इत्थों ही सिखी राज की नींह रखी गई, इत्थों ही रंभता हुई सी। सिक्खी की नींव हम हैं, सरों पे उठा चले, गुरियाई का किस्सा जहां में बना चले, सिखों की सल्तनत का पौधा लगा चले, गद्दी ताजो तख्त बस अब कौम पाएगी, दुनिया में जालमों का निशान तक मिटाएगी। भी ये कौम हुण जिथे भी जुल्म होएगा, हुण गल चेता रखियो इत्थे गल किसी इस्लाम की नहीं है भी गुरु पातशाह किसी इस्लाम के उल्ट वा, ना 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 ना। ये तो सानू इदां कह के भी गुरु ने इस्लाम की जड़ पटती। ते पीर बुद्धू शाह कौन ने, निहंग खां कौन है, गनी खां नबी खां कौन है, इस्लाम नूं मनण वाले नहीं। गुरु साहब किसी मुसलमान के उल्ट नहीं है। गुरु साहब तो सानू नमाजा पढ़ ली कहते हैं, पहला सच हलाल दो, तीजा खैर खुदाए, चौथी नीयत रासमन, पंजवीं सिफत सुनाए, चौथी नीयत रास कर, पंजवीं सिफत सुनाए। हुण ये गुरु साहब तो सानू इदां दसदे ने, मरना मुला मरना भी, करता नो डरना, तां तू मुला तां तू काजी, जाने नाम खुदाई। जिहड़े गुरु साहब सानू इस्लाम दियां इन्नियां प्यारियां बातां दसदे रहण भी इदां मुसलमान बनीदा है। तो पीर बुद्धू शाह मुसलमान नहीं सी, जिहड़े अपने पुत्र भी गुरु साहब तो भंगाणी के युद्ध विच कुर्बान कर गए। हुण ये तो समझ आउंदी है गुरु साहब की सिक्ख्या, गुरु साहब का उपदेश किड्डा प्यारा सी। ये सिर्फ सानू पाड़न वास्ते, गुरु साहब किसी एक फिरके, एक जात, एक कुल, एक नस्ल के उल्ट नहीं। गुरु साहब ने सानू सिक्ख्या कि जुल्म के उल्ट लड़ना है। अच्छा जिवें अज बीजेपी सरकार ने कानून पास किए, आपां साडे पंजाबी, साडे किसान, सारे देश के किसान खड़े हो गए, तो कल को होर सरकार आ जाए जगह,
ਉਹ ਕਾਨੂੰਨ ਪਾਸ ਕਰੇਗੀ, ਆਪਾਂ ਫਿਰ ਵੀ ਤਿਆਰ ਬਰ ਤਿਆਰ ਹਾਂ। ਇਹ ਨਹੀਂ ਵੀ ਇਹ ਵੀ ਆਪਾਂ ਇੱਕ ਸਰਕਾਰ ਦੇ ਉਲਟਾ, ਯਾਨੀ ਕਿ ਜਿਹੜੇ ਵੀ ਸਰਕਾਰ ਕਾਨੂੰਨ ਗਲਤ ਪਾਸ ਕਰੂ, ਜੇ ਆਪਾਂ ਸਾਰੇ ਸਿਰ ਜੋੜ ਕੇ ਬੈਠੀਏ ਤਾਂ ਸਰਕਾਰਾਂ ਦਾ ਝੁਕਣਾ ਸੰਭਵ ਹੋ ਸਕਦਾ, ਅਸੰਭਵ ਨੂੰ ਆਪਾਂ ਸੰਭਵ ਕਰ ਸਕਦੇ। ਗੱਲ ਇਹ ਕਿ ਇਹਦੀ ਗੱਲ ਕੱਟਦੀ ਆ। ਤੋ ਇਹ ਆਪਣੇ ਬੱਚੇ ਨੂੰ ਐਜੂਕੇਸ਼ਨ ਦੇਣ ਦੀ ਲੋੜ ਆ ਵੀ ਇਹ ਨਾ ਕਹੋ ਗੁਰੂ ਸਾਹਿਬ ਮੁਸਲਮਾਨਾਂ ਦੇ ਉਲਟਾ। ਇਹ ਸਾਡੇ ਦਿਮਾਗ 'ਚ ਇੱਦਾਂ ਦਾ ਜ਼ਹਿਰ ਪਾਇਆ ਗਿਆ, ਇੱਦਾਂ ਦੀਆਂ ਗੱਲਾਂ ਪਾ ਦਿੱਤੀਆਂ ਗਈਆਂ ਵੀ ਸ਼ਾਇਦ ਜਿਵੇਂ ਅਸੀਂ ਮੁਸਲਮਾਨਾਂ ਦੇ ਉਲਟਾ, ਅਸੀਂ ਇੱਕ ਫਿਰਕੇ ਦੇ ਹੱਕ। ਨਾ ਭਾਈ, ਜ਼ੁਲਮ ਕਰਨ ਵਾਲਾ ਕੋਈ ਵੀ ਹੋਵੇ, ਅਸੀਂ ਉੱਥੇ ਡਟ ਕੇ ਖਲੋਵਾਂਗੇ, ਉੱਥੇ ਮੁਕਾਬਲਾ ਹੋਏਗਾ। ਜਿਸ ਕਰਕੇ ਇੱਥੇ ਜਿਹੜਾ ਸ਼ਬਦ ਵਰਤਿਆ ਸੀ ਕਿ ਸੂਰਾ ਸੋ, ਸੂਰਾ ਕੌਣ ਹੈ? ਉਹ ਪਹਿਚਾਨੀ ਹੈ ਜੋ ਲੜੈ ਦੀਨ ਕੈ ਹੇਤ, ਜਿਹੜਾ ਦੀਨ ਦੇ ਹੇਤ ਲੜਦਾ, ਦੀਨ ਵਾਸਤੇ ਲੜਦਾ, ਨਿਮਾਣੇ ਵਾਸਤੇ ਲੜਦਾ, ਜੇ ਤੇ ਜ਼ੁਲਮ ਹੋ ਰਿਹਾ ਉਹਦੇ ਵਾਸਤੇ ਲੜਦਾ, ਉਹ ਸੂਰਮਾ। ਪੁਰਜਾ ਪੁਰਜਾ ਕੱਟ ਮਰੈ, ਉਹ ਆਪਣਾ ਨੁਕਸਾਨ ਵੀ ਕਰਾ ਲਵੇਗਾ ਪਰ ਕਬੂ ਨਾ ਛੱਡੈ ਖੇਤ ਕਹਿੰਦੇ ਮੈਦਾਨ ਨੂੰ, ਉਹ ਮੈਦਾਨ ਨਹੀਂ ਛੱਡਦਾ। ਕੱਲ੍ਹ ਨੂੰ ਕਿਸੇ ਧੀ ਨਾਲ ਕੋਈ ਸਹੁਰਾ ਪਰਿਵਾਰ ਧੱਕਾ ਕਰਦਾ, ਉਹਦੇ ਉਸ ਪਰਿਵਾਰ ਨਾਲ ਕੋਈ ਹੋਰ ਨਹੀਂ ਖੜਦਾ, ਤੁਹਾਡੇ ਦਿਮਾਗ 'ਚ ਗੱਲ ਆਉਂਦੀ ਨਹੀਂ, ਫਰਜ਼ ਬਣਦਾ ਵੀ ਇੱਥੇ ਸਾਡਾ, ਇਹਦਾ ਕੋਈ ਰਿਸ਼ਤੇਦਾਰ ਨਹੀਂ ਹੈਗਾ, ਤਾਇਆ ਚਾਚਾ ਨਹੀਂ ਹੈਗਾ, ਸਾਡਾ ਫਰਜ਼ ਬਣਦਾ, ਇਹ ਸਾਡੀਆਂ ਧੀਆਂ ਵਰਗੀ ਆ, ਆਓ 4 ਜਾਣੇ ਆਪਾਂ ਰਲ ਕੇ ਇਸ ਪਰਿਵਾਰ ਦੇ ਨਾਲ ਖਲੋਈਏ। ਹੋ ਸਕਦਾ ਤੁਹਾਡੇ ਖਲੋਣ ਨਾਲ ਸਹੁਰੇ ਪਰਿਵਾਰ ਨੂੰ ਅਹਿਸਾਸ ਹੋਵੇ ਕਿ ਇਹਦੇ ਪਿੱਛੇ 4 ਪਰਿਵਾਰ ਹੈਗੇ ਨੇ। ਤੁਹਾਡਾ ਉੱਥੇ ਖਲੋਣਾ ਗੁਰਦੁਆਰੇ ਬਰਤਨ ਮਾਂਜਣ ਨਾਲੋਂ ਵੱਡੀ ਸੇਵਾ ਹੋਏਗੀ। ਸਮਝ ਆ ਰਹੀ ਪਿਆਰਿਓ? ਜੇ ਮੈਂ ਉੱਥੇ ਜ਼ੁਲਮ ਅੱਖਾਂ ਨਾਲ ਵੇਖ ਕੇ ਅੱਖਾਂ ਮੀਟ ਕੇ ਕਹਿਣਾ ਮੈਂ ਤਾਂ ਗੁਰਦੁਆਰੇ ਸੇਵਾ ਕਰ ਰਿਹਾ ਜੀ, ਸੇਵਾ ਥਾਲੀ ਮਾਂਜਣੀ, ਭਾਂਡੇ ਮਾਂਜਣੇ, ਝਾੜੂ ਪੋਚੇ ਲਾਉਣੇ ਮਾੜੀ ਗੱਲ ਨਹੀਂ, ਚੰਗੀ ਗੱਲ ਹੈ। ਪਰ ਜੇ ਤੁਹਾਡੇ ਸਮਾਜ ਵਿੱਚ ਅਤਿਆਚਾਰ ਹੋ ਰਹੇ ਆ, ਮੈਂ ਬੰਗਲਾ ਸਾਹਿਬ ਕਥਾ ਕਰ ਰਿਹਾ, ਮੈਨੂੰ ਇੱਕ ਐਡਵੋਕੇਟ ਦਾ ਫੋਨ ਆਇਆ, ਕਹਿੰਦਾ ਜੀ ਅਸੀਂ ਹੁਣ ਕਿਹੜੀ ਸੇਵਾ ਕਰ ਸਕਦੇ ਹਾਂ? ਮੈਂ ਕਿਹਾ ਬੜੀਆਂ ਸੇਵਾ ਕਰਨ ਵਾਲੀਆਂ। ਤੁਸੀਂ ਐਡਵੋਕੇਟ? ਕਹਿੰਦਾ ਮੈਂ ਰਿਟਾਇਰ ਹਾਂ। ਮੈਂ ਕਿਹਾ ਤੁਸੀਂ ਐਡਵੋਕੇਟ ਜੇ, ਤੁਸੀਂ 20-25 ਐਡਵੋਕੇਟ ਇਕੱਠੇ ਹੋ ਕੇ ਇੱਕ ਵਿੰਗ ਤਿਆਰ ਕਰੋ, ਇੱਕ ਜਥੇਬੰਦੀ ਬਣਾਓ ਕਿ ਪੂਰੇ ਪੰਜਾਬ, ਪਹਿਲਾਂ ਤਾਂ ਆਪਣੇ ਜ਼ਿਲ੍ਹੇ 'ਚ ਹੀ ਕਰ ਲਓ ਵੀ ਇੱਕ ਜ਼ਿਲ੍ਹੇ ਵਿੱਚ ਜਿਹੜੇ ਲੋਕ ਦੁਖੀ ਨੇ, ਜਿਨ੍ਹਾਂ ਨੂੰ ਲੋਕਾਂ ਨੇ ਸਤਾਇਆ ਵਾ, ਭਾਵੇਂ ਕਿਸੇ ਲੜਕੇ ਪਰਿਵਾਰ ਵਾਲਿਆਂ ਲੜਕੀ ਪਰਿਵਾਰ 'ਤੇ ਜ਼ੁਲਮ ਕੀਤਾ ਜਾਂ ਲੜਕੀ ਪਰਿਵਾਰ ਵਾਲਿਆਂ ਲੜਕੇ ਪਰਿਵਾਰ 'ਤੇ ਜ਼ੁਲਮ ਕੀਤਾ, ਉਹ ਫੀਸਾਂ ਨਹੀਂ ਦੇ ਸਕਦੇ, ਤੁਸੀਂ ਉਹਦੇ ਕੇਸ ਤਿਆਰ ਕਰੋ, ਫ੍ਰੀ ਕੇਸ ਤਿਆਰ ਕਰਕੇ ਅਦਾਲਤਾਂ ਤੱਕ ਲੈ ਕੇ ਜਾਓ। ਇਹ ਵੀ ਇੱਕ ਸਮਾਜ ਦੀ ਬੜੀ ਵੱਡੀ ਸੇਵਾ। ਸਕੂਲ ਟੀਚਰ ਹੋ, ਰਿਟਾਇਰ ਹੋ, ਹਾਂਜੀ 15-20 ਟੀਚਰ ਇਕੱਠੇ ਹੋ, ਆਪਣੇ ਆਪਣੇ ਇਲਾਕਿਆਂ ਵਿੱਚ ਗੁਰਦੁਆਰਿਆਂ ਨਾਲ ਸੰਪਰਕ ਕਰੋ ਕਿ ਸਾਨੂੰ ਗੁਰਦੁਆਰੇ ਇੱਕ ਰੂਮ ਦੇ ਦਿਓ। ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ, ਮਾਂ ਬਾਪ ਕੋਲ ਪੈਸਾ ਹੈ ਨਹੀਂ, 1 ਘੰਟਾ ਅਸੀਂ ਰੋਜ਼ ਸ਼ਾਮਾਂ ਨੂੰ ਨਾ ਬੱਚਿਆਂ ਨੂੰ, ਮੇਰਾ ਮੈਥ ਬਹੁਤ ਵਧੀਆ ਹੈ, ਮੇਰੀ ਇੰਗਲਿਸ਼ ਬਹੁਤ ਹਾਈ ਹੈ, ਮੈਂ 1 ਘੰਟਾ ਭਾਵੇਂ ਹਫ਼ਤੇ 'ਚ 2 ਵਾਰ ਬੱਚਿਆਂ ਨੂੰ ਪੜ੍ਹਾਵਾਂਗਾ ਜਿਹੜੇ ਮਾਂ ਬਾਪ ਫੀਸ ਨਹੀਂ ਦੇ ਸਕਦੇ। ਮੈਂ ਸਮਝਾਂ ਐਸੇ ਟੀਚਰ ਨੂੰ ਥਾਲੀਆਂ ਮਾਂਜਣ ਦੀ ਲੋੜ ਨਹੀਂ, ਜਿਹੜਾ ਉਹਨੇ ਕੰਮ ਕਰ ਦੇਣਾ ਉਹ ਥਾਲੀਆਂ ਮਾਂਜਣ ਨਾਲੋਂ ਵੱਡੀ ਗੱਲ ਹੈ। ਥਾਲੀਆਂ ਤੇ ਮੇਰੇ ਵਰਗਾ, ਉੱਚੀ ਬੋਲੋ, ਕੋਈ ਵੀ ਮਾਂਜ ਸਕਦਾ, ਪਰ ਜੋ ਟੀਚਰ ਕੋਲ ਗੁਣ ਹੈ ਉਹ ਮੇਰੇ ਕੋਲ ਨਹੀਂ ਹੈ। ਮੰਨ ਲਓ ਇੱਕ ਪੁਲਿਸ ਅਫਸਰ ਹੈ ਜਿਹਨੂੰ ਨੁਕਤਿਆਂ ਦਾ ਪਤਾ ਹੈ, ਜਿੱਥੇ ਜਿੱਥੇ ਵੀ ਬੈਠੇ ਹਾਂ ਅਸੀਂ, ਜਿੱਥੇ ਵੀ ਬੈਠੇ ਹਾਂ, ਅਸੀਂ ਆਪਣੇ ਸਮਾਜ ਦੀ ਸੇਵਾ ਕਰ ਸਕਦੇ ਹਾਂ। ਜੋ ਵੀ ਸਾਡੇ ਕੋਲ ਗੁਣ ਹੈ, ਪਿਛਲੀ ਉਮਰੇ ਅਸੀਂ ਇਕੱਠੇ ਹੋਈਏ, ਨਿਆਣੇ ਪੜ੍ਹ ਗਿਆ, ਕਾਰੋਬਾਰ ਸੈੱਟ ਹੋ ਗਿਆ, ਬੱਚੇ ਸੈੱਟ ਹੋ ਗਏ ਨੇ, ਹੁਣ ਤੇ ਪੋਤਰੇ ਵੀ ਸੁੱਖ ਨਾਲ ਗਾਂ ਵਿਆਹੁਣ ਯੋਗ ਹੋ ਗਏ ਨੇ। ਜੋ ਮੇਰੇ ਕੋਲ ਗੁਣ ਹੈ, ਜੋ ਮੇਰੇ ਕੋਲ ਕਲਾ ਹੈ, ਜੋ ਮੇਰੀ ਐਜੂਕੇਸ਼ਨ ਹੈ, ਹੁਣ ਮੈਂ ਆਪਣੀ ਪਹਿਲਾਂ ਐਜੂਕੇਸ਼ਨ ਦਾ ਫਾਇਦਾ ਮੈਂ ਆਪਣੇ ਬੱਚੇ ਨੂੰ ਪਹੁੰਚਾਇਆ, ਹੁਣ ਆਪਣੀ ਐਜੂਕੇਸ਼ਨ ਦਾ ਫਾਇਦਾ ਮੈਂ ਆਪਣੀ ਕੌਮ ਨੂੰ, ਆਪਣੇ ਸਮਾਜ ਨੂੰ ਪਹੁੰਚਾਉਣਾ। ਅੱਛਾ, ਹੁਣ ਡਾਕਟਰ ਹੈ, ਰਿਟਾਇਰ ਹੋ ਗਿਆ ਸਰਕਾਰੀ ਅਹੁਦੇ ਤੋਂ, ਹਾਂਜੀ, ਤੁਸੀਂ ਜਾ ਕੇ ਆਪਣੇ ਇਲਾਕੇ ਦੇ ਗੁਰਦੁਆਰੇ ਨਾਲ ਸੰਪਰਕ ਕਰੋ, ਮੈਨੂੰ ਇੱਕ ਰੂਮ ਦੇ ਦਿਓ, ਮੈਂ ਹਰ ਸੰਡੇ ਨੂੰ 2 ਘੰਟੇ ਇੱਥੇ ਬੈਠਾ ਕਰਾਂਗਾ। ਜੇ ਬਹੁਤ ਚੰਗਾ ਹੋਵੇ, ਜੇ ਤੁਸੀਂ ਮੈਨੂੰ ਗੋਲਕ ਵਿੱਚੋਂ ਦਵਾਈਆਂ ਲਿਆ ਦਿਓ, ਜੇ ਨਹੀਂ ਲਿਆ ਸਕਦੇ ਤੇ ਮੈਂ ਆਪਣੇ ਤੌਰ ਤੇ ਸਿੱਖਾਂ ਨੂੰ ਕਹਾਂਗਾ ਤੁਸੀਂ ਦਸਵੰਧ ਕੱਢੋ, ਇੱਥੇ ਆਪਾਂ ਦਵਾਈਆਂ ਦਾ ਪ੍ਰਬੰਧ ਕਰੀਏ। ਮੈਂ ਆਪਣੇ ਇਲਾਕੇ 'ਚ ਰੋਜ਼ 1-2 ਘੰਟੇ ਮਰੀਜ਼ਾਂ ਦਾ ਇਲਾਜ ਕਰੂੰਗਾ। ਨਿੱਕੇ ਨਿੱਕੇ ਬੁਖਾਰ ਵਿਗੜਦਿਆਂ ਮੌਤ ਤੱਕ ਮਰੀਜ਼ ਪਹੁੰਚ ਜਾਂਦੇ, ਉਹਨਾਂ ਦਾ ਇਲਾਜ ਕਰਨ ਵਾਲਾ। ਕਿਉਂ ਸਾਧ ਸੰਗਤ ਜੀ, ਫਾਇਦਾ ਸਮਾਜ ਨੂੰ ਹੋ ਸਕਦਾ ਕਿ ਨਹੀਂ ਹੋ ਸਕਦਾ? ਤੇ ਮੈਨੂੰ ਇਹ ਵੀ ਯਕੀਨ ਹੈ ਜਦੋਂ ਇੱਦਾਂ ਦਾ ਕੋਈ ਵਿਅਕਤੀ ਖਲੋਏਗਾ, ਹਰ ਵਿਅਕਤੀ ਕਹੂਗਾ ਮੈਂ 2000 ਪਾਉਣਾ, ਮੇਰਾ ਵੀ ਦਵਾਈ 'ਚ ਪਾ ਲਓ। ਛਬੀਲਾਂ ਦੇ ਲੰਗਰ ਘਟਾ ਦਈਏ, ਜਲੇਬੀਆਂ ਪਕੌੜੇ ਇਹ ਬਹੁਤ ਖਾ ਲਏ ਆ। ਪਹਿਲਾਂ ਅਸੀਂ ਉਹਨੂੰ ਦੇਗ ਦੇ ਦਿੰਦੇ ਹਾਂ, ਫਿਰ ਨਾਲ ਜਲੇਬ ਖਵਾ ਦਿੰਦੇ ਹਾਂ, ਫਿਰ ਨਾਲ ਕਹਿੰਦੇ ਇੱਕ ਬ੍ਰੈਡ ਪਕੌੜਾ ਵੀ ਖਾ ਲਾ। ਇਹ ਚੀਜ਼ਾਂ ਅਸੀਂ ਬਹੁਤ ਖਾ ਲਈਆਂ। ਥੋੜ੍ਹਾ ਜਿਹਾ ਹੁਣ ਆਪਾਂ ਦੂਜੇ ਬੰਨੇ ਕੰਮ ਕਰਕੇ ਵੇਖ ਲਈਏ। ਅੰਦੋਲਨ ਵਿੱਚ ਹੋਇਆ, ਸਾਡੇ ਨੌਜਵਾਨਾਂ ਨੇ ਸ਼ਾਮਾਂ ਨੂੰ ਉੱਥੇ ਬੱਚਿਆਂ ਦੀਆਂ ਕਲਾਸਾਂ ਲਾਉਣੀਆਂ,
1 ਸਾਲ 13 ਦਿਨ ਵਿੱਚ ਉੱਥੇ ਭਈਆਂ ਦੇ ਬੱਚਿਆਂ ਨੂੰ ਵੀਰਾਂ ਨੇ ਪੰਜਾਬੀ ਸਿਖਾਤੀ, ਊੜਾ ਉਡਾਉਣ ਲੱਗ ਪਿਆ ਸੀ। ਇਹਦਾ ਮਤਲਬ ਇਹ ਆ ਤੁਸੀਂ ਬਹੁਤ ਕੁਝ ਸਿਖਾ ਸਕਦੇ ਹੋ ਜੇ ਤੁਹਾਡੇ ਅੰਦਰ ਸਿਖਾਉਣ ਦੀ ਇੱਛਾ ਹੋਵੇ ਤਾਂ। ਮੈਂ ਦੂਜੀਆਂ ਕੌਮਾਂ ਵਿੱਚ ਰਿਟਾਇਰ ਬੰਦੇ ਵੇਖੇ, ਜਦੋਂ ਉਹਨਾਂ ਦੀ ਉਹ ਰਿਟਾਇਰ ਹੁੰਦੇ ਆ ਕੀ ਕਰਦੇ ਆ ਭਲਾ, ਉਹ ਆਪਣੀ ਆਪਣੀ ਕੌਮ ਦੀ ਸੇਵਾ ਕਰਦੇ ਆ। ਸਾਡੇ ਬੰਦੇ ਰਿਟਾਇਰ ਹੋਣਗੇ ਪਤਾ ਕਰਨਗੇ, ਇੱਕ ਵੱਡਾ ਸਾਰਾ ਕੁੱਤਾ ਰੱਖ ਲੈਣਗੇ, ਉਹਦੇ ਗਲ 'ਚ ਪਟਾ ਪਾ ਲੈਣਗੇ, ਚਲੋ 2 ਟਾਈਮ ਸੈਰ ਕਰਾਓ, 1-2 ਅਖਬਾਰਾਂ ਪੜ੍ਹ ਲੈਣਗੇ, ਪਹਿਲਾਂ ਸਵੇਰੇ ਚਾਹ ਦਾ ਕੱਪ ਪਾਰ 'ਚ ਬਹਿ ਕੇ ਪੀਣਗੇ ਬਾਹਰ ਗਾਰਡਨ 'ਚ, ਉਹਨਾਂ ਦੇ ਨੂੰ ਬ੍ਰੇਕਫਾਸਟ ਆ ਜਾਊਗਾ, ਫਿਰ ਹੌਲੀ ਹੌਲੀ ਦੁਪਹਿਰ ਦੀ ਰੋਟੀ ਦਾ ਟਾਈਮ ਹੋ ਜਾਊਗਾ, ਫਿਰ ਹੁਣ ਜੀ ਕੌਣ ਹੋਣਗੇ, ਪਾਪਾ ਜੀ ਰੈਸਟ ਕਰਨ ਲੱਗੇ ਆ, ਫਿਰ ਪਾਪਾ ਜੀ ਉੱਠਣਗੇ, ਫਿਰ ਦੁਪਹਿਰ ਦਾ ਫਿਰ ਟੀ ਦਾ ਟਾਈਮ ਹੋ ਜਾਊਗਾ, ਫਿਰ ਪੀਤੀ, ਫਿਰ ਸ਼ਾਮ ਨੂੰ ਥੋੜ੍ਹਾ ਬਹੁਤਾ ਫਿਰ ਕੁਝ ਖਾ ਪੀ ਲਿਆ, ਫਿਰ ਸ਼ਾਮ ਨੂੰ ਖਾ ਲਈ, ਫਿਰ ਸੌਂ ਗਏ, ਬਸ ਇੰਨਾ ਹੀ। ਬੜਾ ਕੁਝ ਹੈ ਗੁਣ, ਬੜਾ ਕੁਝ ਸਿੱਖ ਲਓ। ਜਾਂ ਵੱਡੀ ਗੱਲ ਹੈ ਗੁਰਦੁਆਰੇ ਆ ਗਏ, ਇੱਥੇ ਆਣ ਕੇ ਛੈਣੇ ਖੜਕਾ ਲੈ, ਗੁੱਸਾ ਨਾ ਮਨਾਇਓ ਮੇਰੀ ਉਹ ਭੈਣੋ, ਬੜਾ ਕੁਝ ਹੈ ਕੀਤਾ ਜਾ ਸਕਦਾ ਹੈ। ਅਸੀਂ ਆਪਣੇ ਘਰਾਂ ਦੇ ਮਸਲੇ ਲੈ ਕੇ ਤੁਰੇ ਫਿਰਦੇ ਹਾਂ, ਕੋਈ ਅਦਾਲਤਾਂ ਵਿੱਚ ਵੋਮੈਨ ਸੈੱਲ ਦੇ ਵਿੱਚ ਢੇਰ ਲੱਗੇ ਪਏ ਨੇ, ਵੋਮੈਨ ਸੈੱਲ ਦੇ ਵਿੱਚ ਤਲਾਕਾਂ ਦੇ ਢੇਰ ਲੱਗੇ ਪਏ ਨੇ, ਮਸਲੇ ਹੱਲ ਹੋ ਸਕਦੇ ਸੀ। ਆਪਣੇ ਆਪਣੇ ਇਲਾਕੇ 'ਚ ਇੱਦਾਂ ਦੀ ਜਥੇਬੰਦੀ ਬਣ ਜਾਏ, ਜਿਹਦਾ ਵੀ ਕੋਈ ਧੀ ਪੁੱਤ ਪਰੇਸ਼ਾਨ ਕਰਦਾ ਜਾਂ ਸਹੁਰੇ ਤੰਗ ਕਰਦੇ ਆ, 4 ਬੰਦੇ ਬਹਿ ਕੇ ਮਸਲਾ ਹੱਲ ਕਰਨ, ਸਾਨੂੰ ਆਪਣੇ ਕੇਸ ਅਦਾਲਤਾਂ ਵਿੱਚ ਲੈ ਕੇ ਜਾਣ ਦੀ ਲੋੜ ਨਾ ਪਵੇ। ਸਮਾਜ ਦੀ ਸੇਵਾ ਕਰਨ ਦੇ ਬੜੇ ਤਰੀਕੇ ਹੈਗੇ ਨੇ, ਬਾਸ਼ਰਤਾ ਜੇ ਅਸੀਂ ਕਰਨਾ ਚਾਹੀਏ ਤਾਂ। ਬਹੁਤ ਕੁਝ ਹੈ, ਜੋ ਵੀ ਤੁਹਾਡੇ ਕੋਲ ਗੁਣ ਹੈਗਾ। ਮੈਂ ਕਹਿੰਦਾ ਤੁਹਾਨੂੰ ਬਿਜ਼ਨਸ ਵਧੀਆ ਕਰਨਾ ਆਉਂਦਾ, ਤੁਸੀਂ ਬਿਜ਼ਨਸ ਕਰਨਾ ਸਿਖਾਓ ਕਿਸੇ ਨੂੰ, ਤੁਹਾਨੂੰ ਬਿਜ਼ਨਸ ਕਰਨਾ ਆਉਂਦਾ ਤਾਂ ਸਾਡੇ ਦਿਨ ਮਨਾਏ ਸਫਲ ਨੇ। ਉਹਨਾਂ ਨੇ ਸਾਡੇ ਲਈ ਪੂਰਨੇ ਪਾਤੇ। ਸਿੱਖੀ ਦੀ ਵਿਚਾਰ ਇੱਦਾਂ ਵਧਣੀ ਫੁੱਲਣੀ ਹੈ। ਉਹ ਸਾਹਿਬਜ਼ਾਦੇ ਕੁਰਬਾਨੀਆਂ ਕਰ ਗਏ, ਸ਼ਹਾਦਤ ਦਾ ਜਾਮ ਪੀ ਗਏ। ਬੰਦਾ ਸਿੰਘ ਬਹਾਦਰ ਨੇ ਉੱਥੋਂ ਹੀ ਮੁੜ ਕੇ ਸਿੱਖ ਰਾਜ ਕਾਇਮ ਕਰਕੇ ਵਿਖਾਇਆ, ਜਿਹੜੀ ਅੱਲਾ ਯਰਖਾਂ ਜੋਗੀ ਲਿਖਦੇ ਕਹਿੰਦੇ, ਠੋਡੀ ਤੱਕ ਈਟੇ ਚਿੰਦੀ ਮੂੰਹ ਤੱਕ ਆ ਗਈ, ਠੋਡੀ ਤੱਕ ਇੱਟਾਂ ਚਿਣਤੀਆਂ ਮੂੰਹ ਤੱਕ, ਬੀਨੀ ਕੋ ਢਾਪਤੇ वो आँखों पे छा गई, लखते जिगर गुरु के वो दोनों छुपा गई, हर चांद सा जबी सो ग्रहण सा लगा। ਕਹਿੰਦੇ ਇੰਝ ਲੱਗਦਾ ਸੀ ਜਿਵੇਂ ਅੱਜ ਚੰਦਰਮਾ ਨੂੰ ਗ੍ਰਹਿਣ ਲੱਗ ਗਿਆ ਹੋਵੇ। ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਚੰਦਰਮਾ ਦੀ ਨਿਆਈ ਤੇ ਦੀਵਾਰ ਅੱਗੇ ਆ ਗਈ, ਇੰਝ ਲੱਗਦਾ ਜਿਵੇਂ ਚੰਦਰਮਾ ਨੂੰ ਅੱਜ ਗ੍ਰਹਿਣ ਲੱਗ ਗਿਆ ਹੋਵੇ, ਚੰਦਰਮਾ ਦੀ ਸੁੰਦਰਤਾ 'ਚ ਫਰਕ ਪੈ ਗਿਆ ਹੋਵੇ। ਹਰ ਚਾਂਦ ਸਾ ਜਬੀ ਸੋ ग्रहण सा लगा गई, जोगी जी इसके बाद हुई थोड़ी देर थी, बस्ती सरहंद शहर की ईंटों का ढेर थी। ਵਸਦੀ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਨੇ ਮੁੜ ਕੇ ਇੱਟਾਂ ਦਾ ਢੇਰ ਇੱਕ ਵਾਰੀ ਕਰ ਦਿੱਤੀ। ਜਦੋਂ ਅੰਗਰੇਜ਼ਾਂ ਨੇ ਰੇਲ ਦੀ ਪਟੜੀ ਵਿਛਾਈ 1926 'ਚ ਵਿਛਾਈ ਹੈ, ਜਿਹੜੀ ਅੰਮ੍ਰਿਤਸਰ ਤੋਂ ਆਪਾਂ ਦਿੱਲੀ ਨੂੰ ਆਉਂਦੇ ਆ ਨਾ, ਜਦੋਂ ਦੀ ਸਰਹੰਦ ਵਿੱਚ ਆਉਂਦੀ ਰੇਲ ਦੀ ਪਟੜੀ ਲੰਘਦੀ ਹੈ, ਇਹ ਰੇਲ ਦੀ ਪਟੜੀ 1926 'ਚ ਵਿਛੀ ਹੈ, ਜਦੋਂ ਅੰਗਰੇਜ਼ਾਂ ਦਾ ਰਾਜ ਸੀ। ਉਹ ਤੋਂ ਪਹਿਲਾਂ ਨਹੀਂ ਸੀ ਹੈਗੀ। 1926 ਤੋਂ ਪਹਿਲਾਂ ਰੇਲ ਦੀ ਪਟੜੀ ਨਹੀਂ ਸੀ। ਉਹਨਾਂ ਅੰਗਰੇਜ਼ਾਂ ਨੇ ਰੇਲ ਦੀ ਪਟੜੀ ਵਿਛਾਈ, ਉਦੋਂ ਇਹ ਮਲਬਾ ਚੁੱਕ ਕੇ ਪਾਸੇ ਕੀਤਾ, ਨਹੀਂ ਤਾਂ ਉਦੋਂ ਤੱਕ ਇਸ ਮਲਬੇ ਨੂੰ ਕੋਈ ਹੱਥ ਵੀ ਨਹੀਂ ਸੀ ਲਾਉਂਦਾ ਵੀ ਇਹ ਸਰਹੰਦ ਨੇ ਗੁਰੂ ਸਾਹਿਬਜ਼ਾਦੇ ਸ਼ਹੀਦ ਹੁੰਦੇ ਵੇਖੇ ਆ। ਤਾਂ ਮੈਂ ਸਿਰਫ ਇਹ ਬੇਨਤੀ ਕਰਨੀ ਚਾਹੁੰਦਾ, ਅਸੀਂ ਉਹਨਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਸਾਡੇ ਲਈ ਏਡੇ ਵੱਡੇ ਪੂਰਨੇ ਪਾਏ ਆ। ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ, ਕਬ ਹੂੰ ਨਾ ਛਾੜੇ ਖੇਤ। ਉਹਨਾਂ ਨੇ ਮੈਦਾਨ ਨਹੀਂ ਛੱਡਿਆ, ਆਪਣਾ ਆਪ ਸਾਡੇ ਲੇਖੇ ਲਾਤਾ, ਕੁਰਬਾਨ ਕਰ ਦਿੱਤਾ। ਨਿੱਕੀਆਂ ਜਿੰਦਾਂ ਵੱਡੇ ਸਾਕੇ, ਜਿੰਦਾਂ ਨਿੱਕੀਆਂ ਨੇ, ਪਰ ਜਿਹੜੇ ਉਹਨਾਂ ਨੇ ਇਤਿਹਾਸ ਸਿਰਜ ਦਿੱਤੇ, ਉਹਨਾਂ ਦਾ ਮੁਕਾਬਲਾ ਦੁਨੀਆ ਦੇ ਵਿੱਚ ਕੋਈ ਨਹੀਂ ਹੈ। ਇਸ ਕਰਕੇ ਆਓ ਉਹਨਾਂ ਵਰਗਾ ਭਰੋਸਾ, ਉਹਨਾਂ ਵਰਗੀ ਦ੍ਰਿੜਤਾ, ਉਹਨਾਂ ਵਰਗਾ ਵਿਸ਼ਵਾਸ ਆਪਣੀ ਜ਼ਿੰਦਗੀ 'ਚ ਲੈ ਕੇ ਆਈਏ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਇੱਕ ਸੂਰਮਾ ਉਹ ਜਿਹੜਾ ਮੈਦਾਨੇ ਜੰਗ 'ਚ ਲੜਦਾ, ਬਾਣੀ ਉਹਨੂੰ ਵੀ ਸੂਰਮਾ ਕਹਿੰਦੀ ਹੈ ਜਿਹੜਾ ਆਪਣੇ ਆਪ ਨਾਲ ਲੜਦਾ। ਆਪਣੇ ਆਪ ਨਾਲ ਲੜੋ। ਕਦੋਂ ਲੜਨਾ ਆਪਣੇ ਆਪ ਨਾਲ? ਜਾਇਦਾਦ ਵੰਡਣ ਲੱਗਦੇ ਹੋ, ਲਾਲਚ ਕਹਿੰਦਾ ਭਰਾ ਨਾਲ ਧੋਖਾ ਕਰਦੇ, ਉਦੋਂ ਲਾਲਚ ਨਾਲ ਲੜ ਪਓ, ਭਰਾ ਨਾਲ ਨਾ ਲੜੋ। ਹਾਂਜੀ, ਲਾਲਚ ਕਹਿੰਦਾ ਭਰਾ ਨਾਲ ਧੋਖਾ। ਹੁਣ ਕਈ ਵਾਰੀ ਤੁਹਾਡੇ ਅੰਦਰੋਂ ਆਵਾਜ਼ ਆਉਂਦੀ ਹੈ, ਨਹੀਂ ਭਰਾ ਨੇ ਬੜਾ ਕੀਤਾ, ਇਹਨੂੰ ਥੋੜ੍ਹਾ ਜਿਹਾ ਹਿੱਸਾ ਵੱਧ ਦੇ, ਇੱਦਾਂ ਆਉਂਦੀ ਹੈ ਨਾ। ਉਹ ਜਿਹੜੀ ਆਵਾਜ਼ ਆਉਂਦੀ ਉਹ ਚੰਗੀ ਦਾ ਮਤਲਬ ਤੁਸੀਂ ਆਪਣੇ ਆਪ ਨਾਲ ਲੜ ਕੇ ਕਾਮਯਾਬ ਹੋ ਗਏ। ਇੱਕ ਬੰਨੇ ਆਵਾਜ਼ ਇਹ ਆਉਂਦੀ ਆ, ਉਹਨੂੰ ਕਿਹੜਾ ਪਤਾ ਲੱਗਣਾ, ਥੋੜ੍ਹਾ ਵਿੱਚੋਂ ਹਿੱਸਾ ਵੱਧ ਲੈ ਲਾ। ਉਦੋਂ ਆਪਣੇ ਲਾਲਚ ਨਾਲ ਲੜ ਪਓ। ਲਾਲਚ ਨਾਲ ਜਿਹੜਾ ਆਪਣੇ ਆਪ ਨਾਲ ਲੜਦਾ ਉਹਨੂੰ ਬਾਣੀ ਸੂਰਮਾ ਕਹਿੰਦੀ ਹੈ। ਕਿੱਦਾਂ ਭਲਾ? ਮੰਨ ਲਓ ਤੁਸੀਂ ਸਵੇਰੇ ਸ਼ੂਗਰ ਚੈੱਕ ਕੀਤੀ ਆਪਣੀ, ਬਹੁਤ ਹਾਈ ਹੈ, ਤੁਹਾਡੇ ਸਾਹਮਣੇ ਅਗਲੇ ਨੇ ਗਜਰੇਲਾ ਅਤੇ ਜਲੇਬ ਪਾ ਕੇ ਰੱਖ ਦਿੱਤੇ, ਉਦੋਂ ਸਿੱਧਾ ਕਹੋ ਇੱਦਾਂ,
ਨਾ ਭਾਈ। ਆਪਣੇ ਆਪ ਹੁਣ ਅੱਛਾ ਤੁਸੀਂ ਕੀ ਸੋਚਦੇ ਸ਼ੂਗਰ ਵਾਲੇ ਦਾ ਮਿੱਠਾ ਖਾਣ ਨੂੰ ਜੀ ਨਹੀਂ ਕਰਦਾ ਭਲਾ? ਬੋਲੋ ਸਾਧ ਸੰਗਤ ਜੀ, ਕਰਦਾ ਨਾ ਜੀ? ਉਹਦਾ ਬਹੁਤ ਕਰਦਾ, ਸਗੋਂ ਦੂਜਿਆਂ ਨਾਲੋਂ ਵੱਧ ਕਰਦਾ। ਉਹਦਾ ਵੀ ਜੀ ਕਰਦਾ ਮੈਂ ਵੀ ਖਾਵਾਂ, ਪਰ ਜੇ ਉਹ ਸਿਆਣਾ ਹੋਏਗਾ ਆਪਣੇ ਆਪ ਨਾਲ ਲੜੇਗਾ ਵੀ ਨਹੀਂ ਇਹ ਕੰਮ ਨਹੀਂ ਕਰ। ਕਈ ਵਾਰੀ ਧੱਕੇ ਨਾਲ ਤੁਹਾਡੇ ਅੱਗੇ ਕੋਈ ਪਲੇਟ ਕਰਦਾ, ਖਾ ਲਾ ਕੁਝ ਨਹੀਂ ਹੁੰਦਾ, ਇੱਦਾਂ ਖਾ ਲਾ। ਕਈ ਕਹਿਣਗੇ ਧੱਕੇ ਨਾਲ ਖਾ ਲਾ ਕੁਝ ਨਹੀਂ ਹੁੰਦਾ। ਉਹਨੂੰ ਕਹੋ ਨਾ ਭਾਈ ਹੁਣ ਮੈਨੂੰ ਆਪਣੇ ਆਪ ਨਾਲ ਲੜਨਾ ਆ ਗਿਆ, ਮੈਂ ਇਹ ਕੰਮ ਨਹੀਂ ਕਰਨਾ ਭਾਈ ਨਾ। ਜਿਹੜਾ ਤੁਹਾਨੂੰ ਕਹਿੰਦਾ ਨਾ ਕੁਝ ਨਹੀਂ ਹੁੰਦਾ, ਉਹਨੂੰ ਇਹਦਾ ਹੱਥ ਜੋੜ ਦਿਓ ਵੀ ਕੁਝ ਕਿਉਂ ਨਹੀਂ ਹੁੰਦਾ, ਵੀ ਤੂੰ ਤਾਂ ਲੋਈ ਲੈ ਕੇ ਆਉਣੀ ਬਾਅਦ 'ਚ। ਤੁਹਾਂ ਲੋਈ ਲੈ ਕੇ ਆਉਣੀ ਹੈ ਵੀ ਪਹਿਲੀ ਗੱਲ ਤਾਂ ਇੱਕ ਅੱਧੀ ਘਰ ਪਈ ਹੁੰਦੀ ਵਾਧੂ ਜਿਹੜੀ ਆਪਾਂ ਮੁਰਦੇ 'ਤੇ ਪਾਉਂਦੇ ਹਾਂ। ਵੀ ਤੁਸੀਂ ਤਾਂ 4 ਬੰਦਿਆਂ ਇਕੱਠੇ ਹੋ ਕੇ ਲਾਂਬੂ ਲਾ ਦੇਣਾ, ਹੁੰਦਾ ਕਿਉਂ ਨਹੀਂ ਭਾਈ ਮੈਂ 4 ਸਾਲ ਰਹਿਣਾ ਚਾਹੁੰਦਾ। ਇੱਦਾਂ ਕਹਿ ਦਿਆ ਕਰੋ, ਜਿਹੜਾ ਤੁਹਾਨੂੰ ਧੱਕੇ ਨਾ ਕਹੇ ਨਾ ਵੀ ਕੁਝ ਨਹੀਂ ਹੁੰਦਾ, ਹੁਣ ਕਹੋ ਬਹੁਤ ਕੁਝ ਹੁੰਦਾ ਭਾਊ, ਇਹ ਜੀਵਨ ਦੁਬਾਰਾ ਬੋਲੋ। ਇਸ ਕਰਕੇ ਇੱਦਾਂ ਕਹੋ ਨਹੀਂ ਬਹੁਤ ਕੁਝ ਹੁੰਦਾ। ਇਹ ਮੈਂ ਆਪਣੀ ਅੱਖੀਂ ਵੇਖਣ ਦੀਆਂ ਗੱਲਾਂ ਦੱਸਦਾ। ਉਮਰ ਦੇ ਹਿਸਾਬ ਨਾਲ ਖੁਰਾਕ 'ਤੇ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਕਈ ਬੰਦੇ ਉਮਰ ਦੇ ਹਿਸਾਬ ਨਾਲ ਖੁਰਾਕ 'ਤੇ ਕੰਟਰੋਲ ਨਹੀਂ ਕਰਦੇ, ਜੋ ਆਉਂਦਾ ਬਾਬੇ ਦੀ ਕਿਰਪਾ ਨਾਲ ਇੱਦਾਂ। ਇਹ ਮੈਂ ਆਪਣੀ ਅੱਖੀਂ ਵੇਖਣ ਦੀ ਗੱਲ ਹੈ। ਅਮਰੀਕਾ ਇੱਕ ਬਜ਼ੁਰਗ ਨੂੰ ਵੀਲ ਚੇਅਰ 'ਤੇ ਲੈ ਕੇ ਆਏ ਗੁਰਦੁਆਰੇ, ਅਤੇ ਮੈਂ ਵੀ ਲੰਗਰ ਹਾਲ 'ਚ ਬੈਠਾ ਸੀ, ਦੀਵਾਨ ਲਾਉਣਾ ਸੀ ਉੱਥੇ। ਅਤੇ ਜਦੋਂ ਬਾਪੂ ਨੂੰ ਲੈ ਕੇ ਆਏ, ਮੈਂ ਕਿਹਾ ਇਹ ਬਾਪੂ ਨੂੰ ਲਿਆ ਕੇ ਉਹਦੇ ਬੱਚੇ ਨੇ ਪਤਾ ਨਹੀਂ ਪੋਤਰੇ ਨੇ ਪਲੇਟ ਲਿਆ ਕੇ ਪਕੌੜਿਆਂ ਦੀ ਫੜਾਈ। ਮੈਂ ਕਿਹਾ ਬਾਪੂ ਨਾ ਕਰ ਦੂਗਾ ਵੀ ਮੈਂ ਨਹੀਂ ਖਾਣੀ, ਵੀ ਇਹ ਜ਼ਿਆਦੇ ਆ, ਵੀ ਇੱਕ ਅੱਧਾ ਕੱਢ ਲਓ ਵਿੱਚੋਂ, ਜਾਂ ਇੱਕ ਅੱਧਾ ਰਹਿਣ ਦਿਓ ਬਾਕੀ ਕੱਢ ਲਓ। ਸਹੁੰ ਰੱਬ ਦੀ ਬਾਪੂ ਨੇ ਨਾ ਨਹੀਂ ਕੀਤੀ। ਉਹ ਕਿਉਂਕਿ ਉੱਥੇ ਜਿਹੜਾ ਐਤਵਾਰ ਨੂੰ ਲੰਗਰ ਬਣਦਾ ਨਾ, ਜਿਹੜਾ ਐਤਵਾਰ ਨੂੰ ਲੰਗਰ ਬਣਦਾ ਉਹ ਆਪਣੇ ਵਿਆਹਾਂ ਨਾਲੋਂ ਵੀ ਟੌਪ ਦਾ ਹੁੰਦਾ। ਅਤੇ ਮੈਂ ਤਾਂ ਬੈਠਾ ਸੋਚੀ ਗਿਆ, ਮੈਂ ਕਿਹਾ ਵੀ ਇਹ ਬਾਪੂ ਇੱਕ ਵਾਰੀ ਵੀ ਇਹਨੇ ਵੀ ਮਾੜਾ ਮੋਟਾ ਇੱਕ ਵਾਰੀ ਕਹਿ ਦੇ ਵੀ ਚੱਕ ਲਓ, ਵੀ ਇੱਕ ਰਹਿਣ ਦਿਓ। ਪੂਰੀ ਪਲੇਟ ਜਗ੍ਹਾ ਨਹੀਂ ਸੀ ਹੈਗੀ ਪਲੇਟ ਵਿੱਚ ਰੱਖਣ ਲਈ, ਵੀ ਉਹ ਇਸ ਤਰ੍ਹਾਂ ਲੱਦ ਕੇ ਲਿਆਏ। ਪੂਰੀ ਛਕੀ ਉਹਨੇ ਬਾਪੂ ਨੇ। ਅਜੇ ਵੀਲ ਚੇਅਰ 'ਤੇ ਆ ਬੰਦਾ, ਵੀ ਕਵੇ 2 ਘੰਟੇ ਪਾਰਕ 'ਚ ਲਾ ਲੂਗਾ ਵੀ ਬੰਦਾ ਹਜਮ ਵੀ ਹੋ ਜੂ। ਮੈਂ ਕਿਹਾ ਇਹ ਸੱਜਣਾ ਪਰਿਵਾਰ ਚਾਹੁੰਦਾ ਵਾ ਵੀ ਬਾਪੂ ਦੀ ਟਿਕਟ ਕੱਟੀ ਜਾਵੇ, ਵੀ ਜਾਂ ਦੀ ਪੈਨਸ਼ਨ ਪੁਨਸ਼ਨ ਨਹੀਂ ਲੱਗੀ ਹੋਣੀ। ਮੈਂ ਕਿਹਾ ਵੀ ਅੜੀ ਹੋਣੀ ਆਂਦੇ ਨੇ ਵੀ ਇਹਨੂੰ ਪਕੌੜੇ ਪਕਾੜੇ ਖਵਾਓ, ਜੇ ਤਾਂ ਲੱਗੀ ਹੋਵੇ ਫਿਰ ਬੰਦਾ ਨੂੰ ਹਲਕੀਆਂ ਚੀਜ਼ਾਂ ਖਵਾਓ, ਵੀ ਹਲਕਾ ਭੋਜਨ ਖਵਾ ਦਿਓ, ਖੀੜੀ ਖਵਾਓ, ਵੀ 4 ਸਾਲ ਹੋਰ ਸਾਨੂੰ ਕਮਾਈ ਦੇ ਜਾਵੇ। ਤਾਂ ਮੇਰੀ ਬੇਨਤੀ ਆ ਬਹੁਤ ਸਾਦਾ, ਘੱਟ ਖਾਧੇ ਅਤੇ ਘੱਟ ਬੋਲਦਾ ਜ਼ਿੰਦਗੀ 'ਚ ਨੁਕਸਾਨ ਕਦੇ ਵੀ ਨਹੀਂ ਹੁੰਦਾ। ਆਪਣੇ ਘਰ ਦੀਆਂ ਕੰਧਾਂ 'ਤੇ ਲਿਖ ਕੇ ਲਾ ਲਓ, ਘੱਟ ਖਾਧੇ ਦਾ ਅੱਗੇ ਬੋਲੋ ਹੁਣ ਜ਼ਿੰਦਗੀ 'ਚ ਨੁਕਸਾਨ ਕਦੀ ਨਹੀਂ। ਵੱਡੀ ਗੱਲ ਇਹੋ ਆਖਣਗੇ ਨਾ ਇਹ ਬੋਲਦਾ ਹੀ ਨਹੀਂ, ਇਹ ਕਿਉਂ ਬੋਲਦੀ। ਵੱਡੀ ਗੱਲ ਤਾਂ ਇਹੋ ਕਹਿਣਗੇ ਨਾ, ਜ਼ਿਆਦਾ ਬੋਲ ਕੇ ਨਾ ਮੁੜ ਕੇ ਮਾਫੀਆਂ ਮੰਗਣੀਆਂ ਪੈਂਦੀਆਂ ਕਈ ਵਾਰੀ। ਅਤੇ ਇੱਕ ਸ਼ਬਦ ਹੋਰ ਨੋਟ ਕਰ ਲਓ, ਸਾਡੇ ਪ੍ਰਿੰਸੀਪਲ ਸਾਹਿਬ ਪੜ੍ਹਾਉਂਦਿਆਂ ਕਹਿੰਦੇ ਹੁੰਦੇ, ਜਿੱਤਿਆ ਉਹ ਨਹੀਂ ਜੋ ਕਹਿ ਗਿਆ, ਜਿੱਤਿਆ ਉਹ ਜੋ ਸਹਿ ਗਿਆ। ਜਿਹੜਾ ਗੱਲ ਕਹਿ ਜੇ ਉਹ ਨਹੀਂ ਜਿੱਤਿਆ ਹੁੰਦਾ, ਜਿਹੜਾ ਗੱਲ ਨੂੰ ਸਹਿ ਜੇ ਉਹ ਜਿੱਤਿਆ ਹੁੰਦਾ। ਕਿਉਂਕਿ 2 ਚੀਜ਼ਾਂ ਹੁੰਦੀਆਂ, ਇੱਕ ਕਿਰਪਾਨ ਹੁੰਦੀ ਹੈ, ਇੱਕ ਢਾਲ ਹੁੰਦੀ ਆ। ਢਾਲ ਤੁਹਾਨੂੰ ਬਚਾਉਂਦੀ ਆ, ਕਿਰਪਾਨ ਅਗਲੇ ਨੂੰ ਵੱਢਦੀ ਆ। ਸਹਿਜ ਢਾਲ ਵਾ ਅਤੇ ਜ਼ੁਬਾਨ ਕਿਰਪਾਨ ਆ, ਇਹ ਤਾਂ ਵੱਢੀ ਜਾਂਦੀ ਤਾਂ ਕਚਰ 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 ਨੱਪੀ ਆਉਂਦੀ ਕਿੱਲੀ। ਇਹ 'ਤੇ ਸਾਲਾਂ ਦੀ ਬਣੀ ਹੋਵੇ ਨਾ, 2 ਸ਼ਬਦ ਬੋਲਦੇ ਹੋ ਮੁੜ ਕੇ ਅਗਲਾ ਫੋਨ ਚੁੱਕਣ ਤੋਂ ਵੀ ਜਾਂਦਾ। ਅਤੇ ਸਹਿਜ ਬੜੀ ਵੱਡੀ ਚੀਜ਼ ਆ। ਪੁਰਾਣੀਆਂ ਮਾਵਾਂ ਧੀਆਂ ਨੂੰ ਆਂਦੀ ਪੁੱਤ ਜਰਿਆ ਧਰਿਆ ਕੰਮ ਆਉਂਦਾ। ਆਂਦੀਆਂ ਸੀ ਨਾ ਮਾਵਾਂ, ਕਿਉਂ ਮੇਰੀਆਂ ਮਾਵਾਂ ਨੂੰ ਪਤਾ ਹੋਣਾ ਕੀ ਆਂਦੀਆਂ ਹੁੰਦੀਆਂ ਸੀ, ਜਰਿਆ ਧਰਿਆ। ਉਹ ਆਂਦੀਆਂ ਪੁੱਤ ਵੇਖ ਲੈ ਮੇਰੀ ਸੱਸ ਕਿੰਨਾ ਗਰਮ ਸੁਭਾਅ ਦੀ ਸੀ, ਮੈਂ ਆਪਣੀ ਮਾਂ ਨੂੰ ਕਦੀ ਨਾ ਦੱਸਣਾ। ਪਤਾ ਕਿਉਂ? ਵੀ ਮੈਂ ਤਾਂ ਇੱਥੇ ਰਹਿਣਾ, ਮੇਰੀ ਮਾਂ ਮੁੜ ਕੇ ਇੱਥੇ ਮਿਲਣ ਲੱਗਿਆ ਹੋਰ ਤਰ੍ਹਾਂ ਵੇਖੂ ਮੇਰੀ ਸੱਸ ਵੱਲ, ਅਤੇ ਮੈਂ ਜਰ ਗਈ। ਕੁੜਮਣੀਆਂ ਦੇ ਪਿਆਰ 'ਚ ਫਿਕਰ ਨਹੀਂ ਪੈਣ ਦਿੱਤਾ। ਅਤੇ ਅੱਜ ਸੁੱਖ ਨਾਲ ਐਡੇ ਜਿਹੜੇ ਲੰਬੇ ਮੋਬਾਇਲ ਆ, ਵੀਡੀਓ ਕਾਲ ਨਾਲ ਹੀ ਕਰ ਦਿੰਦੀਆਂ ਵੀ ਆਹ ਵੇਲਾ ਕਿੱਦਾਂ ਬੁੜੀ ਬੋਲਦੀ ਉਹ ਫਿਰ ਜਦੋਂ ਕੁੜਮਣੀ ਆਉਂਦੀ ਉਹ ਚੰਗੀ ਤਰ੍ਹਾਂ ਵੇਖਦੀ ਥੋੜ੍ਹਾ ਉਹਦੇ ਵੱਲ, ਉਹ ਸਿੱਧੀਆਂ ਪੌੜੀਆਂ ਤਾਂ ਚੜ੍ਹ ਜਾਂਦੀ। ਇੱਦਾਂ ਆਉਂਦੇ ਇਹਨੂੰ ਹੋਇਆ ਪਤਾ ਨਹੀਂ ਕੀ ਆ। ਹੋਣਾ ਇਹੋ ਕੁਝ ਆ ਭਾਈ, ਸੁੱਖ ਨਾਲ ਉਹ ਪਛਤਾਉਂਦਾ ਹੋਣਾ ਬੰਦਾ ਜਿਹਨੇ ਕੈਮਰੇ ਦੇ ਮੋਬਾਈਲ ਦੇ ਪਿੱਛੇ ਕੈਮਰਾ ਲਾਤਾ। ਅਤੇ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ, ਕੋਈ ਫਰਕ ਨਹੀਂ ਪੈਂਦਾ, ਪਰਿਵਾਰ ਵਿੱਚ ਪਿਆਰ ਨਾਲ ਰਹੋ। ਉਹ ਭਾਗਾਂ ਵਾਲੇ ਘਰ ਆ ਜਿੱਥੇ ਇੱਕੇ ਬੈੱਡ 'ਤੇ ਸੱਸ ਤੇ ਨੂੰਹ ਬਹਿ ਕੇ ਗੱਲਾਂ ਕਰਨ। ਉਹ ਭਾਗਾਂ ਵਾਲੇ ਪਰਿਵਾਰ ਮੈਂ ਮੰਨਦਾ, ਜਿੱਥੇ ਇੱਦਾਂ ਸਲਾਹਾਂ ਕਰਦੀਆਂ ਹੋਣ ਸੱਸ ਤੇ ਨੂੰਹ, ਅਤੇ ਕੋਈ ਬਾਹਰੋਂ ਆਵੇ ਮਾਵਾਂ ਧੀਆਂ ਨਹੀਂ ਜੀ ਨੂੰਹ ਸੱਸ, ਕਿਆ ਬਾਤ ਹੈ, ਸ਼ੁਕਰ ਹੈ ਵੀ ਸਲਾਹਾਂ ਹੋ ਰਹੀਆਂ, ਵਧੀਆ ਗੱਲ ਹੈ ਜੀ, ਚੰਗੀਆਂ ਗੱਲਾਂ ਹੋ ਰਹੀਆਂ। ਜਾਂ ਸ਼ਾਮਾਂ ਨੂੰ ਬਹਿ ਕੇ ਪੁੱਛਣ ਮੰਮੀ ਜੀ ਅੱਜ ਕੀ ਬਣਾਈ ਹੈ, ਕੀ ਖਾਓਗੇ ਤੁਸੀਂ। ਮਾਂ ਨੂੰ ਵੀ ਚਾਅ ਚੜ੍ਹਦਾ ਮੇਰੀ ਧੀ ਮੈਨੂੰ ਪੁੱਛਣ ਵਾਲੀ ਆ। ਅਤੇ ਜੇ ਇਹ ਸੋਚੋ ਉਹ ਜੋ ਮਰਜ਼ੀ ਬਣਾ ਦਿਓ ਉਹਨੇ ਖਾ ਲੈਣਾ, ਉਹਨੂੰ ਪੁੱਛਣ ਦੀ ਲੋੜ ਨਹੀਂ ਆ। ਇੱਦਾਂ ਇੱਕ ਵਾਰੀ ਪੁੱਛਾਂਗੇ ਉਹ ਤਾਂ ਰੋਜ਼ ਹੀ ਫਰਮਾਇਸ਼ਾਂ ਕਰੂ। ਉਹ ਬੋਲੋ ਭਾਈ, ਇੱਕ ਵਾਰੀ ਪੁੱਛਣ ਤੁਰ ਪਏ ਰੋਜ਼ ਹੀ ਫਰਮਾਇਸ਼ਾਂ ਕਰੂ, ਕੋਈ ਫਰਕ ਨਹੀਂ ਪੈਂਦਾ। ਮੇਰੀ ਉਹ ਭੈਣੋਂ ਹੱਥ ਜੋੜ ਕੇ ਬੇਨਤੀ ਆ, ਜੇ ਅਸੀਂ ਦਿਨ ਮਨਾ ਰਹੇ ਅਤੇ ਪਿਆਰ ਨਾਲ ਸਾਡੇ ਰਹਿਣ ਸਹਿਣ ਤੋਂ, ਕਿੰਨੀ ਸਾਡੇ ਘਰ 'ਚ ਬਾਣੀ ਪੜ੍ਹੀ ਜਾ ਰਹੀ ਹੈ, ਕਿੰਨਾ ਪਾਠ ਕਰ ਰਿਹਾ, ਕਿਸੇ ਨੇ ਵੇਖਣ ਆਉਣਾ।
ਤੁਹਾਡੇ ਰਹਿਣ ਸਹਿਣ ਤੋਂ ਪਤਾ ਲੱਗਣਾ ਵੀ ਇਹਨਾਂ ਘਰਾਂ 'ਚ ਕੁਝ ਹੈਗਾ। ਕਿਉਂ ਸਾਧ ਸੰਗਤ ਜੀ? ਅੱਛਾ, ਇੱਕ ਐਗਜ਼ਾਮਪਲ ਅਖੀਰ ਤੇ ਦੇ ਕੇ ਸਮਾਪਤੀ ਕਰਾਂ। ਜਿਮ ਜਾਣ ਵਾਲੇ ਬੰਦੇ ਨੂੰ ਦੱਸਣ ਦੀ ਲੋੜ ਪੈਂਦੀ ਮੈਂ ਜਿਮ ਜਾਣਾ? ਉਹਨੂੰ ਤੁਸੀਂ ਹੱਥ ਮਿਲਾਓ ਨਾ ਇੱਦਾਂ, ਉਹਦੇ ਹੱਥ ਦੀ ਪਕੜ ਦੱਸ ਦਿੰਦੀ ਆ ਵੀ ਇਹ ਬੰਦਾ 2 ਘੰਟੇ ਜਿਮ ਲਾ ਕੇ ਆਉਂਦਾ। ਗਾਂਹ ਹੋ ਕੇ ਉਹਨੂੰ ਆਪਾਂ ਜਦ ਮਿਲਦੇ ਹਾਂ ਉਹਦੀ ਰੀੜ੍ਹ ਦੀ ਹੱਡੀ, ਉਹਦਾ ਸਰੀਰ ਦੱਸਦਾ ਵੀ ਉਂਗਲਾਂ ਨਹੀਂ ਖੁੱਬਦੀਆਂ ਦੇ ਸਰੀਰ 'ਚ, ਭਾਈ ਜਿਮ ਲਾ ਕੇ ਆਉਂਦਾ। ਇਹਦਾ ਮਤਲਬ ਉਹਨੂੰ ਦੱਸਣ ਦੀ ਲੋੜ ਪਈ, ਉਹਦੇ ਹੱਥਾਂ ਨੇ ਦੱਸਤਾ। ਇਹ ਬਾਣੀ ਪੜ੍ਹਨ ਵਾਲੇ ਨੂੰ ਦੱਸਣਾ ਕੋ ਪੈਂਦਾ ਮੈਂ ਇੰਨੇ ਪਾਠ ਕਰਦਾ? ਇਹ ਤੇਰੇ ਰਹਿਣ ਸਹਿਣ ਤੋਂ ਪਤਾ ਲੱਗਣਾ ਚਾਹੀਦਾ, ਤੇਰੇ ਵਿਹਾਰ ਤੋਂ ਪਤਾ ਲੱਗਣਾ ਚਾਹੀਦਾ, ਤੇਰੇ ਪਰਿਵਾਰ ਤੋਂ ਪਤਾ ਲੱਗਣਾ ਚਾਹੀਦਾ। ਇਹ ਭਾਈ ਬਾਣੀ ਪੜ੍ਹਦਾ ਨਹੀਂ, ਇਹ ਬਾਣੀ ਜਿਉਂਦਾ ਵਾ। ਇਸ ਕਰਕੇ ਆਓ ਆਪਣੇ ਘਰਾਂ ਦੇ ਮਾਹੌਲ ਵਧੀਆ ਬਣਾਈਏ। ਤਹਾਂ ਬੈਕੁੰਠ ਜਾਂ ਕੀਰਤਨ ਤੇਰਾ, ਜਿੱਥੇ ਉਹਦੀ ਉਸਤਤ ਆ ਉਹ ਘਰ ਸਵਰਗ ਬਣ ਜਾਂਦਾ। ਜਿੰਨਾ ਧੰਨਵਾਦ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡਾ, ਤੁਹਾਡੇ ਪਰਿਵਾਰ ਦਾ ਉਨਾ ਥੋੜ੍ਹਾ। ਮੈਂ ਤਾਂ ਇਹ ਰੋਜ਼ ਕਹਿਣਾ ਸਵੇਰੇ ਉੱਠ ਕੇ ਕਿ ਸਾਡੇ ਵਰਗੇ ਨਲਾਇਕਾਂ ਤੋਂ ਗੁਰੂ ਗੋਬਿੰਦ ਸਿੰਘ ਤੁਸੀਂ ਆਪਣੇ ਲਾਇਕ ਸਾਹਿਬਜ਼ਾਦੇ ਵਾਰ ਦਿੱਤੇ। ਸਾਡੇ ਵਰਗੇ, ਉੱਚੀ ਬੋਲੋ ਇੱਕ ਵਾਰ, ਸਾਡੇ ਵਰਗੇ ਨਲਾਇਕਾਂ ਤੋਂ ਤੁਸੀਂ ਆਪਣੇ ਲਾਇਕ ਸਾਹਿਬਜ਼ਾਦੇ ਵਾਰ ਦਿੱਤੇ। ਅਸੀਂ ਨਲਾਇਕ ਹਾਂ, ਤੁਸੀਂ ਐਡੇ ਸੋਹਣੇ ਸਾਹਿਬਜ਼ਾਦੇ ਜਿਹੜੇ ਪਤਾ ਨਹੀਂ ਜੇ 7 ਸਾਲ ਦੇ ਵਿੱਚ ਇੰਨੇ ਸਿਆਣੇ ਸੀ, ਜੇ ਕਿਤੇ ਉਹ ਲੰਬੀ ਉਮਰ ਭੋਗਦੇ ਕਿੰਨਾ ਕੁਝ ਬਦਲ ਸਕਦੇ ਸੀ। ਅਤੇ ਜਦੋਂ ਇਹ ਅਹਿਸਾਸ ਹੋਏਗਾ, ਆਪਣੇ ਬੱਚਿਆਂ ਨੂੰ ਦੱਸੋਗੇ, ਉਹ ਕੇਸਾਂ ਨੂੰ ਹੱਥ ਪਾਉਣ ਲੱਗਿਆਂ 100 ਵਾਰ ਸੋਚਣਗੇ ਵੀ ਨਹੀਂ, ਮੇਰੀ ਮਾਂ ਨੇ ਮੈਨੂੰ ਮੇਰੇ ਇਤਿਹਾਸ ਤੋਂ ਜਾਣੂ ਕਰਾਇਆ। ਆਓ ਸਾਰਿਆਂ ਦਾ ਧੰਨਵਾਦ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੁੱਚੀਆਂ ਸੰਗਤਾਂ ਦਾ, ਸਤਿਕਾਰਯੋਗ ਭਾਈ ਸਾਹਿਬ ਗ੍ਰੰਥੀ ਸਾਹਿਬਾਨ, ਜਿੰਨੇ ਵੀ ਤੁਸੀਂ ਮੇਰੇ ਵੀਰ ਬਜ਼ੁਰਗ ਭੈਣਾਂ ਬੈਠੀਆਂ ਜੇ, ਮਾਤਾਵਾਂ ਬੈਠੀਆਂ ਜੇ, ਆਓ ਆਪਣੇ ਬੱਚਿਆਂ ਨਾਲ ਗੁਰੂ ਦੇ ਸਾਹਿਬਜ਼ਾਦਿਆਂ ਦੀ ਗੱਲ, ਗੁਰੂ ਦੇ ਉਪਦੇਸ਼ ਦੀ ਗੱਲ ਜ਼ਰੂਰ ਕਰਿਆ ਕਰੋ। ਅਸੀਂ ਕਰਜ਼ਦਾਰ ਹਾਂ, ਕਿਸੇ ਦੇ ਪੈਸੇ ਦੇਣੇ ਹੋਣ ਰਾਤ ਨੂੰ ਬੰਦਾ ਸੌਂਦਾ ਨਹੀਂ, ਯਾਰ ਮੈਂ ਪੈਸੇ ਦੇਣੇ, ਨਿਆਣੇ ਨਾਲ ਸਲਾਹਾਂ ਕਰਦਾ। ਆਪਾਂ ਕਰਜ਼ਦਾਰ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ। ਅਸੀਂ ਅਹਿਸਾਨ ਨਹੀਂ ਚੁਕਾ ਸਕਦੇ ਉਹਨਾਂ ਦਾ ਜ਼ਿੰਦਗੀ 'ਚ ਕਦੀ, ਜੋ ਉਹਨਾਂ ਨੇ ਸਾਡੇ ਲਈ ਕੀਤਾ। ਆਓ ਗੁਰੂ ਬਖਸ਼ਿਸ਼ ਕਰੇ। ਇੱਕ ਵਾਰ ਅਖੀਰ ਤੇ ਤੁਕਾਂ ਦਾ ਪਾਠ ਕਰੀਏ, ਫਿਰ ਸਮਾਪਤੀ ਹੈ ਜੀ। ਭੂਲ ਮਾਰਗ ਜਿਨੈ ਬਤਾਇਆ, ਭੂਲ ਮਾਰਗ ਜਿਨੈ ਬਤਾਇਆ, ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ, ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ। ਬਸ ਰਹਿ ਹਿਰਦੈ ਗੁਰ ਚਰਨ ਪਿਆਰੇ, ਬਸ ਰਹਿ ਹਿਰਦੈ ਗੁਰ ਚਰਨ ਪਿਆਰੇ, ਸਿਮਰ ਮਨਾ ਰਾਮ ਨਾਮ ਚਿਤਾਰੇ, ਸਿਮਰ ਮਨਾ ਰਾਮ ਨਾਮ ਚਿਤਾਰੇ। ਕੋਟਾਨ ਕੋਟ ਸ਼ੁਕਰਾਨਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਸਾਡੇ ਸਾਰਿਆਂ 'ਤੇ ਅਪਾਰ ਬਖਸ਼ਿਸ਼ ਕੀਤੀ ਹੈ। ਗੁਰੂ ਦੀ ਗੋਦ ਵਿੱਚ ਬੈਠ ਕੇ ਅੱਜ ਦਿਨ ਦੇ ਦੀਵਾਨ ਦੀ ਆਪਾਂ ਹਾਜ਼ਰੀ ਭਰੀ ਹੈ। ਵਿਚਾਰਾਂ ਕਰਦਿਆਂ ਭੁੱਲਾਂ ਮੇਰੀਆਂ, ਬਚਨ ਗੁਰੂ ਦੇ ਜਾਣ ਕੇ ਹਿਰਦੇ ਵਿੱਚ ਵਸਾਉਣੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ, ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।